YouTube चैनल दे नाल। PTN 24 हक सच दी आवाज। गल सियासत दी होवे या धर्म दी, मुद्दा राष्ट्रीय होवे या अंतरराष्ट्रीय, गल समाज दी, गल आम आदमी दी, समाज ते सियासी बदला, सियासत दे खिडारियां दे दा, हरेक पक्ष नू उजागर करता है PTN 24 हक सच दी आवाज। PTN 24 रेडियो ते TV बनो साडे प्रोग्रामां दा हिस्सा। जुड़ो Facebook ते YouTube चैनल दे नाल। PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 416 731 7710 416 731 7710 6 रे एवेन्यू ब्रैम्पटन। इमीग्रेशन ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, पर सोच समझ के लिया होया फैसला ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। कॉल नवजोत गिल 6478643719 647 864 3719। एड्रेस 350 रदरफोर्ड रोड, साउथ ब्रैम्पटन, यूनिट 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। Call 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना घर ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कलीनर यारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ, ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ।
ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। PTN 24 ਮੰਡੇ ਟੂ ਫਰਾਈਡੇ ਸਵੇਰੇ 9 ਤੋਂ 11 ਵਜੇ ਤੱਕ, 11 ਤੋਂ 12 ਵਜੇ ਤੱਕ ਸੰਦੀਪ ਭੱਟੀ ਹੋਣੀ ਲੈ ਕੇ ਆਉਂਦੇ ਨੇ ਹਲਚਲ, ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਤਹਿਲਕਾ ਲੈ ਕੇ ਆਉਂਦੇ ਨੇ। ਅੱਜ 29 ਤਰੀਕ ਆ ਜੀ, ਤੇ ਟੈਂਪਰੇਚਰ ਬਾਹਰਲਾ 1 ਆ। ਅੱਜ ਥੋੜੀ ਜਿਹੀ ਠੰਡ ਆ, -4 ਫੀਲ ਲਾਈਕ -4 ਆ, ਤੇ ਹਵਾ ਜਿਹੜੀ 19 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਹੀ ਹੈ। ਸੂਰਜ 7:03 ਤੇ ਚੜਿਆ ਤੇ 7:42 ਤੇ ਛਿਪੇਗਾ। ਤੇ ਸਟੂਡੀਓ ਦੀ ਘੜੀ ਅਨੁਸਾਰ 9:08 ਹੋ ਚੁੱਕੇ ਆ ਜੀ। ਤਾਂ ਆਪਣੀ ਲਾਈਨ ਇਸ ਟਾਈਮ ਮਹਾਲੀ ਸਟੂਡੀਓ ਅਰਸ਼ਦੀਪ ਹੋਣਾ ਨਾਲ ਜੁੜ ਚੁੱਕੀ। ਆਪਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਅਰਸ਼ਦੀਪ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ, ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੋਲੀ ਮਨਾਈ ਗਈ ਆ, ਤੇ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾ ਰਿਹਾ। ਜਿਹੜੇ ਹੋਲੀ ਮਨਾਉਂਦੇ ਆ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ, ਤੇ ਜਿਹੜੇ ਹੋਲਾ ਮਹੱਲਾ ਮਨਾਉਂਦੇ ਆ ਉਹਨਾਂ ਨੂੰ ਵੀ ਸਾਡੀ ਪੂਰੀ ਸਮੁੱਚੀ ਟੀਮ PTN 24 ਦੀ ਵੱਲੋਂ ਬਹੁਤ ਬਹੁਤ ਵਧਾਈਆਂ। ਕਿੱਦਾਂ ਦਾ ਰਿਹਾ ਜੀ ਹੋਲੀ ਦੇ ਦਿਹਾੜਾ, ਕਿੱਦਾਂ ਦਾ ਰਿਹਾ, ਤੇ ਹੋਲਾ ਮਹੱਲਾ ਕਿੱਦਾਂ ਦਾ ਚੱਲ ਰਿਹਾ? ਦੇਖੋ ਜੀ, ਅੱਜ ਹੋਲੇ ਮਹੱਲੇ ਦੇ ਜਿਹੜੇ ਸਮਾਗਮ ਸੀ ਉਹ ਖਾਲਸਾਈ ਜਾਹੋ ਜਲਾਲ ਤੇ ਸ਼ਾਨੋ ਸ਼ੌਕਤ ਦੇ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਏ ਨੇ ਜੀ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਨਤਮਸਤਕ ਹੋਈ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ, ਅਤੇ ਮਹੱਲਾ ਵੀ ਜਿਹੜਾ ਹੈਗਾ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਹਿੰਦ ਸਿੰਘਾਂ ਵੱਲੋਂ ਜਿਹੜਾ ਕੱਢਿਆ ਗਿਆ। ਤੇ ਇਸ ਮੌਕੇ ਸਟੇਜਾਂ ਵੀ ਲੱਗੀਆਂ। ਦੂਜਾ ਦਿਨ ਜਿਹੜਾ ਸੀਗਾ ਹੋਲੇ ਮਹੱਲੇ ਦਾ ਉਹ ਕਿਸਾਨਾਂ ਨੂੰ ਸਮਰਪਿਤ ਰਿਹਾ। ਕਿਸਾਨਾਂ ਵੱਲੋਂ ਵੱਡੀ ਕਾਨਫਰੰਸ ਉੱਥੇ ਕੀਤੀ ਗਈ, ਤੇ ਆਖਰੀ ਦਿਨ ਜਿਹੜੀਆਂ ਪੰਥਕ ਵਿਚਾਰਾਂ ਵੀ ਜਿਹੜੀਆਂ ਕੀਤੀਆਂ ਸ੍ਰੀ ਅਖੰਡਪੁਰ ਸਾਹਿਬ ਦੇ ਭੋਗ ਉਪਰੰਤ ਨਗਰ ਕੀਰਤਨ ਵੀ ਜਿਹੜੇ ਸਜਾਏ ਗਏ। ਤੇ ਇਸ ਤਰ੍ਹਾਂ ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਹੈ ਉਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਖਾਲਸਾਈ ਜਾਹੋ ਜਲਾਲ ਦੇ ਨਾਲ ਜਿਹੜਾ ਸੰਪੂਰਨ ਹੋਇਆ। ਉਸੇ ਤਰ੍ਹਾਂ ਹੋਲੀ ਦਾ ਤਿਉਹਾਰ ਵੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਜਿਹੜਾ ਲੋਕਾਂ ਵੱਲੋਂ ਮਨਾਇਆ ਗਿਆ। ਇੱਕ ਦੂਸਰੇ ਦੇ ਰੰਗ ਵੀ ਜਿਹੜੇ ਲਾਏ ਗਏ। ਬੇਸ਼ੱਕ ਕੋਵਿਡ ਦੇ ਚੱਲਦੇ ਇਸ ਵਾਰ ਦਿੱਲੀ ਹੋਵੇ ਜਾਂ ਵੱਡੇ ਜਿਹੜੇ ਮਹਾਨਗਰ ਸੀ, ਉੱਥੇ ਸਰਕਾਰ ਵੱਲੋਂ ਪੂਰਨ ਪਾਬੰਦੀਆਂ ਜਿਹੜੀਆਂ ਸੀ ਕਿਸੇ ਵੀ ਪ੍ਰੋਗਰਾਮ ਕਰਵਾਉਣ ਨੂੰ ਲੈ ਕੇ ਜਾਂ ਲੋਕਾਂ ਦੇ ਹੋਲੀ ਖੇਡਣ ਨੂੰ ਲੈ ਕੇ ਲਗਾਈਆਂ ਗਈਆਂ ਸੀ। ਪਰ ਜਿਹੜੇ ਇਲਾਕੇ ਘੱਟ ਪ੍ਰਭਾਵਿਤ ਨੇ ਉੱਥੇ ਲੋਕਾਂ ਵੱਲੋਂ ਹੋਲੀ ਜਿਹੜੀ ਉਹ ਮਨਾਈ ਗਈ। ਬਿਲਕੁਲ ਜੀ, ਚੱਲਦੇ ਆਪਾਂ ਖਬਰਾਂ ਤੇ। ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਖਾਸ ਕਰਕੇ ਪੰਜਾਬ ਤੇ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਜੀ ਇਸ ਟਾਈਮ। ਕਿਸਾਨਾਂ ਵੱਲੋਂ ਪੂਰੀ ਰੂਹ ਫੂਕੀ ਗਈ ਆ। ਹੁਣ ਤਾਂ ਪੂਰੇ ਭਾਰਤ ਦੇ ਵਿੱਚ ਹੀ ਹੋ ਗਿਆ ਜੀ। ਭਾਰਤੀ ਜਨਤਾ ਪਾਰਟੀ ਦਾ ਅਰੁਣ ਨਾਰੰਗ ਮਾਮਲੇ 'ਚ ਕਹਿੰਦੇ ਪੁਲਿਸ ਨੇ ਕਈ ਕਿਸਾਨਾਂ ਦੇ ਪਰਚੇ ਦਰਜ ਕੀਤੇ ਆ ਜੀ। ਤੇ ਇਹਦੇ ਨਾਲ ਹੀ ਆ ਵੀ ਜਿਹੜੇ ਪਰਚੇ ਦਰਜ ਕੀਤੇ ਆ, ਵੀਰ ਦਾ ਮੈਨੂੰ ਸਵੇਰੇ ਸਵਾਲ ਵੀ ਆਇਆ ਸੀਗਾ ਵੀ ਕੀ ਪੰਜਾਬ ਸਰਕਾਰ ਜਾਂ ਕੋਈ ਜਥੇਬੰਦੀ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਛਡਾਊਗੀ, ਕੀ ਕਰੂਗੀ? ਜੇ ਕਰਤੂਤਾਂ ਹੀ ਇਦਾਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ, ਤਾਂ ਜਿਹੜੇ ਜੋ ਹੁਣ ਆਪਾਂ ਵਾਇਓਲੇਸ਼ਨ ਨੂੰ ਪ੍ਰਮੋਟ ਨਹੀਂ ਕਰਦੇ, ਪਰ ਜੇ ਕੰਮ ਹੀ ਇਦਾਂ ਦੇ ਕਰਨੇ ਤਾਂ ਲੋਕਾਂ ਨੇ ਫਿਰ ਸ਼ਤਰੌੜ ਤਾਂ ਫਿਰਨੀ ਆ ਜੀ। ਦੇਖੋ ਜੀ, ਭਾਜਪਾ ਦੇ ਜਿਹੜੇ ਵਿਧਾਇਕ ਨੇ ਅਰੁਣ ਨਾਰੰਗ, ਜਿਹੜੇ ਕਿ ਅਬੋਹਰ ਤੋਂ ਵਿਧਾਇਕ ਨੇ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਰਾਇਆ ਸੀ ਜੀ। ਤਾਂ ਉਹ ਮਲੋਟ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਸੀ, ਜਿੱਥੇ ਕਿ ਉਹਨਾਂ ਦੀ ਕੁੱਟਮਾਰ ਹੋਈ ਹੈ ਤੇ ਉਹਨਾਂ ਨੂੰ ਨਿਰਵਸਤਰ ਵੀ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ। ਇਸ ਘਟਨਾ ਨੂੰ ਲੈ ਕੇ ਵੱਖੋ ਵੱਖਰੇ ਪੱਖ ਨੇ ਲੋਕਾਂ ਦੇ। ਕੁਝ ਲੋਕ ਕਹਿੰਦੇ ਵੀ ਠੀਕ ਹੋਇਆ, ਜਿਸ ਤਰ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਕਰ ਰਹੀ ਹੈ ਸਹੀ ਹੋਇਆ, ਪਰ ਕੁਝ ਲੋਕ ਕਹਿ ਰਹੇ ਨੇ ਕਿ ਨਹੀਂ, ਇਹ ਤਰੀਕਾ ਸਹੀ ਨਹੀਂ ਹੈ। ਆਪਾਂ ਘਰਾਓ ਜਿਹੜਾ ਹੈ ਉਹ ਕਰ ਸਕਦੇ ਹਾਂ, ਉਹਨਾਂ ਦਾ ਪ੍ਰੋਗਰਾਮ ਨਾ ਹੋਣ ਦਈਏ ਉਹ ਸਹੀ ਹੈ, ਪਰ ਕਿਸੇ ਚੁਣੇ ਹੋਏ ਨੁਮਾਇੰਦੇ ਦੀ ਕੁੱਟਮਾਰ ਕਰਨੀ ਜਾਂ ਉਹਨੂੰ ਨਿਰਵਸਤਰ ਕਰਨਾ ਇਹ ਮਨੁੱਖਤਾ ਦੇ ਤੌਰ ਤੇ ਗਲਤ ਹੈਗਾ। ਪਰ ਘਟਨਾ ਨਿੰਦਣਯੋਗ ਸੀ, ਗਲਤ ਸੀ, ਕਿਉਂਕਿ ਵਾਇਲੈਂਸ ਜਿਹੜੀ ਇਸ ਤਰ੍ਹਾਂ ਦੀ
ਉਹ ਸਰਾਸਰ ਗਲਤ ਹੈ। ਜੀ। ਪਰ ਇਹ ਸਭ ਕੁਝ ਉਪਜਿਆ ਕਿੱਥੋਂ? ਇਹਦੇ ਤੇ ਜਿਹੜੀ ਇੱਕ ਝਾਤ ਜਿਹੜੀ ਉਹ ਮਾਰਨ ਦੀ ਜ਼ਰੂਰਤ ਲਾਜ਼ਮੀ ਤੌਰ ਤੇ ਬਣਦੀ ਹੈ ਜੀ, ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ। ਇਸ ਕਿਸਾਨੀ ਅੰਦੋਲਨ ਦੇ ਵਿੱਚ ਜੇ ਆਪਾਂ ਭਾਜਪਾ ਲੀਡਰਸ਼ਿਪ ਦੀ ਬਿਆਨਬਾਜ਼ੀ ਦੇਖੀਏ ਕਿਸਾਨਾਂ ਨੂੰ ਲੈ ਕੇ, ਕਿ ਕਿਸਾਨਾਂ ਨੂੰ ਅੱਤਵਾਦੀ ਤੱਕ ਜਿਹੜਾ ਗਰਦਾਨ ਦਿੱਤਾ ਗਿਆ, ਇਹ ਕਿਹਾ ਗਿਆ ਕਿ ਇਹ ਕੋਈ ਕਹਿੰਦਾ ਕਿ ਇਹ ਖਾਲਿਸਤਾਨੀ ਨੇ, ਕੋਈ ਕਹਿੰਦਾ ਕਿ ਇਹ ਲੈਫਟ ਦੇ ਬੰਦੇ ਨੇ, ਇਹ ਤਾਂ ਇੱਥੇ ਕਰ ਰਹੇ ਨੇ, ਤੇ ਉਹ ਜਿਹੜਾ ਸਮਝੌਤਾ ਕਿਸਾਨਾਂ ਦਾ ਨਹੀਂ ਹੋਣ ਦਿੰਦੇ ਸਰਕਾਰ ਦੇ ਨਾਲ। ਪਰ ਜਿਹੜੀ ਐਸੀ ਬਿਆਨਬਾਜ਼ੀ ਆ ਗਈ ਕਿਸਾਨੀ ਅੰਦੋਲਨ ਦੇ ਵਿੱਚ, ਤੇ ਇਹ ਕਹਿਣਾ ਕਿ ਅਸੀਂ 1.5 ਸਾਲ ਦੀ ਆਫਰ ਦਿੱਤੀ ਸੀ, ਉਹ ਬਹੁਤ ਵਧੀਆ ਆਫਰ ਸੀ, ਕਿਸਾਨਾਂ ਨੂੰ ਜਿਹੜੀ ਹੈ ਉਹ ਪ੍ਰਵਾਨ ਕਰ ਲੈਣੀ ਚਾਹੀਦੀ ਸੀਗੀ। ਤਾਂ ਜਿਹੜੀ ਇਹ ਬਿਆਨਬਾਜ਼ੀ ਸੀਗੀ ਪੰਜਾਬ ਭਾਜਪਾ ਦੀ ਵੀ, ਤੇ ਨੈਸ਼ਨਲ ਪੱਧਰ ਤੇ ਵੀ ਜਿਹੜੀ ਬਿਆਨਬਾਜ਼ੀ ਸੀ ਜਾਂ ਮੀਡੀਆ ਦੀ ਜਿਹੜੀ ਭੂਮਿਕਾ ਸੀ, ਉਸ ਨੂੰ ਲੈ ਕੇ ਲੋਕਾਂ 'ਚ ਗੁੱਸਾ ਤਾਂ ਜਿਹੜਾ ਸੀ ਕਿ ਲੋਕ ਅੰਦੋਲਨ ਕਰ ਰਹੇ ਨੇ, ਸਰਕਾਰ ਨੇ ਮੰਗ ਨਹੀਂ ਮੰਨਣੀ, ਉਹ ਸਰਕਾਰ ਦੀ ਮਰਜ਼ੀ ਹੈ। ਪਰ ਅੰਦੋਲਨਕਾਰੀਆਂ ਨੂੰ ਤੁਸੀਂ ਇਸ ਤਰ੍ਹਾਂ ਭੰਡਣਾ ਜਿਹੜਾ ਹੈ ਉਹ ਸਰਾਸਰ ਗਲਤ ਹੈ। ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਇਸ ਚੀਜ਼ ਨੂੰ ਲੈ ਕੇ ਸੀਗਾ। ਤੇ ਨੰਬਰ 2 ਤੇ ਇਹ ਹੈ ਕਿ ਜਦੋਂ ਭਾਜਪਾ ਦਾ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾਗਾ, ਠੀਕ ਹੈ, ਡੈਮੋਕ੍ਰੇਸੀ ਦੇ ਵਿੱਚ ਉਹਨਾਂ ਨੂੰ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ, ਪਰ ਬਿਆਨਬਾਜ਼ੀ ਜਿਹੜੀ ਐਸੀ ਹੋਈ ਸੀ, ਉਹਦੇ ਬਾਅਦ ਲੋਕਾਂ 'ਚ ਗੁੱਸਾ ਸੀ, ਜਿਹਦੇ 'ਚੋਂ ਇਹ ਘਟਨਾ ਜਿਹੜੀ ਉਹ ਉਪਜੀ ਹੈ ਜੀ। ਤੇ ਇਸ ਕਰਕੇ ਘਟਨਾ ਨਿੰਦਣਯੋਗ ਸੀਗੀ, ਪਰ ਇਹ ਉਪਜੀ ਜਿਹੜੀ ਹੈ ਉਹ ਲੋਕਾਂ ਦੇ ਗੁੱਸੇ 'ਚ ਉਪਜੀ ਹੈ, ਬਿਆਨਬਾਜ਼ੀ 'ਚ ਉਪਜੀ ਹੈ। ਤੇ ਭਾਜਪਾ ਨੇ ਜਿਹੜੀ ਟਕਰਾਅ ਵਾਲੀ ਸਥਿਤੀ ਪੰਜਾਬ ਦੇ ਵਿੱਚ ਪੈਦਾ ਕੀਤੀ ਕਿ 4 ਦਿਨ ਚੁੱਪ ਵੱਟਣ ਦੀ ਥਾਂ ਤੇ ਜਿਹੜੀ ਲਗਾਤਾਰ ਬਿਆਨਬਾਜ਼ੀ ਪ੍ਰੋਗਰਾਮ ਕੀਤੇ, ਤਾਂ ਉਹਦੇ 'ਚੋਂ ਇਹ ਪੂਰੀ ਤਰ੍ਹਾਂ ਉਪਜੀ ਹੈਗੀ। ਤਾਂ ਹੁਣ ਇਹਦੇ ਬਾਅਦ ਜਦੋਂ ਇੱਕ ਵਿਧਾਇਕ ਨੂੰ ਨਿਰਵਸਤਰ ਕਰਕੇ ਕੁੱਟਿਆ ਗਿਆ, ਤਾਂ ਘਟਨਾ ਬਹੁਤ ਵੱਡੀ ਹੈ, ਕਿਉਂਕਿ ਉਹ ਚੁਣਿਆ ਹੋਇਆ ਨੁਮਾਇੰਦਾ ਹੈਗਾ। ਤਾਂ ਇਹਦੇ ਬਾਅਦ ਭਾਜਪਾ ਵੱਲੋਂ ਜਿਹੜਾ ਸੀ ਗਵਰਨਰ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ, ਗਵਰਨਰ ਨੂੰ ਜਿਹੜਾ ਹੈ ਮੰਗ ਪੱਤਰ ਦਿੱਤਾ ਗਿਆ, ਇਸ ਘਟਨਾ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਗਈ। ਤਾਂ ਇਹਦੇ ਬਾਅਦ ਗਵਰਨਰ ਵੱਲੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਜਿਹੜੀ ਇਹਦੀ ਰਿਪੋਰਟ ਉਹਨਾਂ ਨੇ ਤਲਬ ਕੀਤੀ, ਦੇ ਨਾਲ ਨਾਲ ਕਿਹਾ ਕਿ ਸਖਤ ਐਕਸ਼ਨ ਜਿਹੜਾ ਹੈ ਉਹ ਇਸ ਮਾਮਲੇ ਦੇ ਵਿੱਚ ਲਿਆ ਜਾਵੇ। ਤਾਂ ਇਹਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਇਹ ਨਿਰਦੇਸ਼ ਦਿੱਤੇ ਨੇ, ਤੇ ਡੀਸੀ ਸਾਹਿਬਾਨ ਨੂੰ ਤੇ ਐਸਐਸਪੀਜ਼ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਭਾਜਪਾ ਦੇ ਪ੍ਰੋਗਰਾਮਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕੀਤੇ ਜਾਣ, ਇਹੀ ਘਟਨਾ ਜਿਹੜੀ ਹੈਗੀ ਉਹ ਦੁਬਾਰੇ ਨਾ ਵਾਪਰੇ। ਤਾਂ ਇਹਦੇ ਬਾਅਦ ਪੁਲਿਸ ਵੱਲੋਂ ਜਿਹੜਾ ਸੀ 300 ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਤੇ 7 ਕਿਸਾਨ ਲੀਡਰਾਂ ਤੇ ਪਰਚਾ ਦਰਜ ਕੀਤਾ ਗਿਆ। ਤਾਂ ਉਹਦੇ ਬਾਅਦ ਮਲੋਟ ਦੇ ਵਿੱਚ ਜਿਹੜਾ ਸੀ ਕਿਸਾਨਾਂ ਵੱਲੋਂ ਅੱਜ ਵੱਡਾ ਪ੍ਰਦਰਸ਼ਨ ਮੁੜ ਤੋਂ ਕੀਤਾ ਗਿਆ ਕਿ ਇਹ ਪਰਚੇ ਜਿਹੜੇ ਨੇ ਇਹ ਰੱਦ ਕੀਤੇ ਜਾਣ। ਇਹ 'ਚ ਬੇਲੋੜੀਆਂ ਧਾਰਾਵਾਂ ਜਿਹੜੀਆਂ ਲਾ ਕੇ ਮਾਹੌਲ ਖਰਾਬ ਕਰਨ ਦੀ ਤੇ ਤਣਾਅ ਵਾਲਾ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ। ਤੇ ਇਸ ਕਰਕੇ ਕਿਸਾਨਾਂ ਵੱਲੋਂ ਅੱਜ ਮਲੋਟ ਦੇ ਵਿੱਚ ਧਰਨਾ ਦਿੱਤਾ ਗਿਆ ਹੈਗਾ। ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਨੇ ਹੇਠਲੇ ਪੱਧਰ ਦੇ, ਉਸ ਧਰਨੇ 'ਚ ਸ਼ਮੂਲੀਅਤ ਕੀਤੀ, ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਕਿ ਇਹ ਪਰਚੇ ਜਿਹੜੇ ਨੇ ਪੂਰੀ ਤਰ੍ਹਾਂ ਰੱਦ ਹੋਣੇ ਚਾਹੀਦੇ ਨੇ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹੀ ਕਿਹਾ ਕਿ ਅੱਗੇ ਤੋਂ ਅਜਿਹਾ ਨਾ ਵਾਪਰੇ, ਇਹ ਡੀਸੀ ਸਾਹਿਬਾਨ ਤੇ ਐਸਐਸਪੀ ਦੀ ਜ਼ਿੰਮੇਵਾਰੀ ਹੈਗੀ। ਇਸ ਕਰਕੇ ਘਟਨਾ ਮੰਦਭਾਗੀ ਸੀ, ਪਰ ਇਹ ਉਪਜੀ ਜਿਹੜੀ ਬਿਆਨਬਾਜ਼ੀ ਤੇ ਲੋਕਾਂ ਦੇ ਗੁੱਸੇ 'ਚ ਉਪਜੀ ਹੈ, ਕਿਉਂਕਿ ਕਿਸਾਨ ਜਿਹੜੇ ਨੇ ਉਹ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਨੇ। ਦਿੱਲੀ 'ਚ ਬੈਠਿਆਂ ਨੂੰ 4 ਮਹੀਨੇ ਹੋ ਗਏ, ਪਹਿਲਾਂ ਪੰਜਾਬ 'ਚ ਬੈਠੇ ਨੇ, ਤੇ ਕੇਂਦਰ ਸਰਕਾਰ ਨੇ ਚੁੱਪੀ ਜਿਹੜੀ ਹੈ ਉਹ ਗੱਲਬਾਤ ਕਰਨ ਨੂੰ ਲੈ ਕੇ ਵੱਟੀ ਹੋਈ ਹੈ ਪੂਰੀ ਤਰ੍ਹਾਂ। ਤੇ ਇਸੇ ਦੌਰਾਨ ਹੀ ਜਿਹੜੇ ਨੀਤੀ ਆਯੋਗ ਦੇ ਮੈਂਬਰ ਨੇ ਰਮੇਸ਼ ਚੰਦ, ਉਹਨਾਂ ਵੱਲੋਂ ਹੁਣ ਇਹ ਬਿਆਨ ਆ ਜਾਂਦਾ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਅਮਲ 'ਚ ਲਿਆਂਦੇ ਬਗੈਰ ਕਿਸਾਨਾਂ ਦੀ ਆਮਦਨੀ ਦੁੱਗਣੀ ਨਹੀਂ ਹੋ ਸਕਦੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ, ਜਿਹੜੀਆਂ ਚੀਜ਼ਾਂ ਉਹਦੀ ਸੋਧ ਕਰਾਉਣੀ ਚਾਹੀਦੀ ਹੈ, ਕਿਉਂਕਿ ਜੇ ਉਹਨਾਂ ਨੇ ਨਾ ਕਰਾਇਆ ਤੇ ਕਿਸਾਨਾਂ ਦੇ ਖਿਲਾਫ ਜਾਊਗੀ। ਯਾਨੀ ਕਿ ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਸਾਨੂੰ ਤਿੰਨੇ ਖੇਤੀ ਕਾਨੂੰਨ ਮਨਜ਼ੂਰ ਹੀ ਨਹੀਂ ਹੈਗੇ, ਸੋਧ ਦੀ ਗੱਲ ਤਾਂ ਹੈ ਹੀ ਨਹੀਂ। ਤੇ ਇਸ ਕਰਕੇ ਇੱਕ ਵਾਰ ਮੁੜ ਤੋਂ ਇਹ ਸਭ ਜਵਾਬ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨਾਲ ਆਮਦਨ ਦੁੱਗਣੀ ਹੋ ਜਾਣੀ ਹੈ ਕਿਸਾਨਾਂ ਦੀ, ਪਹਿਲਾਂ ਜਿਹੜੀ ਉਹ ਨਹੀਂ ਹੋ ਸਕੀ। ਇਸ ਕਰਕੇ ਬਿਆਨਬਾਜ਼ੀ ਹਲੇ ਵੀ ਉਹੀ ਹੈ, ਪ੍ਰਧਾਨ ਮੰਤਰੀ ਖੇਤੀ ਕਤਲ ਕਰਨ ਦੀ ਗੱਲ ਕਰਦੇ ਆ, ਪਰ ਇਸ ਬਿਆਨਬਾਜ਼ੀ ਚੋਂ ਲੋਕਾਂ ਦੇ ਗੁੱਸੇ 'ਚ ਉਪਜੀ ਹੋਈ ਇਹ ਘਟਨਾ ਸੀ। ਘਟਨਾ ਮੰਦਭਾਗੀ ਸੀ, ਕਿਉਂਕਿ ਵਿਰੋਧ ਜੇ ਕਰਨਾ ਚਾਹੁੰਦੇ ਆ ਕਿਸਾਨ ਉਹ ਕਰ ਸਕਦੇ, ਉਹਨਾਂ ਦਾ ਸੰਵਿਧਾਨਿਕ ਹੱਕ ਹੈਗਾ। ਪ੍ਰੋਗਰਾਮ ਦਾ ਵਿਰੋਧ ਕਰਨਾ, ਘਿਰਾਓ ਕਰਨਾ ਕਿਸੇ ਲੀਡਰ ਦਾ, ਇਹ ਲਗਾਤਾਰ ਹੋ ਰਿਹਾ। ਪਰ ਜਿਹੜੀ ਵਾਇਲੈਂਸ ਹੈ, ਹਿੰਸਾ ਕੀ ਇਸ ਤਰ੍ਹਾਂ ਵਿਧਾਇਕ ਨੂੰ ਨਿਰਵਸਤਰ ਕਰਨਾ, ਇਹ ਗਲਤ ਹੈ। ਹਾਂ ਬਿਲਕੁਲ ਜੀ। ਕਿਸਾਨਾਂ ਨੇ ਖੇਤੀ ਬਿੱਲਾਂ ਦੀਆਂ ਕਾਪੀਆਂ ਵੀ ਸਾੜ ਕੇ ਮਨਾਈ ਹੋਲੀ ਜੀ। ਦੇਖੋ ਜੀ, ਕਿਸਾਨਾਂ ਵੱਲੋਂ ਜਿਹੜਾ ਹੈਗਾ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ, ਤੇ ਜਿੰਨੇ ਵੀ ਤਿਉਹਾਰ ਆਏ ਨੇ ਉਹ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਮਨਾਏ ਨੇ। ਅੱਜ ਹੋਲੀ ਦਾ ਤਿਉਹਾਰ ਵੀ ਮਨਾਇਆ ਗਿਆ ਉੱਥੇ, ਤੇ ਹੋਲੇ ਮਹੱਲੇ ਮੌਕੇ ਨਿਹੰਗ ਸਿੰਘਾਂ ਵੱਲੋਂ ਮਹੱਲਾ ਵੀ ਜਿਹੜਾ ਉਹ ਦਿੱਲੀ ਦੇ ਬਾਰਡਰਾਂ ਦੇ ਉੱਪਰ ਕੱਢਿਆ ਗਿਆ। ਤੇ ਇਸ ਮੌਕੇ ਕਿਸਾਨਾਂ ਨੇ ਇੱਕ ਵਾਰ ਮੁੜ ਤੋਂ ਆਪਣਾ ਰੋਸ ਜਿਹੜਾ ਉਹ ਪ੍ਰਗਟ ਕੀਤਾ। ਉਹਨਾਂ ਨੇ ਜਿਹੜਾ ਹਿੰਦੂ ਧਰਮ ਦੇ ਵਿੱਚ ਹੋਲੀ ਦਹਨ ਜਿਹੜਾ ਕਰਦੇ ਨੇ, ਉਹਦੇ ਵਿੱਚ ਉਹਨਾਂ ਵੱਲੋਂ ਜਿਹੜੀਆਂ 3 ਖੇਤੀ ਕਾਨੂੰਨ ਨੇ, ਇਹਨਾਂ ਦੀਆਂ ਕਾਪੀਆਂ ਜਿਹੜੀਆਂ ਸਾੜ ਕੇ ਉਹ ਹੋਲੀ ਮਨਾਈ ਗਈ ਹੈਗੀ। ਇਸ ਮੌਕੇ ਕਿਸਾਨਾਂ ਨੇ ਫਿਰ ਤੋਂ ਹੀ ਗੱਲ ਕਹੀ ਹੈ ਕਿ ਅੱਜ ਹੋਲੇ ਮਹੱਲੇ ਦੇ ਮੌਕੇ ਮਹੱਲਾ ਇੱਥੇ ਸਜਾਇਆ ਗਿਆ, ਤੇ ਖਾਲਸਾ ਸਾਜਨਾ ਦਿਵਸ ਮੌਕੇ ਵੀ ਇੱਥੇ ਮਹੱਲਾ ਜਿਹੜਾ ਉਹ ਸਜਾਇਆ ਜਾਊਗਾ, ਨਿਹੰਗ ਸਿੰਘਾਂ ਵੱਲੋਂ ਕੱਢਿਆ ਜਾਊਗਾ ਮਹੱਲਾ ਇੱਥੇ, ਤੇ ਇੱਥੇ ਸਾਰੇ ਪ੍ਰੋਗਰਾਮ ਹੋਣਗੇ।
ਤੇ ਕਿਸਾਨਾਂ ਨੇ ਸਾਫ਼ ਕਿਹਾ ਕਿ 3 ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਅਸੀਂ ਕਰਵਾਉਣੇ ਨੇ। ਉਹਨਾਂ ਨੇ ਮੁੜ ਤੋਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਤਾਨਾਸ਼ਾਹ ਹਾਕਮ ਦੇ ਤੌਰ ਤੇ ਉੱਭਰ ਰਹੇ ਨੇ ਤੇ ਕਾਰਪੋਰੇਟ ਘਰਾਣਿਆਂ ਕੋਲੇ ਮੁਲਕ ਜਿਹੜਾ ਉਹ ਗਹਿਣੇ ਰੱਖ ਰਹੇ ਨੇ। ਤੇ ਕਿਸਾਨਾਂ ਨੇ ਅੱਜ ਮੁੜ ਤੋਂ ਇਹੀ ਸੰਕਲਪ ਲਿਆਗਾ ਹੋਲੀ ਤੇ ਹੋਲੇ ਮਹੱਲੇ ਦੇ ਮੌਕੇ ਤੇ ਕਿ 3 ਖੇਤੀ ਕਾਨੂੰਨ ਜਿਹੜੇ ਰੱਦ ਕਰਾ ਕੇ ਫੇਰ ਹੀ ਪ੍ਰਦਰਸ਼ਨ ਜਿਹੜੇ ਉਹ ਖਤਮ ਕੀਤੇ ਜਾਣਗੇ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਪਹਿਲੀ ਕਾਲ ਲੈਨੇ ਆ ਜੀ ਤੇ ਫਿਰ ਅਗਲੀਆਂ ਖਬਰਾਂ ਤੇ ਚੱਲਾਂਗੇ। ਹਾਂਜੀ 0849 ਸਵਾਗਤ ਹੈ ਜੀ। ਹਾਂਜੀ ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਹ ਜਿਹੜੇ ਬੀਜੇਪੀ ਦੇ ਐਮਐਲਏ ਦੀ ਕੁੱਟਮਾਰ ਹੋਈ ਆ, ਵੈਸੇ ਦੇਖਣ ਤੋਂ ਇਦਾਂ ਲੱਗਦਾ ਵੀ ਜਿੱਦਾਂ ਕੁਝ ਨਾ ਪੱਕਿਆ ਪਕਾਇਆ ਹੁੰਦਾ ਕੁਝ ਪਹਿਲਾਂ ਇਹਨਾਂ ਦਾ ਜੀ। ਦੇਖੋ ਜਦੋਂ ਅਸੀਂ ਆਏ ਆ ਭਾਰਤ ਤੋਂ ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਆ, ਉਦੋਂ ਹੀ ਐਮਐਲਏ ਦੀ ਇੱਕ ਦੀ ਸੁਰੱਖਿਆ ਬਹੁਤ ਹੁੰਦੀ ਸੀਗੀ। ਪਰ ਇਹਦੇ ਨਾਲ ਇਹ ਬਿਨਾਂ ਸੁਰੱਖਿਆ ਤੋਂ ਕਿੱਦਾਂ 5-7 ਬੰਦੇ ਲੈ ਕੇ ਕਿੱਦਾਂ ਜਾ ਸਕਦਾ ਆ, ਹਨਾ। ਇਹ ਜੋ ਹੋਇਆ ਵੈਸੇ ਮਾੜਾ ਆ, ਹੋਣਾ ਨਹੀਂ ਚਾਹੀਦਾ ਏਦਾਂ। ਇਹਦੇ ਨਾਲ ਹੀ ਇੱਕ ਹੋਰ ਜੁੜਦੀ ਹੈ ਕੜੀ। ਅੱਜ ਇੱਕ ਵੀਡੀਓ ਦੇਖਣ ਨੂੰ ਮਿਲੀ, ਅਜੇ ਦੇਵਗਨ ਦੀ ਵੀ ਕਹਿੰਦੇ ਛਿੱਤਰ ਪਰੇਡ ਹੋਈ ਆ ਜੀ, ਹਨਾ। ਉਹ ਵੀ ਕਿਸਾਨੀ ਬਿੱਲਾਂ ਨੂੰ ਲੈ ਕੇ, ਹਨਾ। ਉਹ ਕਿਸਾਨੀ ਬਿੱਲਾਂ ਦੇ ਵਿਰੋਧ ਚ ਕਿਸਾਨਾਂ ਨੂੰ ਨਕਲੀ ਕਿਸਾਨ ਦੱਸਦਾ ਕਿ ਕੁਝ ਟਵੀਟ ਕਰਕੇ ਕਰਦਾ ਸੀਗਾ। ਵੈਸੇ ਮਾੜੀ ਗੱਲ ਆ, ਇਹ ਉਕਸਾਉਂਦੇ ਆ ਲੋਕਾਂ ਨੂੰ। ਜੇ ਮਤਲਬ ਸਹੀ ਲੋਕਾਂ ਨੇ ਏਦਾਂ ਇਹਨਾਂ ਤੇ ਇਹ ਕਾਰਵਾਈ ਕੀਤੀ ਹੈ, ਮਾੜੀ ਗੱਲ ਹੈ ਨਾ। ਜੇ ਉਹਨੇ ਆਪਣੇ ਆਪ ਨੂੰ ਹੀ ਜਿੱਦਾਂ ਜਾਂ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਇਦਾਂ ਦਾ ਕੁਝ ਕੀਤਾ, ਉਹ ਵੀ ਮਾੜੀ ਗੱਲ ਹੈ ਜੀ। ਇੱਕ ਹੋਰ ਹੈ ਜੀ, ਮੋਦੀ ਸਾਹਿਬ ਜਿੱਦਾਂ ਬੰਗਲਾਦੇਸ਼ ਗਏ ਹੋ ਸੀਗੇ ਨਾ ਪਿਛਲੇ ਵੀਕਐਂਡ ਦੇ। ਪਹਿਲਾਂ ਤਾਂ ਉੱਥੇ ਵਿਰੋਧ ਦੇ ਵਿੱਚ ਉੱਥੇ ਕਈ ਲੋਕਾਂ ਦੀਆਂ ਜਿੱਥੇ ਉੱਥੇ ਝੜਪਾਂ ਹੋਈਆਂ ਤਾਂ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ। ਇੱਕ ਤਾਂ ਇਹਦੇ ਬਾਰੇ ਜ਼ਰੂਰ ਦੱਸਿਓ ਨਾ। ਤੇ ਇਹ ਦੂਜੇ ਕੰਟਰੀ 'ਚ ਜਾ ਕੇ ਵੀ ਇਹ ਮਤਲਬ ਲੋਕਾਂ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦਿੰਦਾ ਹੈ ਨਾ। ਇੱਕ ਉਹਦੇ ਨਾਲ ਹੀ ਹੋਰ ਉਹਨੂੰ ਇੱਕ ਉੱਥੇ ਨਾ ਬਿਆਨ ਦਿੱਤਾ, ਕਹਿੰਦਾ ਜੀ ਮੈਂ ਜਦੋਂ 20-22 ਸਾਲ ਦਾ ਸੀਗਾ, ਮੈਂ ਸੱਤਿਆਗ੍ਰਹਿ ਕੀਤਾ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਨੂੰ। ਅੱਜ ਤੱਕ ਤਾਂ ਅਰਸ਼ਵੀਰ ਜੀ ਪੜ੍ਹਦੇ ਹੀ ਆਏ ਆ, ਮਹਾਤਮਾ ਗਾਂਧੀ ਜੀ ਨੇ ਸੱਤਿਆਗ੍ਰਹਿ ਕੀਤਾ ਸੀਗਾ। ਇੱਕ ਤਾਂ ਇਹ ਕਿਹੜਾ ਸੱਤਿਆਗ੍ਰਹਿ ਸੀਗਾ ਕਿ ਕੀ ਇਹਨੇ ਭਾਰਤ ਵਿੱਚ ਰਹਿ ਕੇ ਕੀਤਾ? ਜੇ ਭਾਰਤ ਵਿੱਚ ਰਹਿ ਕੇ ਬੰਗਲਾਦੇਸ਼ ਦੇ ਅੰਗਰੇਜ਼ ਕੀਤਾ ਸੀਗਾ ਤਾਂ ਭਾਰਤ ਦਾ ਉਹਦੇ ਹੱਕ ਦੇ ਵਿੱਚ ਸੀ ਉਹਨੂੰ ਆਜ਼ਾਦ ਕਰਾਉਣ ਲਈ। ਇਹ ਫਿਰ ਇਹਨੂੰ ਕਿਹੜੇ ਕੇਸਾਂ ਦੇ ਵਿੱਚ ਉਦੋਂ ਸਜ਼ਾ ਹੋਈ ਹੈ ਨਾ ਜੀ। ਮੈਂ ਉਹਦੀ ਸੁਣਨਾ। ਧੰਨਵਾਦ ਜੀ, ਧੰਨਵਾਦ ਜੀ। ਹਰਸ਼ਦੀਪ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਐਮਐਲਏ ਦੀ ਸਿਕਿਉਰਿਟੀ ਦੀ, ਤਾਂ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਐਮਐਲਏ ਹੁੰਦੇ ਉਹਨਾਂ ਨੂੰ ਇੰਨੀ ਸਿਕਿਉਰਿਟੀ ਜਿਹੜੀ ਉਹ ਨਹੀਂ ਮਿਲਦੀ। ਉਹਨਾਂ ਨੂੰ ਘੱਟ 2-3 ਗਨਮੈਨ ਹੀ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਇਸ ਕਰਕੇ ਸਿਕਿਉਰਿਟੀ ਫੇਲੀਅਰ ਤਾਂ ਹੈ ਕਿ ਜਦੋਂ ਭਾਜਪਾ ਦੇ ਨਾਲ ਵਿਰੋਧ ਹੋ ਰਿਹਾ ਤੇ ਕਿਸਾਨ ਵਿਰੋਧ ਕਰਨ ਆਉਣਗੇ। ਨੰਬਰ 2 ਤੇ ਇਹ ਵੀ ਸ਼ੰਕਾ ਜੀ ਕਿ ਸ਼ਰਾਰਤੀ ਅਨਸਰ ਸ਼ਾਇਦ ਕਿਸਾਨਾਂ ਦੇ ਵਿੱਚ ਜਿਹੜੇ ਨੇ ਉਹ ਵੜ ਗਏ ਹੋਣਗੇ। ਉਹ ਮੌਕੇ ਦਾ ਫਾਇਦਾ ਵੀ ਉਹਨਾਂ ਨੇ ਉਠਾਇਆ ਹੋਣਾਗਾ। ਤਾਂ ਉਸ ਕਰਕੇ ਨੰਬਰ 2 ਤੇ ਅਜੇ ਦੇਵਗਨ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ, ਉਹ ਅਜੇ ਦੇਵਗਨ ਦੇ ਨਾਮ ਤੇ ਵਾਇਰਲ ਕੀਤੀ ਜਾ ਰਹੀ ਹੈ, ਪਰ ਉਹਦੀ ਅਧਿਕਾਰਤ ਪੁਸ਼ਟੀ ਨਹੀਂ ਹੈ। ਤੇ ਜਿਹੜੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ, ਜਿੰਨੀ ਕੁ ਜਾਣਕਾਰੀ ਹਾਸਲ ਹੋਈ ਹੈ ਕਿ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਕੋਲੇ ਜਿਹੜੀ ਪਾਰਕਿੰਗ ਹੈ, ਉੱਥੇ ਪਾਰਕਿੰਗ ਨੂੰ ਲੈ ਕੇ ਉਹ ਝਗੜਾ ਜਿਹੜਾ ਉਹ ਹੋਇਆਗਾ ਕਿ ਜਿਹੜਾ ਵਾਈਟ ਸ਼ਰਟ ਦੇ ਵਿੱਚ ਵਿਅਕਤੀ ਹੈ ਜਿਹਨੂੰ ਅਜੇ ਦੇਵਗਨ ਦੱਸਿਆ ਜਾ ਰਿਹਾ, ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਤੇ ਉਹ ਪਾਰਕਿੰਗ ਨੂੰ ਲੈ ਕੇ ਜਿਹੜੀ ਹੈ ਉਹ ਪਾਰਕਿੰਗ ਦੇ ਵਿੱਚ ਉਹ ਹਿੰਸਕ ਘਟਨਾ ਵਾਪਰੀ ਹੈ ਜੀ। ਕੁੱਟਮਾਰ ਜਿਹੜੀ ਹੋਈ ਹੈ, ਪੁਲਿਸ ਨੇ 2 ਦੋਸ਼ੀ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤੇ ਨੇ ਤੇ ਉਹ ਅਜੇ ਦੇਵਗਨ ਨਹੀਂ ਹੈ। ਇਹਦੀ ਪੁਸ਼ਟੀ ਜਿਹੜੀ ਉਹ ਨਹੀਂ ਹੋਈ। ਉਹ ਅਜੇ ਦੇਵਗਨ ਵਰਗਾ ਦਿਖਣ ਵਾਲਾ ਵਿਅਕਤੀ ਹੈਗਾ, 2 ਵੀਡੀਓ ਬਣੀ ਹੈ ਜੀ, ਇਸ ਕਰਕੇ ਹੈ। ਪਰ ਉਹ ਪਾਰਕਿੰਗ ਦੇ ਵਿੱਚ ਜਿਹੜੀ ਉਹ ਘਟਨਾ ਵਾਪਰੀ ਹੈ, 2 ਧੜਿਆਂ ਦੀ ਲੜਾਈ ਜਿਹੜੀ ਉਹ ਪਾਰਕਿੰਗ ਦੇ ਵਿੱਚ ਹੋਈ ਹੈ। ਕਿਸਾਨਾਂ ਦਾ ਉਹਦੇ ਨਾਲ ਕੰਸਰਨ ਨਹੀਂ ਸੀਗਾ। ਬਾਅਦ ਦੇ ਵਿੱਚ ਬੇਸ਼ੱਕ ਉਹ ਵਾਇਰਲ ਹੋ ਰਹੀ ਹੈ ਕਿ ਅਜੇ ਦੇਵਗਨ ਨੂੰ ਜਿਹੜਾ ਹੈ ਕਿਸਾਨਾਂ ਵੱਲੋਂ ਕੁੱਟਿਆ ਗਿਆ। ਇਸ ਕਰਕੇ ਕਿਸਾਨਾਂ ਨੇ ਉੱਥੇ ਹਿੰਸਾ ਜਿਹੜੀ ਉਹ ਬਿਲਕੁਲ ਵੀ ਨਹੀਂ ਕੀਤੀ। ਜਿਹੜੇ ਉੱਥੇ ਮੌਜੂਦ ਲੋਕ ਸੀ ਜਾਂ ਜਿਹੜੇ ਜਾਣਕਾਰ ਨੇ ਟਵੀਟ ਤੇ ਜਿੰਨੀ ਜਾਣਕਾਰੀ ਹਾਸਲ ਹੋਈ ਹੈ ਕਿ ਉਹ 2 ਧੜਿਆਂ 'ਚ ਲੜਾਈ ਹੋਈ ਹੈ ਤੇ ਉਹ ਵਾਈਟ ਸ਼ਰਟ ਵਾਲੇ ਵਿਅਕਤੀ ਨੇ ਜਿਹੜੀ ਸੀ ਉਹ ਨਸ਼ਾ ਕੀਤਾ ਹੋਇਆ ਸੀਗਾ, ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ। ਤੇ ਪ੍ਰਧਾਨ ਮੰਤਰੀ ਦੀ ਬੰਗਲਾਦੇਸ਼ ਜਿਹੜਾ ਦੌਰਾ ਗਾ, ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਮੈਂ ਬੰਗਲਾਦੇਸ਼ ਦੀ ਆਜ਼ਾਦੀ ਦੇ ਲਈ ਜੇਲ੍ਹ ਦੀ ਜਿਹੜੀ ਉਹ ਕੱਟੀ ਹੈਗੀ ਤੇ ਉੱਥੇ ਹਿੰਸਕ ਝੜਪਾਂ ਜਿਹੜੀਆਂ ਲੋਕਾਂ ਦੇ ਵਿੱਚ ਹੋਈਆਂ ਨੇ। ਤੇ ਇਸ ਕਰਕੇ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਤਾਂ ਜਿਹੜਾ ਕੀਤਾ ਗਾ ਕਿ ਮੈਂ ਬੰਗਲਾਦੇਸ਼ ਦੇ ਅੰਦੋਲਨ ਲਈ ਜੇਲ੍ਹ ਕੱਟੀ ਹੈਗੀ ਤੇ ਉਹਦੇ ਬਾਅਦ ਟੋਲ ਵੀ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਹੋ ਰਹੇ ਨੇ। ਪਰ ਜੇ ਪ੍ਰਧਾਨ ਮੰਤਰੀ ਨੇ ਜੇਲ੍ਹ ਕੱਟੀ ਆਪਾਂ ਮੰਨ ਲੈਂਦੇ ਤੇ ਇਹਦਾ ਮਤਲਬ ਪ੍ਰਧਾਨ ਮੰਤਰੀ ਵੀ ਅੰਦੋਲਨ ਜੀਵੀ ਹੋ ਗਏ। ਤਾਂ ਫਿਰ ਜੇ ਅੱਜ ਕਿਸਾਨ ਧਰਨੇ ਤੇ ਬੈਠੇ ਆ ਤਾਂ ਉਹ ਅੰਦੋਲਨ ਜੀਵੀ ਪਰਜੀਵੀ ਕਿਸ ਤਰ੍ਹਾਂ ਹੋ ਗਏ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ? ਇਹਦਾ ਮਤਲਬ ਪ੍ਰਧਾਨ ਮੰਤਰੀ ਫਿਰ ਮੰਨਣ ਕਿ ਮੈਂ ਵੀ ਅੰਦੋਲਨ ਜੀਵੀ ਹਾਂ। ਤੇ ਇਸ ਕਰਕੇ ਉਹ ਜਿਹੜੇ ਕਟਾਕਸ ਕੱਸਦੇ ਨੇ ਤੇ
ਵੈਸਟ ਬੰਗਾਲ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਉਹਨੇ ਬਿਆਨਬਾਜ਼ੀ ਕੀਤੀ ਹੈ, ਪ੍ਰਧਾਨ ਮੰਤਰੀ ਵੱਲੋਂ ਜੋ ਬਿਆਨਬਾਜ਼ੀ ਕੀਤੀ ਗਈ ਹੈ, ਉਹਦੇ ਬਾਅਦ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੋਲ ਵੀ ਜਿਹੜਾ ਹੋ ਰਹੇ ਨੇ, ਉਹ ਸਭ ਨੇ ਦੇਖਿਆ ਹੋਣਾ। ਹਾਂ ਬਿਲਕੁਲ ਜੀ, ਆਪਾਂ ਚੱਲਦੇ ਹਾਂ ਅਗਲੀ ਕਾਲ ਤੇ। ਹਾਂਜੀ 0190 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਚੰਗੀ ਸਾਹਿਬ, ਸਤਿ ਸ਼੍ਰੀ ਅਕਾਲ ਹਰਸ਼ਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਹੋਲੀ ਤੇ ਹੋਲੇ ਮਹੱਲੇ ਦੀਆਂ ਮੁਬਾਰਕਾਂ ਜੀ ਜੀ, ਬਹੁਤ ਬਹੁਤ ਤੁਹਾਨੂੰ। ਸਵਾਲ ਮੇਰਾ ਇਹ ਪੁੱਛਣਾ ਵੀ ਜਿਹੜਾ ਹੁਣ ਜੋਗਰਾਜ ਸਿੰਘ ਦੀ ਆਉਂਦੀਆਂ ਤਰ੍ਹਾਂ ਦੀਆਂ ਸਟੇਟਮੈਂਟ ਆ, ਇਹ ਕਹਿ ਰਹੇ ਨੇ ਕਿਸਾਨਾਂ ਨੂੰ ਪੋਲੀਟੀਕਲ ਪਾਰਟੀ ਬਣਾਉਣ ਤੇ ਜਾਂ ਕਿਸੇ ਹੋਰ ਲੀਡਰ ਨੂੰ ਲਿਆਓ, ਇਸ ਤੌਰ ਉੱਤੇ ਪੱਕੀ ਕੋਈ ਪਾਰਟੀ ਬਣਾਓ, ਇਸ ਦੇ ਬਾਰੇ ਕੀ ਹੈ? ਇਹਦੀਆਂ ਆਉਂਦੀਆਂ ਤਾਂ ਬਾਰ-ਬਾਰ ਸਟੇਟਮੈਂਟ ਆ ਬਹੁਤ ਜ਼ਿਆਦਾ, ਕੁਝ ਲੋਕ ਇਹਦੇ ਪੱਖ 'ਚ ਹੈ, ਕੁਝ ਨਹੀਂ ਹੈ, ਤੇ ਇਹ ਸਟੇਟਮੈਂਟ ਕੋਈ ਇਹ ਆਪ ਹੀ ਖੁਦ ਦੀ ਪੋਲੀਟੀਕਲ ਪਾਰਟੀ ਬਣਾਉਣ ਦੇ ਵਿੱਚ ਇੰਟਰਸਟਡ ਹੋਇਆ ਪਿਆ ਜਾਂ ਕਿਸੇ ਹੋਰ ਦੇ ਨਾਲ, ਜਿਸ ਕਰਕੇ ਬਾਰ-ਬਾਰ ਇਹ ਗੱਲ ਇਹ ਕਰ ਰਿਹਾ ਵੀ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕੋਈ ਪੋਲੀਟੀਕਲ ਪਾਰਟੀ ਬਣਾਈਏ, ਜਦਕਿ ਕਿਸਾਨਾਂ ਨੇ ਤਾਂ ਪਹਿਲੇ ਕਈ ਵਾਰੀ ਕਹਿ ਚੁੱਕਾ, ਕਿਸਾਨਾਂ ਦੀ ਜਥੇਬੰਦੀਆਂ ਨੇ, ਅਸੀਂ ਕੋਈ ਪੋਲੀਟੀਕਲ ਪਾਰਟੀ ਦੇ ਵਿੱਚ ਇੰਟਰਸਟ ਨਹੀਂ ਹੈ, ਤੇ ਇਹਨੇ ਹੁਣ ਵੀ ਦਿੱਤੀ ਹੈ ਸਟੇਟਮੈਂਟ, ਤੇ ਇਸ ਬਾਰੇ ਕੁਝ ਦੱਸਣਾ ਜੀ, ਇਹ ਕੋਈ ਹੈ ਅਪਡੇਟ? ਜੀ ਥੈਂਕ ਯੂ। ਧੰਨਵਾਦ ਧੰਨਵਾਦ ਜੀ ਹਰਸ਼ਦੀਪ। ਦੇਖੋ ਜੀ, ਯੋਗਰਾਜ ਸਿੰਘ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਯੋਗਰਾਜ ਸਿੰਘ ਹਮੇਸ਼ਾ ਹੀ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਵੀ ਰਹਿੰਦੇ ਨੇ, ਤੇ ਉਹਨਾਂ ਦੇ ਬਿਆਨ ਕਈ ਕਿਸਮ ਦੇ ਆਉਂਦੇ ਨੇ। ਯੋਗਰਾਜ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਨਿੱਜੀ ਤੌਰ ਤੇ ਮਿਲੇ, ਉਹਨਾਂ ਨੂੰ ਵੀ ਉਹਨਾਂ ਨੇ ਅਪਰੋਚ ਕੀਤੀ ਕਿ ਤੂੰ ਸਿਆਸੀ ਫਰੰਟ ਤੇ ਆ ਕੇ ਖੇਡ, ਪੰਜਾਬ ਦੇ ਫਰੰਟ ਤੇ ਆ ਕੇ ਖੇਡ, ਤੂੰ ਸੈਂਟਰਲਾਈਜ਼ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਕੇਂਦਰੀ ਪਾਰਟੀਆਂ ਜਿਹੜੀਆਂ ਨੇ, ਉਹਨਾਂ ਤੇ ਨਿਰਭਰ ਨਾ ਰਹਿ, ਪੰਜਾਬ ਦੇ ਵਿੱਚ ਤੇਰਾ ਸਿੱਕਾ ਜਿਹੜਾ ਚੱਲਦਾ ਹੈਗਾ, ਪੰਜਾਬੀ ਤੈਨੂੰ ਪਿਆਰ ਕਰਦੇ ਨੇ, ਪਰ ਜ਼ਰੂਰਤ ਹੈ ਤੂੰ ਪੰਜਾਬ ਪੱਖੀ ਖੇਤਰੀ ਫਰੰਟ ਤੇ ਆ ਕੇ ਜਿਹੜੀ ਸਿਆਸੀ ਬੱਲੇਬਾਜ਼ੀ ਕਰ। ਤਾਂ ਇਸੇ ਤਰ੍ਹਾਂ ਮਹਾਪੰਚਾਇਤਾਂ ਦੇ ਵਿੱਚ ਯੋਗਰਾਜ ਸਿੰਘ ਵੱਲੋਂ ਆਪਣੀਆਂ ਤਕਰੀਰਾਂ ਦੇ ਵਿੱਚ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਸਿਆਸੀ ਪਾਰਟੀ ਜਿਹੜੀ ਉਹ ਬਣਾਉਣੀ ਚਾਹੀਦੀ ਹੈ, ਕਿਸਾਨ ਲੀਡਰ ਵੀ ਚੋਣ ਮੈਦਾਨ ਦੇ ਵਿੱਚ ਉਤਰਨ, ਨਾਲੋਂ ਨਾਲ ਜਿਹੜੇ ਕਿਸਾਨੀ ਸੰਘਰਸ਼ ਲੜ ਰਹੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰਨ। ਤਾਂ ਉਹਦੇ ਬਾਅਦ ਕਿਸਾਨ ਲੀਡਰਾਂ ਨੇ ਇਹੀ ਕਿਹਾ ਕਿ ਜਿਹੜੀ ਨਿੱਜੀ ਰਾਏ ਤੁਹਾਡੀ ਕੋਈ ਇਹੋ ਜਿਹੀ ਹੁੰਦੀ ਹੈ ਕਿ ਉਹ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਜਾਂ ਕਮੇਟੀਆਂ ਦੇ ਨਾਲ ਜਾ ਕੇ ਕਰ ਸਕਦੇ ਹੋ। ਜਨਤਕ ਸਟੇਜਾਂ ਤੋਂ ਜਦੋਂ ਅਸੀਂ ਐਸੀ ਬਿਆਨਬਾਜ਼ੀ ਕਰਦੇ ਹਾਂ ਤੇ ਕਿਸਾਨਾਂ ਤੇ ਠੱਪਾ ਜਿਹੜਾ ਲੱਗਦਾ ਕਿ ਉਹ ਸਿਆਸਤ ਕਰ ਰਹੇ ਨੇ, ਉਹ ਕਿਸਾਨੀ ਅੰਦੋਲਨ ਜਿਹੜਾ ਉਹ ਨਹੀਂ ਲੜ ਰਹੇ, ਕਿਉਂਕਿ ਕਿਸਾਨਾਂ ਨੇ ਸਾਫ਼ ਕਿਹਾ ਕਿ ਅਸੀਂ ਸਿਆਸੀ ਪਾਰਟੀ ਨਹੀਂ ਬਣਾਉਣੀ, ਕਿਉਂਕਿ ਫਿਲਹਾਲ 3 ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ। 3 ਖੇਤੀ ਕਾਨੂੰਨ ਰੱਦ ਨਹੀਂ ਹੋਏ, ਸਰਕਾਰ ਨਾਲ ਗੱਲਬਾਤ ਬੰਦ ਹੈ, ਸਰਕਾਰ ਗੱਲਬਾਤ ਕਰਨ ਲਈ ਤਿਆਰ ਨਹੀਂ, ਕਿਸਾਨਾਂ ਵੱਲੋਂ ਪ੍ਰੋਗਰਾਮ ਦਿੱਤੇ ਜਾ ਰਹੇ ਨੇ, ਉਹਨਾਂ ਸੂਬਿਆਂ ਦੇ ਵਿੱਚ ਵੀ ਪ੍ਰਚਾਰ ਕੀਤਾ ਜਾ ਰਿਹਾ ਜਿੱਥੇ ਚੋਣਾਂ ਹੋ ਰਹੀਆਂ ਨੇ ਕਿ ਭਾਜਪਾ ਨੂੰ ਵੋਟ ਨਾ ਦਿਓ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜੇ ਉਹ ਸਿਆਸੀ ਪਾਰਟੀ ਬਣਾਉਣ ਨੂੰ ਹਾਮੀ ਭਰਨਗੇ ਤਾਂ ਉਹਨਾਂ ਤੇ ਸਿੱਧਾ ਠੱਪਾ ਜਿਹੜਾ ਉਹ ਲੱਗ ਜਾਣਾ ਕਿ ਕਿਸਾਨ ਜਿਹੜੇ ਨੇ ਉਹ ਸਿਆਸਤ ਕਰ ਰਹੇ ਨੇ, ਆਪਣੀ ਸਿਆਸੀ ਸ਼ਾਖ ਚਮਕਾਉਣ ਦੇ ਲਈ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਕਿਸਾਨ ਅੰਦੋਲਨ ਖੜਾ ਕਰ ਰਹੇ ਨੇ। ਤੇ ਇਸ ਕਰਕੇ ਯੋਗਰਾਜ ਦੇ ਬਿਆਨ ਤੇ ਕਿਸਾਨ ਲੀਡਰਾਂ ਨੇ ਉਹਦੀ ਰਿਐਕਟ ਕਰਤਾ ਸੀ ਕਿ ਐਸੀ ਬਿਆਨਬਾਜ਼ੀ ਸਮੇਂ ਤੋਂ ਪਹਿਲਾਂ ਜਿਹੜੀ ਇਹ ਕਰਨੀ ਹੈ ਮੰਦਭਾਗੀ ਹੈ, ਇਹਦੇ ਨਾਲ ਅੰਦੋਲਨ ਕਿਸੇ ਹੋਰ ਪਾਸੇ ਨੂੰ ਜਾ ਸਕਦਾ ਗਾ। ਇਹ ਤੈਅ ਹੈ ਕਿ ਜਦੋਂ ਵੱਡਾ ਕਿਸਾਨ ਅੰਦੋਲਨ ਇਸ ਤਰ੍ਹਾਂ ਦਾ ਹੋ ਰਿਹਾ ਤਾਂ ਉਹਦੇ ਚੋਂ 2-4 ਲੀਡਰ ਜਿਹੜੇ ਉਹ ਜ਼ਰੂਰ ਨਿਕਲਣਗੇ, ਪਾਰਟੀ ਬਣਾਉਣ ਵੱਲ ਵੀ ਜਾਣਗੇ, ਚੋਣ ਵੀ ਕਿਸੇ ਪਾਰਟੀ ਵੱਲੋਂ ਲੜ ਸਕਦੇ ਨੇ, ਤਾਂ ਸਿਆਸੀ ਫਰੰਟ ਤੇ ਉਹ ਦਿਖਾਈ ਦੇਣਗੇ। ਪਰ ਇਸ ਸਮੇਂ ਕਿਸਾਨੀ ਅੰਦੋਲਨ ਜਦੋਂ ਚੱਲ ਰਿਹਾ ਉਸ ਸਮੇਂ ਬਿਆਨਬਾਜ਼ੀ ਮੰਦਭਾਗੀ ਹੈ, ਤਾਂ ਇਸ ਕਰਕੇ ਯੋਗਰਾਜ ਸਾਹਿਬ ਦਾ ਸ਼ਾਇਦ ਕੋਈ ਸਿਆਸੀ ਇੰਟਰਸਟ ਵੀ ਹੋ ਸਕਦਾ, ਕਿਉਂਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਕਿ ਤੂੰ ਕਾਂਗਰਸ ਤੋਂ ਬਾਹਰ ਆ ਕੇ ਖੁੱਲ੍ਹ ਕੇ ਖੇਤਰੀ ਫਰੰਟ ਤੇ ਆ, ਅਸੀਂ ਤੇਰੇ ਨਾਲ ਆ। ਹਾਂ ਬਿਲਕੁਲ ਜੀ, ਜੇ ਤੁਸੀਂ ਨਵਜੋਤ ਸਿੱਧੂ ਦੀ ਗੱਲ ਕੀਤੀ ਹੈ ਜੀ, ਝੰਡੇ ਅਮਲੀ ਉਰਫ ਭਗਵੰਤ ਮਾਨ ਤੇ ਕਹਿੰਦੇ ਨਵਜੋਤ ਸਿੱਧੂ ਦੀ ਮੀਟਿੰਗ ਦੇ ਚਰਚੇ ਕਹਿੰਦੇ ਧੂਆਂ ਉੱਠਣ ਦੇ ਮਨੀਸ਼ ਸਿਸੋਦੀਆ ਨੇ ਕਿਹਾ ਜੀ। ਦੇਖੋ ਜੀ, ਇਹ ਚਰਚਾ ਹੁਣ ਚੱਲੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜੈਸੀ ਬਿਆਨਬਾਜ਼ੀ ਆ ਰਹੀ ਹੈ, ਕਾਂਗਰਸ ਨੂੰ ਬਾਗੀ ਤੇਵਰ ਉਹ ਦਿਖਾ ਰਹੇ ਨੇ। ਬੇਸ਼ੱਕ ਉਹਨਾਂ ਨੇ ਹਾਲੇ ਤੱਕ ਪਾਰਟੀ ਛੱਡਣ ਦਾ ਇਸ਼ਾਰਾ ਜਿਹੜਾ ਨਹੀਂ ਕੀਤਾ, ਪਰ ਇਸ ਦੌਰਾਨ ਹੀ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਇੱਕ ਮੀਟਿੰਗ ਹੋਈ ਹੈਗੀ ਸਿਆਸੀ ਰਣਨੀਤੀ ਨੂੰ ਲੈ ਕੇ, ਭਵਿੱਖ ਦੀ ਨੂੰ ਲੈ ਕੇ। ਤੇ ਉਸੇ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕਹਿ ਰਹੇ ਨੇ ਕਿ ਧਮਾਕਾ ਅਸੀਂ ਵੱਡਾ ਕਰਾਂਗੇ, ਐਸਾ ਮੁੱਖ ਮੰਤਰੀ ਦਾ ਚਿਹਰਾ ਦੇਵਾਂਗੇ ਪੰਜਾਬ ਦੇ ਵਿੱਚੋਂ ਜਿਹੜਾ ਸਾਰੇ ਪੰਜਾਬੀਆਂ ਨੂੰ ਪ੍ਰਮਾਣਿਤ ਹੋਵੇਗਾ। ਯਾਨੀ ਕਿ ਗੱਲਬਾਤ ਜਿਹੜੀ ਹੈ ਹੋਈ ਹੈਗੀ। ਬੇਸ਼ੱਕ ਆਮ ਆਦਮੀ ਪਾਰਟੀ ਡਿਨਾਈ ਕਰੇ ਇਸ ਨੂੰ ਕਿ ਸਾਡੀ ਮੀਟਿੰਗ ਕੋਈ ਨਹੀਂ ਹੋਈ, ਪਰ ਜੇ ਚਰਚਾ ਚੱਲ ਰਹੀ ਹੈ ਤਾਂ ਮੀਟਿੰਗ ਹੋਈ ਹੈ। ਤੇ ਇਸੇ ਤਰ੍ਹਾਂ ਹੀ ਮਨੀਸ਼ ਸਿਸੋਦੀਆ ਦੇ ਅੱਗੇ ਜਦੋਂ ਇਹ ਸਵਾਲ ਆਇਆ ਤਾਂ ਉਹਨਾਂ ਨੇ ਡਿਨਾਈ ਨਹੀਂ ਕੀਤਾ ਕਿ ਸਾਡੀ ਕੋਈ ਮੀਟਿੰਗ ਜਿਹੜੀ ਉਹ ਨਹੀਂ ਹੋਈ ਜਾਂ ਨਵਜੋਤ ਸਿੰਘ ਸਿੱਧੂ ਨੂੰ ਲੈਣ ਵਾਸਤੇ ਅਸੀਂ ਇੰਟਰਸਟਡ ਨਹੀਂ ਹੈਗੇ ਜਾਂ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ। ਉਹਨਾਂ ਨੇ ਇਹੀ ਕਿਹਾ ਕਿ ਧੂਆਂ ਉੱਠਣ ਦਿਓ ਹਲੇ ਹੋਰ, ਜਦੋਂ ਧੂਆਂ ਉੱਠੂਗਾ ਫਿਰ ਤੁਹਾਨੂੰ ਦੱਸਾਂਗੇ ਸਾਡਾ ਮੁੱਖ ਮੰਤਰੀ ਕੈਂਡੀਡੇਟ ਕੌਣ ਹੋਊਗਾ। ਯਾਨੀ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ, ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਜਿਹੜੀ ਹੈ ਅਰਵਿੰਦ ਕੇਜਰੀਵਾਲ ਤੇ ਉਸ ਸਮੇਂ ਦੇ ਜਿਹੜੇ ਜਰਨੈਲ ਥਾਪੇ ਹੋਏ ਸੀ ਇੱਥੇ ਇਹਨਾਂ ਨੇ ਆਪਣੇ, ਉਹਨਾਂ ਦੇ ਨਾਲ ਵੀ ਮੀਟਿੰਗ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਹੋਈ ਸੀ। ਉਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਸੀ ਕਿ ਮੈਨੂੰ ਇਹ ਆਫਰ ਦਿੱਤੀ ਗਈ ਹੈ ਕਿ ਤੇਰੀ ਘਰ ਵਾਲੀ ਨੂੰ ਉਪ ਮੁੱਖ ਮੰਤਰੀ ਬਣਾ ਦਿੰਦੇ ਆ ਤੇ ਤੂੰ ਜਿਹੜਾ ਹੈਗਾ ਭਾਰਤ ਦੇ ਵਿੱਚ ਪਾਰਟੀ ਨੂੰ ਸੰਭਾਲ।
ਤੇ ਇਸ ਕਰਕੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੈਂ ਜਿਹੜਾ ਹੈਗਾ ਚੋਣ ਲੜਨ 'ਚ ਇੰਟਰਸਟਡ ਆ, ਮੈਨੂੰ ਮੁੱਖ ਮੰਤਰੀ ਕੈਂਡੀਡੇਟ ਜਿਹੜਾ ਐਲਾਨਿਆ ਜਾਵੇ। ਤਾਂ ਉਸ ਸਮੇਂ ਇਹ ਚਰਚਾਵਾਂ ਚੱਲੀਆਂ ਸੀ ਕਿ ਭਗਵੰਤ ਮਾਨ ਕਰਕੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਨਹੀਂ ਆ ਸਕੇ, ਮਨਪ੍ਰੀਤ ਬਾਦਲ ਇੰਟਰਸਟਡ ਸੀ, ਉਹ ਵੀ ਨਹੀਂ ਆ ਸਕੇ। ਤੇ ਇਸ ਕਰਕੇ ਹੁਣ ਦੁਬਾਰਾ ਤੋਂ ਜੇ ਭਗਵੰਤ ਮਾਨ ਨੇ ਪਹੁੰਚ ਕੀਤੀ ਹੈ, ਨਵਜੋਤ ਸਿੰਘ ਸਿੱਧੂ ਤੱਕ ਮੀਟਿੰਗ ਹੋਈ ਹੈ, ਤੇ ਸੈਂਟਰਲ ਲੀਡਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਡਿਨਾਈ ਨਹੀਂ ਕਰ ਰਹੀ ਸਿੱਧੇ ਤੌਰ ਤੇ। ਉਹ ਇਹ ਕਹਿ ਰਹੇ ਕਿ ਧੂੰਆਂ ਉੱਠਣ ਦਿਓ, ਹਲੇ ਜਦੋਂ ਧੂੰਆਂ ਉੱਠੂਗਾ ਉਹਦੇ ਬਾਅਦ ਤਸਵੀਰ ਸਾਫ਼ ਹੋਊਗੀ ਤਾਂ ਫਿਰ ਤੁਹਾਨੂੰ ਦੱਸਾਂਗੇ। ਯਾਨੀ ਕਿ ਗੱਲਬਾਤ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ, ਅਪਰੋਚ ਉਹਨਾਂ ਤੱਕ ਕੀਤੀ ਗਈ ਹੈ, ਕਿਉਂਕਿ ਭਗਵੰਤ ਮਾਨ ਨੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖ ਲਏ ਹੋਣੇ ਆ ਕਿ ਜਿਹੜੀ ਪਾਰਟੀ ਨੂੰ 100 ਸੀਟਾਂ ਆਉਣ ਦੇ ਦਾਅਵੇ ਕਰ ਰਹੇ ਸੀ, ਜੇ ਉਹ 20 ਸੀਟਾਂ ਤੇ ਆ ਕੇ ਸੁੰਗੜ ਗਈ ਹੈ, ਆਪੋਜੀਸ਼ਨ ਪਾਰਟੀ ਬਣੀ ਹੈ ਐਡੀ ਤਕੜੀ ਵੇਵ ਦੇ ਬਾਵਜੂਦ, ਤਾਂ ਇਸ ਵਾਰ ਤਾਂ ਉਨੀ ਤਕੜੀ ਵੇਵ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਨਹੀਂ ਹੈਗੀ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਵੱਡਾ ਚਿਹਰਾ ਜਿਹੜਾ ਪਾਰਟੀ ਨੂੰ ਚਾਹੀਦਾ, ਜੇ ਪਾਰਟੀ ਸੱਤਾ ਦੇ ਵਿੱਚ ਆ ਜੇ ਤਾਂ ਹੋ ਸਕਦਾ ਕਿ ਉਹ ਆਪਣੀਆਂ ਇੱਛਾਵਾਂ ਜਿਹੜੀਆਂ ਨੇ ਉਹ ਥੋੜੀਆਂ ਬਹੁਤੀਆਂ ਦੱਬ ਲੈਣ। ਵਿਧਾਨ ਸਭਾ ਦੀ ਚੋਣ ਤਾਂ ਮੈਨੂੰ ਲੱਗਦਾ ਉਹ ਲਾਜ਼ਮੀ ਤੌਰ ਤੇ ਲੜਨਗੇ, ਇਹਦੇ ਤੋਂ ਪਿੱਛੇ ਤਾਂ ਨਹੀਂ ਹਟਦੇ, ਪਰ ਲੱਗਦਾ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਵੱਡਾ ਆਮ ਆਦਮੀ ਪਾਰਟੀ ਨੂੰ ਲਿਆਉਣਾ ਪੈਣਾ, ਕਿਉਂਕਿ ਭਗਵੰਤ ਮਾਨ ਬੁਲਾਰਾ ਚੰਗਾ ਗਾ, ਲੋਕ ਸੁਣਨ ਜ਼ਰੂਰ ਜਾਂਦੇ ਨੇ, ਪਰ ਜਦੋਂ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਗੱਲ ਹੁੰਦੀ ਹੈ ਤਾਂ ਉੱਥੇ ਉਹ ਹਲਕੇ ਪੈ ਜਾਂਦੇ ਨੇ। ਉੱਥੇ ਲੋਕ ਕਹਿੰਦੇ ਕਿ ਨਹੀਂ, ਤਜਰਬੇਕਾਰ ਸੰਸੀਅਰ ਵਿਅਕਤੀ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਹੈਗੀ ਭਗਵੰਤ ਮਾਨ ਦੇ ਮੁਕਾਬਲੇ। ਤਾਂ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਨਵਜੋਤ ਸਿੰਘ ਸਿੱਧੂ ਤੱਕ ਪਹੁੰਚ ਹੁਣ ਕਰਨ ਲੱਗੀ ਹੈ। ਕਿਸਾਨਾਂ ਦੇ ਵਿਰੋਧ ਕਾਰਨ ਹਰਿਆਣਾ ਸਰਕਾਰ ਨੇ ਪੰਚਾਇਤੀ ਚੋਣਾਂ ਟਾਲ ਦਿੱਤੀਆਂ ਜੀ। ਦੇਖੋ ਜੀ, ਹਰਿਆਣਾ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਲਗਾਤਾਰ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈਗਾ, ਵੱਡੀਆਂ ਮਹਾ ਪੰਚਾਇਤਾਂ ਵੀ ਹੋ ਰਹੀਆਂ ਨੇ, ਜਿਹਦੇ 'ਚ ਕਿਸਾਨਾਂ ਦੇ ਨਾਲ ਨਾਲ ਬੀਬੀਆਂ ਵੀ ਜਿਹੜੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਭਾਜਪਾ ਤੇ ਜੇਜੇਪੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਸਾਹਿਬਾਨ ਨੇ ਜਾਂ ਉਪ ਮੁੱਖ ਮੰਤਰੀ ਖੁਦ ਵੀ ਹੈ, ਉਹ ਕੋਈ ਪ੍ਰੋਗਰਾਮ ਜਿਹੜਾ ਜਨਤਕ ਤੌਰ ਤੇ ਨਹੀਂ ਕਰ ਸਕਦੇ। ਜਦੋਂ ਤੱਕ ਜਨਤਕ ਤੌਰ ਤੇ ਪ੍ਰੋਗਰਾਮ ਕਰਨ ਦਾ ਐਲਾਨ ਕਰਦੇ ਨੇ ਤਾਂ ਲੋਕਾਂ ਵੱਲੋਂ ਘਿਰਾਓ ਦਾ ਐਲਾਨ ਜਿਹੜਾ ਕਰ ਦਿੱਤਾ ਜਾਂਦਾ ਹੈ, ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਘਿਰਾਓ ਕਰਨ ਦੇ ਲਈ ਪਹੁੰਚਦੇ ਨੇ। ਉਹਦੇ ਬਾਅਦ ਉਹ ਪ੍ਰੋਗਰਾਮ ਰੱਦ ਹੁੰਦੇ ਵੀ ਦੇਖੇ ਗਏ ਨੇ, ਉਹਨਾਂ ਦੀ ਜਗ੍ਹਾ ਤਬਦੀਲੀ ਹੁੰਦੀ ਵੀ ਜਿਹੜੀ ਉਹ ਦੇਖੀ ਗਈ ਹੈ। ਤਾਂ ਹਰਿਆਣਾ ਦੇ ਵਿੱਚ ਪੰਚਾਇਤੀ ਚੋਣਾਂ ਦਾ ਸਮਾਂ ਸੀਮਾ ਜਿਹੜੀ ਉਹ ਲੰਘ ਚੁੱਕੀ ਹੈਗੀ, 5 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਹੋ ਗਿਆ ਹੈਗਾ ਪੰਚਾਇਤਾਂ ਨੂੰ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੁਣ ਕਰਵਾਉਣੀਆਂ ਲਾਜ਼ਮੀ ਸੀ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਪੰਚਾਇਤੀ ਚੋਣਾਂ ਦਾ ਹੁਣ ਐਲਾਨ ਹੋ ਚੁੱਕਿਆ, ਜਿਨ੍ਹਾਂ ਦੇ ਨਤੀਜੇ ਕਾਫੀ ਕੁਝ ਡਿਪੈਂਡ ਕਰਨਗੇ ਕਿ ਵੈਸਟਰਨ ਯੂਪੀ ਦੇ ਵਿੱਚ ਕੀ ਰਿਜ਼ਲਟ ਆਉਂਦੇ ਨੇ, ਕਿਉਂਕਿ ਅਪ੍ਰੈਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਜਿਹੜੀਆਂ ਉਹ ਹੋਣੀਆਂ ਨੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਹਰਿਆਣਾ ਸਰਕਾਰ ਨੇ ਫਿਲਹਾਲ ਚੋਣਾਂ ਕਰਵਾਉਣ ਦਾ ਮੂਡ ਜਿਹੜਾ ਹੈ ਉਹ ਟਾਲ ਦਿੱਤਾ ਹੈ। ਬੇਸ਼ੱਕ ਦਾਅਵੇ ਕੀਤੇ ਜਾ ਰਹੇ ਕਿ ਸਮੇਂ ਸਿਰ ਚੋਣਾਂ ਅਸੀਂ ਕਰਾਵਾਂਗੇ, ਪਰ ਚੋਣਾਂ ਕਰਵਾਉਣ ਦੀ ਰਣਨੀਤੀ ਜਿਹੜੀ ਆ ਉਹ ਨਹੀਂ ਉਲੀਕੀ ਜਾ ਰਹੀ। ਸਰਕਾਰ ਉਸ ਪਾਸੇ ਵੱਲ ਨਹੀਂ ਵੱਧ ਰਹੀ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾਣ, ਕਿਉਂਕਿ ਜਿਸ ਤਰ੍ਹਾਂ ਦਾ ਤਿੱਖਾ ਵਿਰੋਧ ਹਰਿਆਣਾ ਦੇ ਪਿੰਡਾਂ ਦੇ ਵਿੱਚ ਹੋ ਰਿਹਾ ਹੈਗਾ, ਤੇ ਉਪ ਚੋਣ ਐਮਐਲਏ ਦੀ ਬੀਜੇਪੀ ਨਵੀਂ ਹਾਰ ਕੇ ਹਟੀ ਹੈ, ਕਾਰਪੋਰੇਸ਼ਨ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਲੱਗਦਾ ਹੈ ਕਿ ਹਰਿਆਣਾ ਸਰਕਾਰ ਕਿਸਾਨੀ ਅੰਦੋਲਨ ਨੂੰ ਕਬੂਲ ਤਾਂ ਰਹੀ ਹੈ, ਪਰ ਜਨਤਕ ਤੌਰ ਤੇ ਨਹੀਂ ਕਬੂਲ ਰਹੀ, ਤੇ ਉਹਦੇ ਰਿਜ਼ਲਟ ਜਿਹੜੇ ਨੇ ਉਹ ਅਜਿਹੇ ਫੈਸਲਿਆਂ ਤੋਂ ਨਿਕਲ ਰਹੇ ਕਿ ਪੰਚਾਇਤਾਂ ਦਾ ਕਾਰਜਕਾਲ ਖਤਮ ਹੋਏ ਨੂੰ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਤੇ ਹਾਲੇ ਵੀ ਸਰਕਾਰ ਜਿਹੜੀ ਆ ਪੰਚਾਇਤੀ ਚੋਣਾਂ ਕਰਾਉਣ ਦੇ ਵੱਲ ਨਹੀਂ ਵੱਧ ਰਹੀ। ਵਾਰਡਬੰਦੀ ਦਾ ਕੰਮ ਵੀ ਹਾਲੇ ਅਧੂਰਾ ਪਿਆ ਹੈਗਾ, ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਨਹੀਂ ਚੋਣਾਂ ਕਰਵਾ ਰਹੇ, ਪਰ ਲੱਗਦਾ ਕਿ ਕਿਸਾਨੀ ਅੰਦੋਲਨ ਜਿਸ ਹਿਸਾਬ ਨਾਲ ਵਧਿਆ ਹੋਇਆ ਹਰਿਆਣੇ ਦੇ ਵਿੱਚ, ਜਿਸ ਤਰ੍ਹਾਂ ਦਾ ਉਬਾਲ ਹੈ, ਉਹਨਾਂ ਹਾਲਾਤਾਂ ਨੂੰ ਦੇਖ ਕੇ ਭਾਜਪਾ ਨੂੰ ਲੱਗਦਾ ਕਿ ਕਾਰਪੋਰੇਸ਼ਨ ਚੋਣਾਂ ਤੋਂ ਮਾੜੇ ਨਤੀਜੇ ਜਿਹੜੇ ਨੇ ਉਹ ਪੰਚਾਇਤੀ ਚੋਣਾਂ ਦੇ ਵਿੱਚ ਆਉਣਗੇ, ਕਿਉਂਕਿ ਪੰਚਾਇਤੀ ਚੋਣਾਂ ਪਿੰਡਾਂ ਦੇ ਵਿੱਚ ਹੋਣੀਆਂ ਨੇ, ਤੇ ਪਿੰਡਾਂ ਦੇ ਵਿੱਚ ਕਿਸਾਨੀ ਵੋਟ ਬੈਂਕ ਹੈ ਸਭ ਤੋਂ ਜ਼ਿਆਦਾ। ਤੇ ਇਹਨਾਂ ਹਾਲਾਤਾਂ 'ਚ ਲੱਗਦਾ ਕਿ ਫਿਲਹਾਲ ਹਰਿਆਣਾ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਟਾਲ ਰਹੀ ਹੈ। ਸ਼ਾਇਦ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਦੇ ਨਤੀਜੇ ਦੇਖ ਕੇ ਕੋਈ ਫੈਸਲਾ ਇਸ ਪਾਸੇ ਵੱਲ ਲਏਗੀ। ਹਾਂ ਬਿਲਕੁਲ ਜੀ। ਅਰਸ਼ਦੀਪ, ਆਪਣਾ ਸਮਾਂ ਜਿਹੜਾ ਇੱਕ ਕਮਰਸ਼ੀਅਲ ਬ੍ਰੇਕ ਦਾ ਤਾਂ ਆਪਾਂ ਲੈਣਾ, ਉਸ ਤੋਂ ਬਾਅਦ 1 ਬਾਈ 1 ਨੂੰ ਯਾਰ ਕਰਾਂਗੇ, ਕਿਉਂਕਿ ਹਰਜਿੰਦਰ ਧਨੋਆ ਹੁਣੀ ਬਾਅਦ ਦੇ ਵਿੱਚ ਬਿਜੀ ਹੋ ਜਾਣਾ ਜੀ, ਉਹਨਾਂ ਨੇ ਆਪਣੇ ਨਾਲ ਰਾਈਟ ਵਿੱਚ ਜੁੜਨਾ। ਲੈਣੇ ਆਪਾਂ ਲੋਕ ਖਬਰਾਂ, ਤੁਸੀਂ ਇਦਾਂ ਹੀ ਹੋਲਡ ਰੱਖਣਾ ਜੀ, ਤੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਆਪਾਂ ਹਰਜਿੰਦਰ ਸਿੰਘ ਧਨੋਆ ਹੁਣਾਂ ਨਾਲ ਜੁੜਦੇ ਜੀ। ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ ਜੀ। ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ, ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ, 255 ਰਦਰਫੋਰਡ
Bedford Road, South Brampton. Service 2 location. Call Mahavir Bhat 9054994314. 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 Hill Road, Brampton. Call Darbara Singh 9054591300. 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। ਕੀ ਟੂ ਹੈਪੀਨੈਸ ਇਜ਼ ਫਾਈਂਡਿੰਗ ਦ ਰਾਈਟ ਹੋਮ। ਗੱਲ ਸੁਣੋ, ਇੰਜ ਵੇਲੇ ਬਹਿ ਕੇ ਕਿਵੇਂ ਗੁਜ਼ਾਰਾ ਚੱਲੇਗਾ? ਮੈਨੂੰ ਆਪ ਨਹੀਂ ਸਮਝ ਆ ਰਹੀ ਕਿੱਥੇ ਪਤਾ ਕਰਾਂ ਕੰਮ ਦਾ। ਕੱਲ ਭਾਈ ਸਾਹਿਬ ਦੱਸਦਾ ਰਹੇ ਸੀ ਵੀ jobsingta.com ਵਾਲੇ ਫੁੱਲ ਟਾਈਮ ਜੌਬ ਦਵਾ ਦਿੰਦੇ ਨੇ। ਲੈ ਮੈਂ ਫਿਰ ਅੱਜ ਹੀ ਜਾਣਾ। ਜੀ ਹਾਂ, ਜੇ ਤੁਸੀਂ ਟੋਰਾਂਟੋ, ਮਿਸੀਸਾਗਾ, ਬ੍ਰੈਂਪਟਨ, ਵੁੱਡਬ੍ਰਿਜ ਜਾਂ ਕੈਂਬਰਿਜ ਦੇ ਏਰੀਆ 'ਚ ਜੌਬ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਰਜਿਸਟ੍ਰੇਸ਼ਨ ਕਰਵਾਓ www.jobsingta.com ਤੇ। ਇੱਥੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਜੌਬਸ। ਤੁਸੀਂ ਨਵੇਂ ਹੋ ਜਾਂ ਕੋਈ ਵੀ ਕੈਟੇਗਰੀ ਹੋਵੇ, ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ 4162130092 416 213 0092 और 9056140300 905 614 0300। ਲੋਕਲ ਖਬਰਾਂ ਲੈ ਕੇ ਆਪਣੇ ਨਾਲ ਹਰਜਿੰਦਰ ਸਿੰਘ ਧਨੋਆ ਹੁਣੀ ਜੁੜ ਚੁੱਕੇ, ਆਪਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਹਰਜਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ। ਹਾਂਜੀ ਚੰਦੀ ਸਾਹਿਬ ਤੇ ਜਿੰਨੇ ਵੀ ਆਪਣੇ ਸਰੋਤੇ PTN 24 ਦੇ ਨਾਲ ਜੁੜੇ ਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਆਪਾਂ ਖਬਰਾਂ ਜਾਂਦੇ ਆ ਕਿਉਂਕਿ ਆਪਣਾ ਵੀਕਐਂਡ ਦੇ ਪ੍ਰੋਗਰਾਮ ਨਹੀਂ ਹੁੰਦਾ, ਜੇ ਸਰੋਤਿਆਂ ਨੂੰ ਪਤਾ ਹੀ ਆ। ਤੇ ਆਪਾਂ ਸੈਚਰਡੇ ਤੋਂ ਲੱਗ ਕੇ ਜਿਹੜੇ ਕੇਸ ਨਵੇਂ ਆਏ ਉੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਤੇ ਸੈਚਰਡੇ ਜਿਹੜੇ ਕੇਸ ਸੀਗੇ ਬਹੁਤ ਵੱਧ ਗਏ ਸੀਗੇ, ਜਿਹੜੇ ਹੈਗੇ 2453 ਕੇਸ ਸੈਚਰਡੇ ਆਏ ਸੀਗੇ। ਡੈਥ ਜਿਹੜੀਆਂ 16 ਹੋਈਆਂ ਸੀ, ਟੈਸਟ ਜਿਹੜੇ 61000 ਹੋਏ ਸੀਗੇ। ਤੇ ਟੋਰਾਂਟੋ ਦੀ ਗੱਲ ਕੀਤੀ ਜਾਵੇ ਤੇ 814 ਇੱਥੇ ਨਵੇਂ ਕੇਸ ਆਏ ਸੀ। ਪੀਲ ਦੇ ਵਿੱਚ 411, ਯਾਰਕ ਰੀਜਨ ਦੇ ਵਿੱਚ 263, ਹੈਮਿਲਟਨ 'ਚ 156 ਤੇ ਡਾਰਹਮ 'ਚ 139 ਤੇ ਹਾਲਟਨ ਦੇ ਵਿੱਚ 73। ਦੇਖ ਲਓ ਜੀ, ਹੁਣ ਸਾਰੇ ਬੰਦੇ ਜਿਹੜੇ ਕੇਸ ਆ ਕਿੰਨੇ ਹੁਣ ਵੱਧ ਚੁੱਕੇ ਆ। ਬਿਲਕੁਲ ਜੀ। ਤੇ ਸੈਚਰਡੇ ਨਾਲ ਸੰਡੇ ਵੀ ਜਿਹੜਾ ਉਹ ਪਿੱਛੇ ਨਹੀਂ ਰਿਹਾ ਜੀ। ਇੱਥੇ ਟੋਟਲ ਕੇਸ ਜਿਹੜੇ 2448 ਆਏ ਆ, ਡੈਥ 19 ਹੋਈਆਂ, ਟੈਸਟ ਜਿਹੜੇ 50227 ਹੋਏ ਆ। ਤੇ ਟੋਰਾਂਟੋ ਦੇ ਵਿੱਚ 780, ਪੀਲ 'ਚ 356 ਤੇ ਯਾਰਕ ਰੀਜਨ 'ਚ 278, ਡਾਰਹਮ 'ਚ ਬਹੁਤ ਵੱਧ ਗਿਆ ਜੀ 219, 219 ਕੇਸ ਇੱਥੇ ਆਏ ਤੇ ਆਟਵਾ ਦੇ ਵਿੱਚ 150 ਆਏ ਆ ਜੀ। ਤੇ ਪੋਜ਼ਿਟਿਵਿਟੀ ਰੇਟ ਜਿਹੜਾ 4.5 ਹੈ ਜੀ। ਕਿਸੇ ਵੇਲੇ ਇਹ ਘਟ ਕੇ 2.1 ਤੇ ਵੀ ਆ ਗਿਆ ਸੀ ਤੇ ਵੱਧ ਕੇ 5.7, 5.8 ਤੱਕ ਵੀ ਚਲੇ ਗਿਆ ਸੀ। ਇਹ ਤਾਂ ਹੁਣ ਧਿਆਨ ਜਿਹੜਾ ਸਾਰਿਆਂ ਨੂੰ ਰਲ ਮਿਲ ਕੇ ਹੀ ਰੱਖਣਾ ਪੈਣਾ ਜੀ। ਇਹ ਆਪਾਂ ਗੱਲਬਾਤ ਕਰਦੇ ਹਾਂ ਜੀ ਡਾਗਫੋਰਡ ਦੀ। ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਤੋਂ ਬਾਅਦ ਇਹਨਾਂ ਨੇ ਅਨਾਉਂਸਮੈਂਟ ਉਦੋਂ ਬਰੈਂਪਟਨ ਆਏ ਸੀ। ਚਲੋ ਖਬਰ ਤਾਂ ਆਪਣੇ ਸਰੋਤਿਆਂ ਨੇ ਸੁਣ ਲਈ ਹੋਣੀ ਆ, ਫਿਰ ਵੀ ਆਪਾਂ ਆਪਣੇ ਚੈਨਲ ਤੇ ਨਹੀਂ ਖਬਰ ਕੀਤੀ ਤਾਂ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਦਿੰਦੇ ਹਾਂ। ਆਪਣੇ ਡਾਗਫੋਰਡ ਜਿਹੜੇ ਆ ਬਰੈਂਪਟਨ ਦੇ ਵਿੱਚ ਆਏ ਸੀ, ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ। ਤੇ ਇਹਨਾਂ ਦੇ ਨਾਲ ਜਿਹੜੇ ਆ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਉਹ ਵੀ ਨਾਲ ਆਏ ਸੀ। ਤੇ ਆਪਣੇ ਭਾਈਚਾਰੇ ਦੇ ਨਾਲ 2 ਜਿਹੜੇ MPP ਆ ਬਰੈਂਪਟਨ ਤੋਂ ਪ੍ਰਭਮੀਤ ਸਰਕਾਰੀਆ ਤੇ ਅਮਰਜੋਤ ਸੰਧੂ ਉਹ ਵੀ ਇਹਨਾਂ ਦੇ ਨਾਲ ਸੀ। ਅਨਾਉਂਸਮੈਂਟ ਇਹਨਾਂ ਦੀ ਕੀਤੀ ਆ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਚੰਦੀ ਸਾਹਿਬ ਕਿ ਇਹਨਾਂ ਨੇ ਝੂਠ ਬੋਲਿਆ ਜੀ। ਝੂਠ ਇਹ ਬੋਲਿਆ ਕਿ ਇਹ ਕਹਿ ਰਹੇ ਸੀਗੇ ਕਿ ਅਸੀਂ ਬਰੈਂਪਟਨ ਦੇ ਵਿੱਚ ਨਵਾਂ ਹਸਪੀਟਲ ਲੈ ਕੇ ਆਉਣਾ ਜੀ, ਪਰ ਨਵੇਂ ਹਸਪੀਟਲ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਸੀ। ਇਹ ਜਿਹੜਾ ਹਸਪੀਟਲ ਜਿਹੜੀ ਇਹ ਗੱਲ ਕਰ ਰਹੇ ਆ ਪੀਲ ਮੈਮੋਰੀਅਲ ਸੈਂਟਰ ਹੈਲਥ ਐਂਡ ਵੈਲਨੈਸ ਆ, ਉਹਨੂੰ ਕਨਵਰਟ ਕਰਕੇ ਕਹਿੰਦੇ ਅਸੀਂ ਫੁੱਲ ਸਰਵਿਸ ਕਰਾਂਗੇ। ਪੀਲ ਮੈਮੋਰੀਅਲ ਸੈਂਟਰ ਜਿਹੜਾ ਓਪਨ 2017 ਦੇ ਵਿੱਚ ਹੋਇਆ ਸੀ। ਇਸ ਫੈਸਿਲਿਟੀ ਦੇ ਵਿੱਚ
ਆਊਟ ਪੇਸ਼ੈਂਟ ਸਰਵਿਸ, ਡੇ ਸਰਜਰੀ ਐਂਡ ਅਰਜੈਂਟ ਕੇਅਰ ਸੈਂਟਰ ਹੁੰਦਾ ਸੀ ਇਨਟੂ ਐਨ ਇਨ ਪੇਸ਼ੈਂਟ ਹਸਪੀਟਲ। ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਨੇ ਪ੍ਰੋਮਿਸ ਇਹ ਕੀਤਾ ਕਿ 250 ਜਿਹੜੇ ਬੈੱਡ ਇੱਥੇ ਲੈ ਕੇ ਆਵਾਂਗੇ, 24 ਘੰਟੇ ਹੀ ਕੰਮ ਕਰੂਗਾ, 24/7 ਐਮਰਜੈਂਸੀ ਵੀ ਖੁੱਲੀ ਰਹੂਗੀ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਕੰਸਟਰਕਸ਼ਨ ਇਜ਼ ਐਕਸਪੈਕਟਡ ਟੂ ਬਿਗਨ ਇਨ 2023। ਇਹ ਗੱਲ ਬੜੀ ਹੈਗੀ ਆ ਕਿ ਇਹਦੀ ਜਿਹੜੀ ਕੰਸਟਰਕਸ਼ਨ ਆ 2023 ਦੇ ਵਿੱਚ ਸ਼ੁਰੂ ਹੋਊਗੀ। ਇੱਥੇ ਲਾਸਟ ਜਿਹੜਾ ਕਹਿ ਰਿਹਾ ਐਕਸਪੈਕਟਡ ਹੁਣ 23 ਦੇ ਵਿੱਚ ਕੋਈ ਵੀ ਸਾਲ ਹੁੰਦਾ ਉਹਦੇ ਵਿੱਚ 12 ਮਹੀਨੇ ਹੁੰਦੇ। ਇਹਨਾਂ ਨੇ ਕੋਈ ਇਹ ਨਹੀਂ ਦੱਸਿਆ ਕਿ ਜਨਵਰੀ, ਫਰਵਰੀ ਜਾਂ ਦਸੰਬਰ 'ਚ ਕਦੋਂ ਇਹਨਾਂ ਨੇ ਇੱਥੇ ਹੋਣੀ ਆ। ਇਹ ਵੀ ਹੁਣ ਕੋਈ ਪੱਕਾ ਪਤਾ ਨਹੀਂ ਇਹਨਾਂ ਨੇ ਕਰਨੀ ਆ ਕਿ ਨਹੀਂ ਕਰਨੀ ਆ। ਮੈਨੂੰ ਤਾਂ ਇਹ ਲੱਗ ਰਿਹਾ ਜੀ ਇਲੈਕਸ਼ਨ ਪ੍ਰੋਮਿਸ ਹੀ ਆ ਇਹ, ਕਿਉਂਕਿ ਇਹਨਾਂ ਨੇ ਕੁਝ ਕਰਨਾ ਹੁੰਦਾ, ਇਹਨਾਂ ਦੀ ਜਿਹੜੀ ਸਰਕਾਰ ਆ 33-34 ਮਹੀਨੇ ਹੋ ਗਏ ਇਹਨਾਂ ਨੂੰ, ਜਿਹੜੇ ਸਰਕਾਰ ਇਹਨਾਂ ਨੂੰ ਬਣਾਈ, ਹੁਣ 14 ਕੁ ਮਹੀਨੇ ਰਹਿੰਦੇ ਆ ਜਿਹੜੀਆਂ ਇਲੈਕਸ਼ਨਾਂ ਆਉਣੀਆਂ। ਬਾਕੀ ਇਸ ਹਸਪੀਟਲ ਦੇ ਬਜਟ ਬਾਰੇ ਵੀ, ਬਜਟ ਦੇ ਵਿੱਚ ਵੀ ਕੋਈ ਗੱਲ ਨਹੀਂ ਕੀਤੀ, ਕੋਈ ਪੈਸਾ ਵੀ ਨਹੀਂ ਇਹਨਾਂ ਨੇ ਰੱਖਿਆ ਇਹਦੇ ਬਾਰੇ। ਇਹ ਹੁਣ ਜਿਹੜਾ ਹੈ ਕੁਐਸਚਨ ਮਾਰਕ ਆ। ਤੇ ਆਪਣੇ ਜਿਹੜੇ ਅਮਰਜੋਤ ਤੇ ਆਪਣੇ ਇੱਥੋਂ ਦੇ MPP ਆ, ਉਹ ਜੀ ਬੜੇ ਖੁਸ਼ ਆ ਤੇ ਉਹ ਕਹਿ ਰਹੇ, ਟਵੀਟ ਕਰਕੇ ਕਹਿ ਰਿਹਾ, ਬ੍ਰੈਂਪਟੋਨੀਅਨ ਇਜ਼ ਵੈਰੀ ਐਕਸਾਈਟਡ। ਭਾਈ ਸਾਹਿਬ ਜੇ ਕੀਤਾ ਕਰਾਇਆ ਤੁਸੀਂ ਕੁਝ ਨਹੀਂ, ਐਕਸਾਈਟਡ ਕਿਹੜੀ ਗੱਲ ਤੋਂ ਹੋਣਾ ਜੀ। ਜਿਸ ਤਰ੍ਹਾਂ ਦੀ ਮੈਨੂੰ ਲੱਗ ਰਿਹਾ ਕਿ ਪਹਿਲਾਂ ਅੱਗੇ ਪ੍ਰੋਮਿਸ ਹੁੰਦੇ ਸੀ ਉਸ ਤਰ੍ਹਾਂ ਦਾ ਇਹ ਪ੍ਰੋਮਿਸ ਆ। ਹੋਰ ਦੂਸਰੀ ਗੱਲ ਦੇਖੋ ਜੀ, ਆਪਣੇ ਡਾਗਫੋਰਡ ਦੁਬਾਰਾ ਇਹੀ ਲੋਕਾਂ ਨੂੰ ਕਹਿ ਰਿਹਾ ਸੀਗਾ ਕਿ ਜਿਹੜੀਆਂ ਬਰੈਂਪਟਨ ਦੇ ਵਿੱਚ 5 ਸੀਟਾਂ ਤਾਂ ਜਿਹੜੇ ਬਰੈਂਪਟਨ 'ਚ ਲੋਕ ਲੈਂਦੇ ਹੋਵੇ, ਭਾਈ ਸਾਹਿਬ ਉਹਨਾਂ ਨੂੰ ਨਹੀਂ ਪਤਾ ਇੱਥੇ 5 ਸੀਟਾਂ ਬਰੈਂਪਟਨ ਦੇ ਵਿੱਚ। ਇਹੀ ਉਹਨਾਂ ਨੇ ਜ਼ੋਰ ਲਾਇਆ ਕਿ 2 ਇਸ ਵੇਲੇ PC ਪਾਰਟੀ ਤੋਂ, 3 ਜਿਹੜੀਆਂ ਹੈਗੀਆਂ ਉਹ NDP ਦੇ ਕੋਲ ਆ। ਇਹੀ ਉਹਨਾਂ ਨੇ ਕਿਹਾ ਆ ਕਿ ਅਗਲੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਜ਼ੋਰ ਲਾਓ, ਇਹ ਜਿਹੜੀਆਂ 3 ਸੀਟਾਂ ਵੀ ਜਿਹੜੀਆਂ ਆ ਇਹ PC ਪਾਰਟੀ ਦੇ ਝੋਲੀ ਪੈ ਜਾਣ। ਫਿਰ ਬਰੈਂਪਟਨ ਦੀ ਜਿਹੜੀ ਆ ਸਟਰੋਂਗ ਵੌਇਸ ਜਿਹੜੀ ਆ ਉੱਥੇ ਪਾਰਲੀਮੈਂਟ ਜਿਹੜੀ ਅੰਟੇਰੀਓ ਉੱਥੇ ਜਾਊਗੀ। ਭਾਈ ਸਾਹਿਬ ਇਹਨਾਂ ਨੂੰ ਪੁੱਛਣ ਵਾਲਾ ਹੋਵੇ, 77 ਸੀਟਾਂ ਤੁਹਾਡੇ ਕੋਲ ਹੈ, ਤੁਹਾਡੇ ਕੋਲ ਫੁੱਲ ਮੈਜੋਰਟੀ, ਸੁਪਰ ਮੈਜੋਰਟੀ ਆ। ਹੋਰ ਕੀ, ਜੇ ਮੈਂ ਚੰਦੀ ਸਾਹਿਬ ਇੱਥੇ ਦੱਸਣਾ ਚਾਹਾਂ ਕਿ ਭਾਵੇਂ ਬਰੈਂਪਟਨ ਦਾ ਕੋਈ ਵੀ MPP PC ਪਾਰਟੀ ਨੂੰ ਬਿਲੋਂਗ ਕਰਦਾ ਜਾਂ ਨਹੀਂ ਕਰਦਾ, ਪਰ ਜੇ ਉਹਨਾਂ ਤੋਂ ਇੰਨੀ ਫੁੱਲ ਮੈਜੋਰਟੀ ਆ, ਜੇ ਇਹਨਾਂ ਨੇ ਕੰਮ ਕਰਨਾ ਤਾਂ ਕਦੋਂ ਵੀ ਕਰ ਸਕਦੇ ਆ। ਇਹ ਜਿਹੜੇ ਹਸਪੀਟਲ ਦੀ ਗੱਲ ਕਰਦੇ, 250 ਬੈੱਡ ਦੀ ਗੱਲ ਕਰਦੇ ਆ, 24 ਘੰਟੇ 7 ਦਿਨ ਖੁੱਲਣ ਦੀ, ਐਮਰਜੈਂਸੀ ਨੂੰ ਓਪਨ ਕਰਨ ਦੀ, ਇਹ ਪਹਿਲਾਂ 34 ਮਹੀਨੇ ਸੁੱਤੇ ਰਹੇ ਆ। ਜਾਂ ਇਹਨਾਂ ਨੇ ਕਰਨਾ ਸੀ, ਅਜੇ ਵੀ 14 ਮਹੀਨੇ ਪਏ ਆ ਵੀ ਕਮ ਸੇ ਕਮ ਜਿਹੜੀ ਕੰਸਟਰਕਸ਼ਨ ਹੈ ਉਹ ਸ਼ੁਰੂ ਕਰਾ ਦਿੰਦੇ। ਅਜੇ ਤਾਂ ਇਹ ਕਹਿ ਰਿਹਾ, ਇਹਨਾਂ ਦਾ ਹੁਣ ਕੀ ਹੈ, ਇਹੋ ਜਿਹੀ ਗਿੱਦੜ ਸਿੰਘੀ ਆ ਕਿ ਇਹਨਾਂ ਨੂੰ ਪੱਕਾ ਹੀ ਪਤਾ ਆ ਕਿ ਅਗਲੀ ਜਿਹੜੀ ਸਰਕਾਰ ਸਾਡੀ ਆਉਣੀ ਆ। ਜੇ ਇਹਨਾਂ ਦੀ ਸਰਕਾਰ ਆਉਂਦੀ ਆ ਫਿਰ ਉਹਦੇ ਵਿੱਚ ਵੀ ਆਪਾਂ ਨੂੰ ਕੋਈ ਪੱਕਾ ਨਹੀਂ ਇਹ ਸ਼ੁਰੂ ਕਰਦੇ ਆ ਕਿ ਨਹੀਂ ਕਰਦੇ। ਦੂਸਰੀ ਗੱਲ, ਜੇ ਇਹਨਾਂ ਦੀ ਸਰਕਾਰ ਨਹੀਂ ਆਉਂਦੀ, NDP ਦੀ ਜਾਂ ਲਿਬਰਲ ਦੀ ਆਉਂਦੀ ਆ, ਤੇ ਉੱਥੋਂ ਉਹ ਸ਼ੁਰੂ ਕਰਦੇ ਆ ਕਿ ਨਹੀਂ ਕਰਦੇ ਜੀ। ਇਹ ਤਾਂ ਸਾਰਾ ਕੁਝ ਘਾਲਾ ਮਾਲਾ ਜਿਹਾ ਮੈਨੂੰ ਲੱਗ ਰਿਹਾ ਚੰਦੀ ਸਾਹਿਬ। ਤੇ ਹਾਂ, ਜਿਸ ਕਰਕੇ ਆਪਾਂ ਜੇ ਨੰਬਰਿੰਗ ਦੀ ਗੱਲ ਕੀਤੀ ਜਾਵੇ, ਜੇ ਪੋਲ ਸਰਵੇ, ਆਨਲਾਈਨ ਪੋਲ ਸਰਵੇ ਪਿੱਛੇ ਜੇ ਹੋਇਆ ਸੀ, ਉਹਦੇ ਵਿੱਚ ਇਹਨਾਂ ਦੇ ਜਿਹੜੇ PC ਪਾਰਟੀ ਦੇ ਨੰਬਰ ਬੜੇ ਗੁੱਡ ਆ। ਜਦੋਂ 2018 ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਵੇਲੇ 40.5% ਜਿਹੜੀਆਂ ਇਹਨਾਂ ਨੂੰ ਵੋਟਾਂ ਪਈਆਂ ਸੀ, ਤੇ ਅੱਜ ਜਿਹੜੇ ਸਰਵੇ ਦੇ ਵਿੱਚ ਆ 38.5 ਇੰਨੇ % ਆ। ਇਹਨਾਂ ਨੂੰ ਵੀ ਲੱਗ ਰਿਹਾ ਵੀ ਬਾਕੀ ਮੈਨੂੰ ਹਾਸਾ ਆਪਣੇ ਲਿਬਰਲ ਪਾਰਟੀ ਦਾ ਜਿਹੜਾ ਲੀਡਰ ਬਣਿਆ ਆ ਤੇ ਸਟੀਵਨ ਡੈਲ ਡੁਕਾ ਇੱਥੋਂ ਆਪਣੇ ਵੁੱਡਬ੍ਰਿਜ ਤੋਂ ਹੀ ਆ ਜੀ, ਉਹ ਵੀ ਕੋਈ ਕਾਰਗੁਜ਼ਾਰੀ ਏਡੀ ਵੱਡੀ ਕਰ ਨਹੀਂ ਰਹੇ। ਬਾਕੀ NDP ਦੀ ਲੀਡਰ ਨੇ ਚਲੋ ਵਧੀਆ ਕੰਮ ਕਰ ਰਹੀ ਆ, ਬੋਲ ਰਹੀ ਆ, ਸਾਰਾ ਕੁਝ ਕਰ ਰਹੀ ਆ, ਪਰ ਮੈਨੂੰ ਇਹਦੇ ਵਿੱਚੋਂ ਜਿਹੜਾ ਪ੍ਰੋਮਿਸ ਕੀਤਾ ਕੁਝ ਦਿਸਿਆ ਨਹੀਂ ਜੀ। ਇਹ ਮੈਨੂੰ ਤਾਂ ਇਹ ਇਲੈਕਸ਼ਨ ਪ੍ਰੋਮਿਸ ਹੀ ਲੱਗਦਾ ਕਿ ਲੋਕਾਂ ਨੂੰ ਜਿੱਦਾਂ ਅੱਗੇ ਪਹਿਲਾਂ ਮੂਰਖ ਬਣਾਇਆ ਜਾਂਦਾ, ਇਸ ਤਰ੍ਹਾਂ ਹੀ ਹੋਰ ਮੂਰਖ ਬਣਾਇਆ ਜਾਊਗਾ। ਜਿਸ ਤਰ੍ਹਾਂ ਇਹਨਾਂ ਤੋਂ ਪਹਿਲਾਂ ਵੀ ਜਿਹੜੇ ਇੱਥੇ ਵੀ ਦੂਸਰਾ ਆਪਣੇ ਸਟੇਡੀਅਮ ਬਣੂਗਾ, ਜਾਂ ਇੱਥੇ ਜਿਹੜਾ ਰਾਇਰਸਨ ਯੂਨੀਵਰਸਿਟੀ ਦਾ ਕਾਲਜ ਆਉਣਾ, ਫਿਰ ਜਗ੍ਹਾ ਲੱਭਦੇ ਰਹੇ, ਆਈ ਡੋਨਟ ਨੋ ਵੀ ਕੀ ਹੋਣਾ ਇਹ। ਤੇ ਬਾਕੀ ਆਪਾਂ ਜੇ ਬਰੈਂਪਟਨ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਪੈਟਰਿਕ ਬਰਾਊਨ ਦੀ, ਉਹ ਵੀ ਬੜੇ ਖੁਸ਼ ਨਜ਼ਰ ਆਏ ਤੇ ਉਹਨਾਂ ਨੇ ਤਾਂ ਇਹੀ ਕਹਿਤਾ ਐਬਸੋਲਿਊਟ ਹੋਮ ਰਨ। ਉਹ ਤਾਂ ਕਹਿੰਦੇ ਵੀ ਤਾਂ ਹੋਮ ਰਨ ਹੀ ਵੱਜ ਗਿਆ। ਤੇ ਬਾਕੀ ਉਹਨਾਂ ਨੇ ਜਿਹੜੀਆਂ ਕੈਲਕੂਲੇਸ਼ਨਾਂ ਕੀਤੀਆਂ, ਪ੍ਰੋਵਿੰਸ਼ੀਅਲ ਐਵਰੇਜ ਜਿਹੜੀ ਉਹਨਾਂ ਨੇ ਕੱਢੀ ਹੈ ਜੀ, ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਹਸਪੀਟਲ ਦੇ ਜਿਹੜੇ ਬੈੱਡ ਆ 1000 ਬੰਦੇ ਪਿੱਛੇ 2.16 ਜਿਹੜੇ ਹੋਣੇ ਚਾਹੀਦੇ ਆ। ਬਰੈਂਪਟਨ ਦੇ ਕੋਲ ਜਿਹੜੇ ਇਸ ਵੇਲੇ ਆ ਲੈਸ ਦੈਨ 1 ਹੈ ਜੀ, 0.96 ਆ। ਪਰ ਮੇਰੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ, ਇਹ ਜਿਹੜੀਆਂ ਕੈਲਕੂਲੇਸ਼ਨਾਂ ਕਰਦੇ ਆ 6 ਲੱਖ ਤੋਂ ਥੱਲੇ ਦੇ, ਇਹਨਾਂ ਨੇ ਪੈਟਰਿਕ ਬਰਾਊਨ ਨੇ ਕੈਲਕੂਲੇਸ਼ਨ ਕੀਤੀ ਆ। ਵੀ ਮੇਰੇ ਹਿਸਾਬ ਦੇ ਨਾਲ ਦੇਖਿਆ ਜਾਵੇ ਇਸ ਵੇਲੇ ਜਿਹੜੀ ਬਰੈਂਪਟਨ ਦੀ ਪੋਪੂਲੇਸ਼ਨ ਆ, ਐਸਟੀਮੇਟਡ ਜੇ ਆਪਾਂ ਦੇਖਿਆ ਜਾਵੇ 2020 ਦੀ 7,13,463 ਹੈ ਜੀ ਐਸਟੀਮੇਟਡ ਜੇ ਲਾਇਆ ਜਾਵੇ। ਤੇ ਬਾਕੀ ਜਿਹੜੇ ਲੋਕ ਆ ਅਜੇ ਇੱਥੇ ਰਜਿਸਟਰਡ ਨਹੀਂ ਹੋਏ, ਬਾਹਰੋਂ ਆ ਕੇ ਰਹਿੰਦੇ ਆ, ਜਾਂ ਆਪਾਂ ਜਿਹੜੇ ਵਿਜ਼ਟਰ ਆ ਕੇ ਦੇਖ ਲੈਂਦੇ ਆ, ਜਾਂ ਜਿਹੜੇ ਸਟੂਡੈਂਟ ਆਏ ਹਸਪੀਟਲਾਂ ਚ, ਚੰਦੀ ਸਾਹਿਬ ਉਹ ਵੀ ਜਾਂਦੇ ਆ ਜਦੋਂ ਸਿੱਖ ਹੁੰਦੇ ਆ। ਮੇਰੇ ਹਿਸਾਬ ਨਾਲ 9 ਲੱਖ ਤੋਂ ਬੰਦਾ ਇੱਥੋਂ ਵੱਧ ਜਾਂਦਾ। ਤੇ ਮੇਰੇ ਹਿਸਾਬ ਦੇ ਨਾਲ
ਇਹ ਜਿਹੜਾ ਪੈਟਰਾ ਬਰਾਊਨ ਨੇ 0.96 ਆ, ਇਹ ਡ੍ਰੌਪ ਹੋ ਕੇ ਮੇਰੇ ਹਿਸਾਬ ਨਾਲ 0.50 ਰਹਿ ਜਾਣਾ। ਇਸ ਹਿਸਾਬ ਦੇ ਨਾਲ ਜਿਹੜੀ ਇਹਨਾਂ ਨੇ ਕੈਲਕੂਲੇਸ਼ਨਾਂ ਕੀਤੀਆਂ ਕਿ ਇੰਟੀਰੀਅਰ ਦੀ ਜਿਹੜੀ ਐਵਰੇਜ ਦੀ ਗੱਲ ਕੀਤੀ ਹੈ 2.16, ਇਸ ਹਿਸਾਬ ਦੇ ਨਾਲ ਤਾਂ 4 ਹਸਪੀਟਲ ਬਰੈਂਪਟਨ ਨੂੰ ਚਾਹੀਦੇ ਆ ਜੀ। ਤੇ ਜੇ ਮੈਂ ਹੁਣ 2-4 ਜਿਹੜੇ ਲਾਗੇ ਆਪਣੇ ਸ਼ਹਿਰ ਆ ਉਹਨਾਂ ਦੀ ਗੱਲ ਕਰ ਲੈਂਦਾ, ਆਪਾਂ ਕਿੰਗਸਟਨ ਦੀ ਗੱਲ ਕਰ ਲੈਂਦੇ, ਉੱਥੇ 3 ਹਸਪੀਟਲ ਆ। ਪੋਪੂਲੇਸ਼ਨ ਉੱਥੇ ਕਿੰਨੀ ਆ? 1,24,000। ਜੇ ਆਪਾਂ ਹੁਣ ਲੰਡਨ ਦੀ ਗੱਲ ਕਰ ਲੈਂਦੇ, ਉੱਥੇ 4 ਲੱਖ ਦੇ ਕਰੀਬ ਪੋਪੂਲੇਸ਼ਨ ਆ, 3 ਹਸਪੀਟਲ ਉੱਥੇ ਆ। ਜੇ ਆਪਾਂ ਹੈਮਿਲਟਨ ਦੀ ਗੱਲ ਕਰ ਲੈਂਦੇ ਆ, 5.5 ਲੱਖ ਦੀ ਪੋਪੂਲੇਸ਼ਨ ਉੱਥੇ ਆ, 5 ਹਸਪੀਟਲ ਉੱਥੇ। ਜੇ ਆਪਾਂ ਗਵਾਂਢ ਚ ਆਪਾਂ ਮਿਸਾਗਾ ਦੀ ਗੱਲ ਕਰ ਲੈਂਦੇ ਆ, 3 ਹਸਪੀਟਲ ਉੱਥੇ ਆ। ਉੱਥੇ ਜਿਹੜੀ ਐਸਟੀਮੇਟ ਪੋਪੂਲੇਸ਼ਨ ਹੈ ਜਿਹੜੀ 7,22,000 ਤੇ ਬਰੈਂਪਟਨ ਦੀ ਕਿੰਨੀ ਆ? 7,13,463। ਇਹ 8-9,000 ਦਾ ਹੀ ਫਰਕ ਹੈ, ਕਿੱਥੇ 1 ਹਸਪੀਟਲ ਕਿੱਥੇ 3 ਹਸਪੀਟਲ। ਇਹ ਹੁਣ ਲੋਕਾਂ ਨੂੰ ਇਹ ਗੁਣਾ ਤਕਸੀਮ ਕਰ ਲੈਣੀ ਚਾਹੀਦੀ ਹੈ ਕਿ ਭਾਈ ਜਿਹੜੇ ਪਹਿਲਾਂ ਏਡੇ ਵਾਅਦੇ ਕਰਕੇ ਗਏ ਆ ਉਹਨਾਂ ਨੇ ਕੀ ਕੀਤਾ ਜਾਂ ਇਹ ਕੀ ਕਰਨਗੇ। ਹਾਂ, ਮੰਨ ਲਓ ਕਿ ਜਿੱਦਾਂ ਆਪਾਂ ਕਹਿੰਦੇ ਕਿ ਮੰਨ ਲਓ ਕਿ ਮੂਲ ਧਨ 100 ਜੀ, ਜਿੱਦਾਂ ਆਪਾਂ ਕੈਲਕੂਲੇਸ਼ਨਾਂ ਕਰਦੇ ਆ, ਜਿਸ ਤਰ੍ਹਾਂ ਇਹਨਾਂ ਨੇ ਸਾਰਾ ਕੁਝ ਹੁਣ ਰੱਖਿਆ, 250 ਬੈੱਡ ਦੀ ਗੱਲ ਕੀਤੀ ਆ, ਜਾਂ ਸਰਵਿਸ ਜਿਹੜਾ ਇਹਨਾਂ ਨੇ ਅਪਗ੍ਰੇਡ ਕਰਨਾ, ਕੰਸਟਰਕਸ਼ਨ ਚੱਲੀ ਆ, ਜਿਵੇਂ ਇਹ ਕਹਿ ਰਹੇ ਆ ਉਸ ਤਰ੍ਹਾਂ ਇਹ ਹੋ ਰਿਹਾ। ਤੇ ਜਿਹੜੇ ਪ੍ਰਭਵੀਰ ਸਰਕਾਰੀਆ ਜਾਂ ਅਮਰਜੋਤ ਸੰਧੂ ਆ, ਜੇ 23 ਦੇ ਵਿੱਚ ਇਹ ਹਸਪੀਟਲ ਦੀ ਕੰਸਟਰਕਸ਼ਨ ਨਹੀਂ ਸ਼ੁਰੂ ਹੁੰਦੀ, ਜੇ ਦੁਬਾਰਾ ਇਲੈਕਟ ਹੁੰਦੇ ਆ ਤੇ ਇੱਥੇ ਦੇ ਬਰੈਂਪਟਨ ਦੇ ਲੋਕਾਂ ਨੂੰ ਇਹ ਪ੍ਰੋਮਿਸ ਕਰਨਗੇ ਇਹ ਅਸਤੀਫਾ ਦੇਵਾਂਗੇ ਜੇ ਨਾ ਸ਼ੁਰੂ ਹੋਇਆ। ਕਿਸੇ ਨੇ ਚੰਡੀ ਸਾਹਿਬ ਅਸਤੀਫਾ ਨਹੀਂ ਦੇਣਾ ਇੱਥੇ, ਕਿਉਂਕਿ 1,45,000 ਦੇ ਕਰੀਬ ਇਹਨਾਂ ਨੂੰ ਜਿਹੜੀ ਸਾਲ ਦੀ ਤਨਖਾਹ ਆਉਂਦੀ ਆ। ਤੇਰੇ ਮੇਰੇ ਵਰਗੇ ਜੇ ਮਰਦੇ ਰਹਿਣ ਇੱਥੇ 4 ਵਜੇ ਉੱਠੋ, ਟੈਕਸੀ ਤੇ ਜਾਓ, ਟਰੱਕ ਤੇ ਜਾਓ, ਹੋਰ ਕੰਮ ਕਰੋ, ਇਹ ਬੈਠੇ ਆਪਣੇ ਆਫਿਸਾਂ ਦੇ ਵਿੱਚ ਨਜ਼ਾਰੇ ਲੈਂਦੇ। ਲੋਕਾਂ ਨੂੰ ਪਾਗਲ ਬਣਾਇਆ ਜੀ ਇਹਨਾਂ ਨੇ ਇਹ। ਤੇ ਦੂਸਰਾ, ਹੁਣ ਦੂਸਰੀ ਖਬਰ ਵੀ ਪਾਗਲ ਹੋਣ ਵਾਲੀ ਹੈ ਜੀ। ਅਪ੍ਰੈਲ 12 ਦੇ ਵਿੱਚ ਜਿਹੜਾ ਇਹ ਡਾਕਫੋਰਡ ਜਿਹੜੇ ਆ ਖੋਲਣ ਜਾ ਰਹੇ ਆ ਜੀ, ਇਹ ਪੀਲ ਦੇ ਵਿੱਚ ਤੇ ਟੋਰਾਂਟੋ ਦੇ ਵਿੱਚ ਪਰਸਨਲ ਕੇਅਰ ਸਰਵਿਸ ਬਾਰਬਰਾ ਸ਼ਾਪ ਜਿਹੜੇ ਹੇਅਰ ਸਲੂਨ ਆ ਤੇ ਨੇਲ ਸਲੂਨ ਆ। ਹੁਣ ਤੁਸੀਂ ਇਹ ਦੇਖ ਲਓ ਕਿੰਨੇ ਕੇਸ ਜਿਹੜੇ ਆ 2450, 2453 ਤੇ 2448 ਜਿਹੜੇ ਪਿਛਲੀ ਦਿਨ ਦੇ ਵਿੱਚ ਜਿਹੜੇ ਆਏ ਆ। ਤੇ ਜਦੋਂ ਕੇਸ ਘੱਟ ਸੀ ਉਦੋਂ ਇਹ ਸਾਰਾ ਕੁਝ ਬੰਦ ਸੀ, ਜਦੋਂ ਕੇਸ ਵੱਧ ਗਏ ਆ ਉਦੋਂ ਤੁਸੀਂ ਸਾਰਾ ਕੁਝ ਖੋਲਣ ਜਾ ਰਹੇ ਆ। ਇਹਨਾਂ ਤੇ ਵੀ ਕਾਲਾਂ ਲਿਓ ਜੀ ਤੁਸੀਂ। ਇਹ ਲੋਕ ਕਿੰਨੇ ਕੁ ਖੁਸ਼ ਆ ਇਹ ਜੇ ਸਾਰਾ ਕੁਝ ਜਿਹੜਾ ਹੈਗਾ ਜੀ ਜੇ ਖੁੱਲਣ ਜਾ ਰਿਹਾ। ਇਹ ਵੀ ਇਹ ਪ੍ਰੋਮਿਸ ਇਹ ਇਲੈਕਸ਼ਨ ਦਾ ਹੀ ਹੈ ਜੀ, ਕਿਉਂਕਿ ਪਹਿਲਾਂ ਸੁੱਤੇ ਰਹੇ, ਹੁਣ ਇਹਨਾਂ ਨੂੰ ਪਤਾ 14 ਮਹੀਨੇ ਇਲੈਕਸ਼ਨ 'ਚ ਰਹਿ ਗਏ, ਆਓ ਨਿਕਲੋ ਤੇ ਕਰੋ ਪ੍ਰੋਮਿਸ। ਇਹਦੇ ਨਾਲ ਹੀ ਅਗਲੀ ਖਬਰ ਹੈ ਜੀ, ਸੁਪਰ ਕੱਟ ਹੇਅਰ ਸਲੂਨ ਆ ਪਿਕਰਿੰਗ ਦੇ ਵਿੱਚ। ਇਹੋ ਜਿਹੀਆਂ ਖਬਰਾਂ ਤੋਂ ਇਹਨਾਂ ਨੂੰ ਲੈਸਨ ਲੈ ਲੈਣਾ ਚਾਹੀਦਾ ਜੀ। ਉੱਥੇ ਕੋਵਿਡ-19 ਦੀ ਬ੍ਰੇਕ ਹੋਈ ਆ, ਉਹਨਾਂ ਨੇ ਡਿਕਲੇਅਰ ਕੀਤੀ ਆ, ਤੇ ਕਸਟਮਰ ਤੇ ਜਿਹੜੇ ਸਟਾਫ ਆ ਉਹ ਉੱਥੇ ਕੋਵਿਡ ਦੇ ਜਿਹੜੇ ਪੋਜ਼ਿਟਿਵ ਪਾਏ ਗਏ ਆ। ਤੇ ਇਹ 570 ਕਿੰਗਸਟਨ ਰੋਡ ਤੇ ਆ ਇਹ, ਜਿਹੜਾ ਮਾਰਚ 18 ਤੋਂ ਲੈ ਕੇ ਮਾਰਚ 21 ਤੱਕ ਜਿਹੜੇ ਇੱਥੇ ਸਲੂਨ ਦੇ ਵਿੱਚ ਗਏ ਆ, ਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਆ ਕਿ ਤੁਸੀਂ 14 ਦਿਨ ਆਪਣੇ ਆਪ ਨੂੰ ਆਈਸੋਲੇਟ ਕਰਨਾ। ਹੁਣ ਕਿੰਨੇ ਕੁ ਲੋਕ ਆ ਕਿ ਜਿਹੜੇ ਆਪਣੀ ਜ਼ਮੀਰ ਦੇ ਹਿਸਾਬ ਦੇ ਨਾਲ ਉਹ ਆ ਕੇ ਦੱਸਣਗੇ ਅਸੀਂ ਇਸ ਸਲੂਨ ਤੇ ਗਏ ਸੀ, ਅਸੀਂ 14 ਦਿਨ ਜਿਹੜੇ ਅਸੀਂ ਘਰੇ ਬੈਠਾਂਗੇ। ਮੈਨੂੰ ਨਹੀਂ ਲੱਗਦਾ ਕਿ ਲੋਕ ਬਾਹਰ ਆ ਕੇ ਦੱਸਣਗੇ ਅਸੀਂ ਇੱਥੇ ਗਏ ਸੀ, ਕਿਉਂਕਿ ਜੇ ਡਿਸਟੈਂਸ ਦੀ ਗੱਲ ਕਰਦੇ ਆ, ਹੁਣ ਜਦੋਂ ਹੇਅਰ ਕੱਟੇ ਜਾਂਦੇ ਆ ਪਿੱਛੇ ਖੜ ਕੇ ਵਾਲਾਂ ਨੂੰ ਹੱਥ ਲਾ ਕੇ ਕੱਟੇ ਜਾਂਦੇ, ਇਹ ਤਾਂ ਹੈ ਨਹੀਂ ਕਿ ਵਾਈਫਾਈ ਦੇ ਨਾਲ ਹੀ 6 ਫੁੱਟ ਦੂਰ ਰਹਿ ਕੇ ਤੁਸੀਂ ਵਾਲ ਕੱਟ ਲੈਣੇ ਜੀ। ਇਹਦੇ ਵੀ ਧਿਆਨ ਰੱਖਣ ਦੀ ਲੋੜ ਆ। ਤੇ ਅਗਲੀ ਖਬਰ, ਆਪਣੇ ਟੋਰਾਂਟੋ ਪੁਲਿਸ ਨੇ ਇੱਕ 23 ਸਾਲਾ ਆਦਮੀ ਤੇ ਇੱਕ ਜਿਹੜੇ 3 ਟੀਨੇਜਰ ਆ 14 ਤੋਂ 16 ਸਾਲ ਇਹਨਾਂ ਦੀ ਉਮਰ ਆ, ਉਹਨਾਂ ਨੂੰ ਅਰੈਸਟ ਕੀਤਾ, ਚਾਰਜ ਕੀਤਾ। ਇਹ 2000 ਅਕਤੂਬਰ 19 ਦੀ ਗੱਲ ਆ। 5 ਰਿਟੇਲ ਸਟੋਰ ਜਿਹੜੇ ਉਹਨਾਂ ਨੇ ਉੱਥੇ ਰੋਬਰੀ ਕੀਤੀ ਸੀ। ਇਹ ਟੋਰਾਂਟੋ ਤੇ ਪੀਲ ਰੀਜਨ ਦੇ ਵਿੱਚ ਹੈ ਜੀ। ਤੇ ਕੈਲੇਡਨ ਦੇ ਵਿੱਚ ਇੱਕ ਕੰਸਟਰਕਸ਼ਨ ਵਹੀਕਲ ਸੀਗਾ ਜੀ, ਇਹ ਗੋ ਰੋਡ ਦੇ ਉੱਤੇ ਨਾਰਥ ਆਫ 올ਡ ਚਰਚ ਤੇ ਇਹ ਜਾ ਰਿਹਾ ਸੀ। ਕਿਉਂਕਿ ਜਦੋਂ ਓਪਨ ਹੁੰਦਾ ਤੇ ਕੰਸਟਰਕਸ਼ਨ ਦਾ ਸਮਾਨ ਰੱਖਿਆ ਹੁੰਦਾ ਕਿ ਬਹੁਤ ਸਾਰਾ ਸਮਾਨ ਜਿਹੜਾ ਫਲਾਈ ਕਰ ਜਾਂਦਾ ਜੀ। ਇਸੇ ਤਰ੍ਹਾਂ ਇੱਕ ਸਾ ਬਲੇਡ ਜਿਹੜਾ ਕਾਫੀ ਸਟਰੋਂਗ ਸੀਗਾ ਜੀ, ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ, ਜੇ ਆਮ ਲੋਕਾਂ ਨੂੰ ਪਤਾ ਸਾ ਬਲੇਡ ਉਹਨਾਂ ਨੂੰ ਪਤਾ ਹੋਣਾ, ਉਹ ਉੱਪਰੋਂ ਡਿੱਗ ਗਿਆ। ਇਸ ਤਰ੍ਹਾਂ ਹੋਇਆ ਕਿ ਉਹ ਮਰਸੀਡੀ ਦੀ ਕਾਰ ਆ ਰਹੀ ਸੀ ਦੂਸਰੀ ਡਾਇਰੈਕਸ਼ਨ ਤੋਂ, ਉਹਦੇ ਵਿੱਚ ਬੰਪਰ ਵਿੱਚ ਜਾ ਕੇ ਲੱਗੀ। ਤੇ ਜੇ ਇਹ ਉਹ ਟਾਇਰ ਵਿੱਚ ਲੱਗ ਜਾਂਦਾ, ਟਾਇਰ ਫਟ ਜਾਂਦਾ, ਤੇ ਜਿਹੜੇ ਦੂਸਰੀ ਡਾਇਰੈਕਸ਼ਨ ਤੋਂ ਕਾਰਾਂ ਆਉਂਦੀਆਂ ਸੀ ਐਕਸੀਡੈਂਟ ਹੁੰਦਾ, ਉਹਨਾਂ ਦਾ ਕੀ ਹੁੰਦਾ। ਕਿਸੇ ਵੇਲੇ ਜਦੋਂ ਕੋਈ ਚੀਜ਼ ਥੱਲੇ ਡਿੱਗਦੀ ਆ, ਬਾਉਂਸ ਅਪ ਕਰਦੀ ਆ, ਤੇ ਉਹ ਜੇ ਸ਼ੀਲਡ ਦੇ ਵਿੱਚ ਲੱਗ ਕੇ ਉਹ ਡਰਾਈਵਰ ਦੇ ਵਿੱਚ ਲੱਗਦਾ ਤੇ ਕੀ ਨੁਕਸਾਨ ਹੁੰਦਾ। ਪਰ ਉਹ ਜਿਹੜਾ ਕੰਸਟਰਕਸ਼ਨ ਵਾਲਾ ਗੱਡੀ ਵਾਲਾ ਸੀ, ਉਹਨੇ ਗੱਡੀ ਨਹੀਂ ਰੋਕੀ, ਆਪਣੇ ਆਪ ਹੀ ਉਹ ਲੈ ਗਿਆ, ਤੇ ਕੁਝ ਵੀ ਜਿਹੜਾ ਪੁਲਿਸ ਨੂੰ ਉਹ ਨਹੀਂ ਪਤਾ ਲੱਗਾ ਜੀ। ਤੇ ਅਗਲੀ ਖਬਰ ਜਿਹੜੀ ਆਪਣੇ ਵੈਸਟਰਨ ਕੈਨੇਡਾ ਜਿਹੜੀ ਹੈਗੀ ਆ, ਐਂਟੀਸਿਪੇਟਿੰਗ ਸਮਰ ਡਿਮਾਂਡ ਫॉर ਟਰੈਵਲ ਆ ਜੀ ਉਹ। ਤੇ ਵੈਸਟਜੈਟ ਨੇ ਇਹੀ ਕਿਹਾ ਡਿਮਾਂਡ ਜਿਹੜੀ ਇੰਨੀ ਵੱਧ ਰਹੀ ਆ, ਤੇ ਉਹਨਾਂ ਨੇ ਆਪਣੀਆਂ 11 ਡੋਮੈਸਟਿਕ ਫਲਾਈਟਾਂ ਜਿਹੜੀਆਂ ਐਡ ਕਰਨ ਜਾ ਰਹੇ ਆ ਜੀ ਉਹ। ਤੇ ਫਾਰਮਰ ਜਿਹੜੇ CDC ਦੇ ਡਾਇਰੈਕਟਰ ਆ, ਉਹ ਕਹਿੰਦੇ ਵੀ ਮੈਂ ਬਿਲੀਵ ਕਰਦਾ ਜਿਹੜਾ ਵਾਇਰਸ ਹੈ ਸਾਰਾ ਕੁਝ ਕੇਮ ਫਰਮ ਚਾਈਨਾ ਲੈਬ।
ਤੇ ਜੇ ਦੇਖਿਆ ਜਾਵੇ ਤਾਂ ਇਹ ਬੜਾ ਕੰਟਰੋਵਰਸ਼ੀਅਲ ਜਿਹੜਾ ਥਿਊਰੀ ਵਿਦਆਊਟ ਐਵੀਡੈਂਸ ਆ, ਇਹੀ ਆਪਾਂ ਕਹਿ ਸਕਦੇ ਆ। ਤੇ ਹਾਕਸਬਰੀ ਅੰਟੇਰੀਓ ਦੇ ਵਿੱਚ ਇੱਕ ਹਸਪੀਟਲ ਆ, ਉੱਥੇ ਡਾਕਟਰ ਨੂੰ ਜਿਹੜਾ ਆ ਫਸਟ ਡਿਗਰੀ ਮਰਡਰ ਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਆਫਟਰ ਮਲਟੀਪਲ ਡੈਥ ਜੀ। ਅਪ੍ਰੈਲ 6 ਨੂੰ ਜਿਹੜੀ ਆ ਇਹਦੇ ਲਈ ਕੋਰਟ ਦੇ ਵਿੱਚ ਡੇਟ ਆ। ਇਹ ਡਾਕਟਰ ਬ੍ਰਾਇਨ ਨੈਡਲਰ ਆ, 35 ਸਾਲ ਇਹਨਾਂ ਦੀ ਉਮਰ ਆ, ਤੇ ਲਾਇਸੈਂਸ ਇਨ ਅੰਟੇਰੀਓ ਇਹਨਾਂ ਨੂੰ ਫਰਵਰੀ 4 ਦੇ ਵਿੱਚ 2020 ਵਿੱਚ ਮਿਲਿਆ ਸੀ। ਤੇ ਇਹ ਗ੍ਰੈਜੂਏਟ ਜਿਹੜੀ ਟਾਪ ਦੀ ਯੂਨੀਵਰਸਿਟੀ ਮੌਂਟਰੀਅਲ ਮਗੈਲ ਦੇ ਵਿੱਚ ਉਹਨਾਂ ਨੇ ਕੀਤੀ ਸੀਗੀ 2010 ਦੇ। ਤੇ ਕੰਮ ਦੇਖ ਲਓ, ਇਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਆ ਕਿ ਲੱਗਿਆ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਜੋ ਵੀ ਆ 2 ਲੋਕਾਂ ਦੀ ਮੌਤ ਹੋਈ ਆ, ਤੇ ਹੋਰ ਇਨਵੈਸਟੀਗੇਸ਼ਨ ਅਜੇ ਉਹ ਚੱਲ ਰਹੀ ਆ ਜੀ। ਕੈਨੇਡੀਅਨ ਐਕਸ ਸੋਲਜਰ ਜਿਹੜਾ ਬੜਾ ਹਾਈ ਪ੍ਰੋਫਾਈਲ ਕੇਸ ਆਫ ਸੈਕਸੁਅਲ ਅਸਾਲਟ ਦਾ ਸੀ ਮਿਲਟਰੀ ਦੇ ਵਿੱਚ, ਉਹਨਾਂ ਨੇ ਆਪਣੀ ਪਲੀ ਗਿਲਟੀ ਜਿਹੜੀ ਮੰਨ ਲਈ ਆ। 2011 ਦਾ ਕੇਸ ਸੀਗਾ ਆਰਮਰੀ ਨੀਅਰ ਕੁਬੈਕ ਸਿਟੀ ਦੇ ਕੋਲ, ਤੇ 14 ਜੁਲਾਈ ਨੂੰ ਜਿਹੜੀ ਆ ਇਹਨਾਂ ਨੂੰ ਸਜ਼ਾ ਸੁਣਾਈ ਜਾਊਗੀ ਜੀ। ਆਪਣੇ ਭਾਈਚਾਰੇ ਦੇ ਨਾਲ ਜਾਂ ਮਿਨਿਸਟਰ ਅਨੀਤਾ ਆਨੰਦ ਜੀ, ਉਹਨਾਂ ਨੇ ਦੱਸਿਆ ਕਿ ਐਸਟਰਾਜੈਨਕਾ ਦੀ ਵੈਕਸੀਨ ਜਿਹੜੀ ਅਮਰੀਕਾ ਤੋਂ ਆਉਣੀ ਸੀਗੀ, ਉਹ ਬਾਈ ਰੋਡ ਜਿਹੜੀ ਆ ਮੰਗਲਵਾਰ ਨੂੰ 1.5 ਮਿਲੀਅਨ ਡੋਜ਼ਸ ਜਿਹੜੀਆਂ ਇੱਥੇ ਪਹੁੰਚ ਜਾਣਗੀਆਂ। ਤੇ ਕਰੋਨਾ ਵਾਇਰਸ ਦੇ ਵੇਰੀਐਂਟ ਦੇ ਕੇਸ ਆ ਜੀ, ਉਹ ਸਾਰਿਆਂ ਨੂੰ ਪਤਾ ਕਿ ਬੜੇ ਖਤਰਨਾਕ ਆ। ਕਿ ਇਹ ਰਿਪੋਰਟ ਦੇ ਵਿੱਚ ਦੱਸਿਆ ਜੀ 60% ਜਿਹੜੇ ਆ ਹਾਇਰ ਰਿਸਕ ਆਫ ਡੈਥ, ਕਹਿਣ ਦਾ ਮਤਲਬ ਹੈ ਡਬਲ ਦੀ ਰਿਸਕ ਆ, ਅਕੋਰਡਿੰਗ ਟੂ ਦ ਨਿਊ ਐਨਾਲਿਸਿਸ ਆਫ ਰੀਸੈਂਟ ਆਫ ਅੰਟੀਰੀਓ ਡਾਟਾ ਫਰੋਮ ਦੀ ਪ੍ਰੋਵਿੰਸ ਸਾਇੰਸ ਐਡਵਾਈਜ਼ਰੀ ਟੇਬਲ ਜੀ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਜੀ, ਉਹ ਚਾਹੁੰਦੇ ਆ ਕਿ ਜਿਹੜਾ ਕਲਾਈਮੇਟ ਤੇ ਇਹਨਾਂ ਦੀ ਮੀਟਿੰਗ ਵਗੈਰਾ ਹੋ ਰਹੀ ਆ, ਗੱਲਬਾਤ ਹੋ ਰਹੀ ਆ, ਤੇ ਜੋ ਬਾਈਡਨ ਚਾਹੁੰਦੇ ਆ ਕਿ ਰਸ਼ੀਆ ਤੇ ਚਾਈਨਾ ਇਸ ਗੱਲਬਾਤ ਦਾ ਜਿਹੜਾ ਉਹ ਵੀ ਹਿੱਸਾ ਬਣਨ ਜੀ। ਤੇ ਹਾਲਟਨ ਪੁਲਿਸ ਇੱਕ ਇਨਵੈਸਟੀਗੇਸ਼ਨ ਕਰ ਰਹੀ ਆ। ਓਕਵਿਲ ਦੇ ਵਿੱਚ ਇੱਕ ਟਾਰਗੇਟ ਸ਼ੂਟਿੰਗ ਹੋਈ ਸੀ, ਜਿੱਥੇ ਇੱਕ ਵੂਮਨ ਨੂੰ ਬਹੁਤ ਸੱਟਾਂ ਲੱਗੀਆਂ ਤੇ ਉਹਨੂੰ ਟਰੋਮਾ ਸੈਂਟਰ ਪਹੁੰਚਾਇਆ ਗਿਆ। ਇਹ ਵੀਕਐਂਡ ਦੀ ਗੱਲ ਆ, 2:30 ਵਜੇ ਸਵੇਰੇ ਤੜਕੇ ਦੀ 6th ਲਾਈਨ ਐਂਡ ਮੰਨਜ਼ ਐਵਨਿਊ ਤੇ ਪੁਲਿਸ ਨੇ ਸਸਪੈਕਟ ਦੀ ਜਿਹੜੀ ਇਨਫੋਰਮੇਸ਼ਨ ਅਜੇ ਤੱਕ ਕੋਈ ਵੀ ਜਿਹੜੀ ਰਿਲੀਜ਼ ਨਹੀਂ ਕੀਤੀ ਜੀ। ਤੇ ਨਾਰਥ ਯਾਰਕ ਦੇ ਵਿੱਚ ਹਾਈ ਰਾਈਜ਼ ਬਿਲਡਿੰਗ ਹੈ ਜੀ, ਬਾਲਕੋਨੀ ਦੇ ਉੱਤੇ ਅੱਗ ਲੱਗੀ ਹੈ। ਯੰਗ ਐਂਡ ਏਵਨਡੇਲ ਹੈ ਜੀ, ਯੰਗ ਐਂਡ 401 ਦੇ ਏਰੀਆ ਦੇ ਵਿੱਚ, ਪਰ ਜਿਹੜੀ ਇੰਜਰੀ ਆ ਕੋਈ ਵੀ ਰਿਪੋਰਟਡ ਨਹੀਂ ਕੀਤੀ ਗਈ। ਤੇ ਅਗਲੀ ਇੱਕ ਬੜੀ ਮਾੜੀ ਖਬਰ ਹੈ ਆਪਣੇ ਬਰੈਂਪਟਨ ਤੋਂ ਜੀ। ਬਰੈਂਪਟਨ ਟ੍ਰਾਂਜ਼ਿਟ ਬੱਸ ਡਰਾਈਵਰ ਸੀਗਾ ਜਿਹੜਾ ਇੱਥੇ ਬਰੈਂਪਟਨ ਟ੍ਰਾਂਜ਼ਿਟ ਦੇ ਨਾਲ 18 ਸਾਲਾਂ ਤੋਂ ਕੰਮ ਕਰ ਰਿਹਾ ਸੀ, COVID-19 ਪੋਜ਼ਿਟਿਵ ਪਾਇਆ ਗਿਆ ਤੇ ਉਹਦੀ ਡੈਥ ਹੋਈ ਆ। ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਜਿਹੜਾ ਹਾਰਟ ਬ੍ਰੇਕਿੰਗ ਲਾਸ ਫਾਰ ਦਾ ਸਿਟੀ ਐਂਡ ਬਰੈਂਪਟਨ ਟ੍ਰਾਂਜ਼ਿਟ, ਫਿਰ ਉਹਨਾਂ ਨੇ ਆਰਡਰ ਕੀਤਾ ਕਿ ਆਲ ਸਿਟੀ ਜਿਹੜੇ ਫਲੈਗ ਆ ਉਹਨਾਂ ਨੂੰ ਹਾਫ ਡਾਊਨ ਕੀਤਾ ਜਾਵੇ ਜੀ। ਤੇ ਵਰਜੀਨੀਆ ਬੀਚ ਦੀ ਖਬਰ ਆ ਜੀ, ਇੱਥੇ ਸ਼ੂਟਿੰਗ ਹੋਈ ਆ ਬੀਚ ਦੇ ਉੱਤੇ ਜੀ 11:30 ਵਜੇ ਰਾਤ। ਪਹਿਲਾਂ ਤਾਂ ਇਹ ਨਹੀਂ ਲੱਗਦਾ ਵੀ 11:30 ਰਾਤ ਤੇ ਕਿਹੜਾ ਬੀਚ ਜਿਹੜਾ ਲੋਕ ਉੱਥੇ ਰਹਿੰਦੇ ਆ ਵੀ ਜਿਹੜਾ ਬੀਚ ਤੇ ਐਕਚੁਅਲੀ ਬੀਚ ਤੇ ਜਾਂਦੇ ਆ ਜੀ ਉਹ। ਤੇ ਇੱਥੇ ਸ਼ੂਟਿੰਗ ਹੋਈ ਆ, 2 ਲੋਕਾਂ ਦੀ ਮੌਤ ਤੇ 8 ਜਿਹੜੇ ਬੜੇ ਬੁਰੀ ਤਰ੍ਹਾਂ ਜ਼ਖਮੀ ਹੋਏ ਆ। ਤੇ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਇਲੈਕਸ਼ਨ ਸੀਗੀ। ਇਹ ਇਲੈਕਸ਼ਨ ਵੈਸੇ ਪਹਿਲਾਂ ਵੀ ਸੈਟਅਪ ਕੀਤੀ ਸੀਗੀ ਤੇ ਫਿਰ ਇਹ ਪੋਸਟਪੋਨ ਕਰ ਦਿੱਤੀ ਸੀਗੀ। ਤਾਂ ਉਸ ਤੋਂ ਬਾਅਦ ਇਹ ਜਿਹੜੇ ਉੱਥੇ ਵਿੱਚ ਲੋਕ ਕੰਮ ਕਰਦੇ ਸੀ, ਜਿਨ੍ਹਾਂ ਨੇ ਬੂਥ 'ਤੇ ਕੰਮ ਕਰਨਾ, ਉਹ ਲੋਕ ਵੀ ਡਰਦੇ ਸੀਗੇ ਕਿਉਂਕਿ ਕੋਵਿਡ ਦੇ ਕੇਸ ਡੇ ਬਾਈ ਡੇ ਜਿਹੜੇ ਬਹੁਤ ਜ਼ਿਆਦਾ ਵਧੀ ਜਾਂਦੇ ਸੀ। ਤੇ ਇੱਥੇ ਜਿਹੜੀ ਆ ਲਿਬਰਲ ਦੀ ਜਿਹੜੀ ਜਿੱਤ ਹੋਈ ਆ, ਸਲਿਮ ਮੈਜੋਰਟੀ ਆ। ਮੈਂ ਦੱਸ ਦਿੰਦਾ ਥੋੜਾ ਜਿਹਾ ਸਰੋਤਿਆਂ ਨੂੰ। ਤੇ ਇੱਥੇ ਟੋਟਲ ਜਿਹੜੀਆਂ ਸੀਟਾਂ 40 ਸੀਗੀਆਂ, 40 ਦੇ ਵਿੱਚੋਂ ਲਿਬਰਲ ਪਾਰਟੀ ਨੂੰ ਮੈਜੋਰਟੀ ਲਈ 21 ਚਾਹੀਦੀਆਂ ਸੀ, ਇਹਨਾਂ ਨੂੰ 22 ਸੀਟਾਂ ਮਿਲ ਗਈਆਂ ਜੀ। ਤੇ ਪੀਸੀ ਪਾਰਟੀ ਨੂੰ 13 ਸੀਟਾਂ ਤੇ ਐਨਡੀਪੀ ਨੂੰ 2 ਤੇ ਇੰਡੀਪੈਂਡੈਂਟ ਆ ਜਿਹੜੀਆਂ 3 ਸੀਟਾਂ ਉਹਨਾਂ ਨੂੰ ਮਿਲੀਆਂ ਆ। ਤੇ ਸਭ ਤੋਂ ਵੱਡੀ ਗੱਲ ਆ ਹੈ ਜੀ, ਪੀਸੀ ਪਾਰਟੀ ਦਾ ਲੀਡਰ ਤੇ ਐਨਡੀਪੀ ਦਾ ਲੀਡਰ ਇਹ ਦੋਨੇ ਆਪਣੀਆਂ ਸੀਟਾਂ ਚੰਦੀ ਸਾਹਿਬ ਹਾਰ ਗਏ ਜੀ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਮੋਹਰੇ ਹੁੰਦੇ ਆ ਜੀ, ਮੋਹਰਲੇ ਲੀਡਰ ਹੁੰਦੇ, ਉਹੀ ਹਾਰ ਗਏ। ਜੇ ਪੀਸੀ ਪਾਰਟੀ ਦੇ ਲੀਡਰ ਦੀ ਗੱਲ ਕੀਤੀ ਜਾਵੇ ਤਾਂ ਚੈਸ ਕ੍ਰਾਸਬੀ, ਉਹ 500 ਵੋਟ ਤੇ ਹਰੇ ਆ। ਤੇ ਐਨਡੀਪੀ ਦੀ ਜਿਹੜੀ ਲੀਡਰ ਆ ਐਲੀਸ਼ਨ ਕੌਫਨ, ਇਹ 53 ਵੋਟਾਂ ਤੇ ਹਰੇ ਆ। ਤੇ ਟੋਟਲ ਵੋਟਾਂ ਜਿਹੜੀਆਂ ਲਿਬਰਲ ਪਾਰਟੀ ਨੂੰ 48.2% ਪਈਆਂ ਤੇ ਪੀਸੀ ਪਾਰਟੀ ਨੂੰ 38.8 ਵੋਟਾਂ ਜਿਹੜੀਆਂ ਉੱਥੇ ਪਈਆਂ ਆ। ਤੇ ਬਰੈਂਪਟਨ ਦੇ ਵਿੱਚ ਵੀਕਐਂਡ ਤੇ ਸਟੈਬਿੰਗ ਹੋਈ ਆ, ਸਿਲਵਰ ਮੇਪਰ ਕੋਰਟ ਤੇ ਲੀਸਾ ਕੋਰਟ ਤੇ ਇਹ ਵੈਸਟ ਆਫ ਡਿਕਸੀ ਪੈਂਦਾ। ਤੇ ਵਿਕਟਮ ਨੂੰ ਜਿਹੜਾ ਹਸਪੀਟਲ ਪਹੁੰਚਾਇਆ ਗਿਆ, ਕਾਫੀ ਸੱਟਾਂ ਲੱਗੀਆਂ ਸੀ। ਸਸਪੈਕਟ ਜਿਹੜਾ ਉੱਥੋਂ ਭੱਜ ਗਿਆ ਸੀ ਤਾਂ ਪੁਲਿਸ ਨੇ ਉਹਦੇ ਬਾਰੇ ਥੋੜਾ ਡਿਸਕ੍ਰਾਈਬਡ ਕੀਤਾ ਕਿ ਬਲੈਕ ਮੇਲ ਆ, 20 ਸਾਲ ਦੀ ਉਮਰ ਆ, 5 ਫੁੱਟ 7 ਇੰਚ ਕੱਦ ਆ, ਸਲਿਮ ਆ ਤੇ ਵੀਅਰਿੰਗ ਸਕਾਈ ਮਾਸਕ ਤੇ ਡਾਰਕ ਸਵੈਟ ਪੈਂਟ ਇਹਦੇ ਪਾਈ ਹੋਈ ਆ ਜੀ। ਤੇ ਵੈਨਕੂਵਰ ਤੋਂ ਵੀ ਖਬਰ ਹੈ ਵੀਕਐਂਡ ਦੀ ਆ, ਲਿਨ ਵੈਲੀ ਤੇ ਉੱਥੇ ਇੱਕ ਲਾਇਬ੍ਰੇਰੀ ਸੀ ਨਾਰਥ ਵੈਨਕੂਵਰ VC ਦੇ ਵਿੱਚ, ਤੇ ਜਿੱਥੇ ਇੱਕ 28 ਸਾਲਾ ਵਿਅਕਤੀ ਨੇ ਜਾ ਕੇ ਜੀ ਉੱਥੇ ਸਟੈਬਿੰਗ ਕੀਤੀ ਹੈ, ਜਿੱਥੇ ਸਟੈਬਿੰਗ ਦੇ ਨਾਲ ਇੱਕ ਔਰਤ 20 ਸਾਲਾਂ ਦੀ ਤੇ 6 ਜਣੇ ਹੋਰ ਜਿਹੜੇ ਆ ਬੜੇ ਉਹ ਇੰਜਰਡ ਹੋਏ ਆ, ਹਸਪੀਟਲ ਉਹਨੂੰ ਪਹੁੰਚਾਇਆ ਗਿਆ। ਤੇ ਲੇਟੈਸਟ ਨਿਊਜ਼ ਇਹ ਹੀ ਆ
ਤੇ ਪੁਲਿਸ ਨੇ ਹੁਣ 28 ਸਾਲਾ ਜਿਹੜਾ ਵਿਅਕਤੀ ਆ ਉਹਨੂੰ ਸੈਕੰਡ ਡਿਗਰੀ ਮਰਡਰ ਦੇ ਵਿੱਚ ਉਹਨੂੰ ਚਾਰਜ ਕਰ ਲਿਆ ਗਿਆ ਜੀ। ਪਾਵਰਬਾਲ ਜੈਕਪੋਟ ਆ ਜੀ ਆਪਣੇ ਅਮਰੀਕਾ ਦੇ ਵਿੱਚ 238 ਮਿਲੀਅਨ ਜਿਹੜੀ ਆ ਲਾਟਰੀ 1 ਟਿਕਟ ਸੋਲਡ ਹੋਈ ਸੀ ਫਲੋਰੀਡਾ 'ਚ। ਇੱਕ ਹੀ ਬੰਦਾ ਜਿਹੜਾ ਉੱਥੇ ਫਲੋਰੀਡਾ 'ਚ ਇਹ ਵਿਨ ਹੋਇਆ ਜੀ। ਆਪਣੇ ਅਗਲੀ ਖਬਰ ਤੇ ਚੱਲਦੇ ਆ। ਡਾਕਟਰ ਐਂਥਨੀ ਫੌਚੀ, ਉਹਨਾਂ ਨੂੰ ਸਵਾਲ ਜਵਾਬ ਕੀਤੇ ਗਏ ਸੀ ਕਿ ਲੋਕਾਂ ਨੇ ਸਵਾਲ ਕੀਤੇ ਹੈ ਕਿ ਸਮਰ ਹੁਣ ਜਿਹੜੀ ਆ ਰਹੀ ਆ, ਜਿਹੜੇ ਉਹਨਾਂ ਨੇ ਪੁੱਛੇ ਅਨਵੈਕਸੀਨੇਟਡ ਜਿਹੜੇ ਚਿਲਡਰਨ ਆ ਉਹ ਕੈਂਪ ਜਾਂ ਪਲੇਗਰਾਉਂਡ ਦੇ ਵਿੱਚ ਜਾ ਸਕਦੇ ਆ, ਤੇ ਫੌਜੀ ਦਾ ਕਹਿਣਾ ਸੀਗਾ ਕਿ ਜਾ ਸਕਦੇ ਆ, ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ। ਪਰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਡਾਕਟਰ ਫੌਜੀ ਆ ਆਪਣੇ ਇਨਫੈਕਟੀਅਸ ਡਿਜ਼ੀਜ਼ ਐਕਸਪਰਟ ਆ, ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਐਲੀਮੈਂਟਰੀ ਸਕੂਲ ਏਜ ਜਿਹੜੇ ਕਿਡ ਆ, ਜਿਹੜੀ ਏਜ ਬਣਦੀ ਆ ਉਹਨਾਂ ਦੀ ਐਲੀਮੈਂਟਰੀ ਸਕੂਲ ਕਿਡ ਦੀ, ਉਹਨਾਂ ਨੂੰ ਜਿਹੜੀ ਵੈਕਸੀਨ ਆ ਉਹ 2022 ਦੇ ਫਸਟ ਕੁਆਰਟਰ ਵਿੱਚ ਜਾ ਕੇ ਲੱਗੂਗੀ। ਪਿਛਲੇ ਦਿਨੀ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਕਿ ਲੈਸ ਦੈਨ 12 ਈਅਰ ਓਲਡ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਟਰਾਇਲ ਆ ਉਹ ਚੱਲ ਰਹੇ ਆ। ਟਰਾਇਲ ਜਾ ਕੇ ਇਹ ਦਸੰਬਰ 2021 ਦੇ ਵਿੱਚ ਇਹਨਾਂ ਦੇ ਰਿਜ਼ਲਟ ਆਉਣਗੇ, ਤੇ ਇਸ ਕਰਕੇ ਉਹਨਾਂ ਨੇ 2022 ਦੇ ਵਿੱਚ ਜਿਹੜਾ ਫਸਟ ਕੁਆਰਟਰ ਦੇ ਵਿੱਚ ਇਹਨਾਂ ਨੂੰ ਉਹ ਲੱਗੂਗੀ ਵੈਕਸੀਨ ਜਿਹੜੀ ਦਿੱਤੀ ਜਾਊਗੀ। ਅੰਟੇਰੀਓ ਤੇ ਕੁਬੈਕ ਨੇ ਆਫੀਸ਼ੀਅਲ ਕਿਹਾ ਆ ਕਿ ਮੈਨੀ ਵੈਕਸੀਨ ਅਪਾਇੰਟਮੈਂਟ ਅਨਫਿਲਡ, ਆਸਕ ਸੀਨੀਅਰ ਟੂ ਐਕਟ। ਕਿ ਜੌਨ ਟੋਰੀ ਨੇ ਵੀ ਕਿਹਾ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਅਪਾਇੰਟਮੈਂਟ ਖਾਲੀ ਪਈਆਂ ਕਿ ਲੋਕ ਆ ਕੇ ਬੁੱਕ ਨਹੀਂ ਕਰਾਉਂਦੇ, ਜਿੱਦਾਂ ਇਹਨਾਂ ਨੇ ਗੱਲ ਕੀਤੀ ਆ 70 ਸਾਲ ਜਾਂ ਅੰਟੇਰੀਓ ਦੇ ਵਿੱਚ ਉਸ ਤੋਂ ਵੱਧ ਇਹ ਜਿਹੜੀ ਅਪਾਇੰਟਮੈਂਟ ਬਣਾਈ ਜਾਵੇ। ਤੇ ਆਪਣੇ ਜੌਨ ਟੋਰੀ ਨੇ ਇਹੀ ਕਿਹਾ, ਵੀ ਹੈਵ ਦ ਵੈਕਸੀਨ, ਵੀ ਹੈਵ ਦੀ ਸਟਾਫ ਬਟ ਨੋ ਪੀਪਲ, ਕਿਉਂਕਿ ਲੋਕ ਡਰੇ ਹੋਏ ਆ। ਜਿਸ ਤਰ੍ਹਾਂ ਪਹਿਲਾਂ ਵੀ ਆਉਂਦੀਆਂ ਸੀ ਐਸਟਰਾਜੈਨੇਕਾ ਦੀ ਆ, ਉਹ ਕਲੌਟ ਬਣਾਉਂਦੀ ਆ, ਬਲੱਡ ਕਲੌਟ, ਤੇ ਇਸ ਕਰਕੇ ਸ਼ਾਇਦ ਲੋਕ ਡਰੇ ਹੋਏ ਵੀ ਆ, ਇਸ ਕਰਕੇ ਜਿਹੜੀਆਂ ਅਪਾਇੰਟਮੈਂਟ ਨਹੀਂ ਬਣਾ ਰਹੇ ਜੀ ਉਹ। ਤੇ ਅਗਲੀ ਖਬਰ ਹੈ ਕਿ ਮੈਂਬਰ ਆਫ ਟੋਰਾਂਟੋ ਏਸ਼ੀਅਨ ਕਮਿਊਨਿਟੀ, ਉਹਨਾਂ ਨੇ ਰੈਲੀ ਕੀਤੀ ਹੈ ਟੋਰਾਂਟੋ ਡਾਊਨਟਾਊਨ ਦੇ ਵਿੱਚ ਨਾਥਨ ਫਿਲਿਪ ਸਕੁਅਰ ਦੇ ਵਿੱਚ ਅਵੇਅਰਨੈਸ ਵਾਸਤੇ ਜਿਹੜੀ ਐਂਟੀ ਏਸ਼ੀਅਨ ਰੇਸਿਜ਼ਮ ਆ ਜਾਂ ਐਂਟੀ ਅਟੈਕ ਹੈ। ਜਿਸ ਤਰ੍ਹਾਂ ਅਟਲਾਂਟਾ ਦੇ ਵਿੱਚ ਸ਼ੂਟਿੰਗ ਹੋਈ ਸੀ, ਉੱਥੇ ਜਿਹੜੇ ਆਪਣੇ ਏਸ਼ੀਅਨ ਔਰਤਾਂ ਉੱਥੇ ਉਹਨਾਂ ਦੀ ਡੈਥ ਹੋਈ ਸੀ। ਤਾਂ ਮਾਰਕਮ ਦੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਅਰਜਨ ਚੌਧਰੀ ਜਾਂ ਉੱਥੇ ਵੀ ਉਹਨਾਂ ਨੇ ਅਟੈਕ ਕਈ ਏਸ਼ੀਅਨ ਵੂਮਨ ਤੇ ਕੀਤਾ ਸੀ। ਇਸ ਕਰਕੇ ਉਹਨਾਂ ਨੇ ਅਵੇਅਰਨੈਸ ਵਾਸਤੇ ਜਿਹੜੀ ਡਾਊਨਟਾਊਨ ਟੋਰਾਂਟੋ ਇਹ ਰੈਲੀ ਕੀਤੀ ਸੀਗੀ ਜੀ। ਤੇ ਬਰੈਂਪਟਨ ਦੇ ਵਿੱਚ ਕੱਲ ਜੀ ਐਤਵਾਰ ਦੀ ਖਬਰ ਹੈ ਜੀ, ਤੜਕੇ 3 ਵਜੇ ਜਿਹੜੀ ਆ ਕਿਡਨੈਪਿੰਗ ਉੱਤੇ ਹੋਈ ਸੀਗੀ ਮੇਫੀਲਡ ਤੇ ਮਿਸ਼ਾਗਾ ਰੋਡ ਤੇ। ਤਾਂ ਪੁਲਿਸ ਨੂੰ ਕਾਲ ਆਈ ਸੀਗੀ, ਫੀਮੇਲ ਦੀ ਬੜੀ ਸਕਰੀਮ ਜਿਹੜਾ ਕਰ ਰਹੀ, ਰੋ ਰਹੀ ਸੀ ਉੱਚੀ ਉੱਚੀ, ਤਾਂ ਕੋਈ ਆਦਮੀ ਉਹਦੀ ਡੋਰ ਭੰਨ ਰਿਹਾ ਸੀਗਾ। ਤੇ ਉਹ ਤੇ ਇਸ ਤਰ੍ਹਾਂ ਜਦੋਂ ਪੁਲਿਸ ਆਈ ਆ ਤੇ ਪੁਲਿਸ ਡੋਰ ਭੰਨ ਕੇ ਜਦੋਂ ਅੰਦਰ ਗਈ ਆ ਤਾਂ ਉਹਨੇ ਦੇਖਿਆ ਕਿ ਆਵਾਜ਼ਾਂ ਜਿਹੜੀਆਂ ਗਰਾਜ ਦੇ ਵਿੱਚੋਂ ਆ ਰਹੀਆਂ ਜੀ ਉਹ। ਤੇ ਪੁਲਿਸ ਨੇ ਜਦੋਂ ਗਰਾਜ ਦੇ ਵਿੱਚ ਦੇਖਿਆ ਤੇ ਜਿਹੜਾ ਸਸਪੈਕਟ ਸੀਗਾ ਉਹ ਡਰਾਈਵਰ ਸੀਟ ਦੇ ਉੱਤੇ ਬੈਠਾ ਸੀ, ਤੇ ਲੜਕੀ ਇਹ 23 ਸਾਲ ਦੀ ਜਿਹੜੀ ਆ ਮਗਰਲੀ ਸੀਟ ਤੇ ਬੈਠੀ ਸੀ। ਤਾਂ ਇਹ ਲੜਕਾ ਇਸ ਲੜਕੀ ਨੂੰ ਭਜਾ ਕੇ ਲੈ ਗਿਆ ਤੇ ਪੁਲਿਸ ਨੇ ਓਪਨ ਫਾਇਰ ਜ਼ਰੂਰ ਕੀਤਾ ਪਰ ਉਹਦੇ ਲੱਗਾ ਨਹੀਂ ਤੇ ਉੱਥੋਂ ਭੱਜ ਗਿਆ ਜੀ। ਇਹ ਬਲੈਕ ਹੋਂਡਾ ਸਿਵਿਕ ਕਾਰ ਸੀ, BZHE 247 ਇਹਦਾ ਉਹ ਨੰਬਰ ਸੀਗਾ। ਤੇ ਫਿਰ 10-12 ਘੰਟਿਆਂ ਤੋਂ ਬਾਅਦ ਜਿਹੜੀ ਪੁਲਿਸ ਨੇ ਇਹ ਦੱਸ ਦਿੱਤਾ ਸੀਗਾ ਇਹ ਜਿਹੜੀ ਲੜਕੀ 23 ਸਾਲ ਦੀ ਤੇ ਲੜਕਾ 21 ਸਾਲ ਦਾ, ਦੇ ਨੋ ਈਚ ਅਦਰ, ਇੱਕ ਦੂਜੇ ਨੂੰ ਇਹ ਜਾਣਦੇ ਸੀਗੇ। ਤੇ ਇਹ ਜਿਹੜੀ ਫਿਰ ਲੇਟਰ ਔਨ ਜਿਹੜੀ ਇਹਨਾਂ ਦੀ ਗੱਡੀ ਆ 8 ਕਿਲੋਮੀਟਰ ਇਹਨਾਂ ਦੇ ਘਰ ਤੋਂ ਜਿਹੜੀ ਫੜ ਲਈ ਆ ਤੇ ਪੁਲਿਸ ਨੇ ਦੱਸਿਆ ਇਹ ਬॉयਫ੍ਰੈਂਡ ਗਰਲਫ੍ਰੈਂਡ ਆ। ਮੇ ਬੀ ਆਈ ਡੋਂਟ ਨੋ, ਇੱਥੋਂ ਇਹੀ ਲੱਗਦਾ ਕਿ ਲੜਕਾ ਉਹਨੂੰ ਲੈ ਕੇ ਜਾਣਾ ਚਾਹੁੰਦਾ ਸੀ, ਉਹ ਜਾਣਾ ਨਹੀਂ ਚਾਹੁੰਦੀ। ਇਸ ਤਰ੍ਹਾਂ ਦਾ ਕੋਈ ਸੀਨ ਇਹ ਬਣਿਆ ਤੇ ਬਾਕੀ ਸਸਪੈਕਟ ਤੇ ਉਹਨਾਂ ਦੀ ਭਾਲ ਕਰ ਰਹੇ ਆ। ਤੇ ਪੁਲਿਸ ਨੇ ਇਸ ਲੜਕੇ ਦੇ 21 ਸਾਲ ਤੇ ਪਹਿਲਾਂ ਜਿਹੜੇ ਆ ਵਾਰੰਟ ਇਸ਼ੂ ਕੀਤੇ ਸੀ। 43 ਸਾਲ ਔਰਤ ਦਾ ਵੀ ਇਹਨੇ ਮਰਡਰ ਕੀਤਾ ਸੀਗਾ। ਇੱਥੇ ਹੋਰ ਕਈ ਤਰ੍ਹਾਂ ਦੇ ਕੇਸ ਸੀਗੇ। ਇਹ ਪਹਿਲਾਂ ਹੀ ਜਿਹਦੇ ਵਾਰੰਟ ਇਸ਼ੂ ਸੀ, ਇਹ ਵਾਂਟਡ ਸੀਗਾ ਜੀ। ਬੜਾ ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ 21 ਸਾਲ ਦਾ ਲੜਕਾ ਬੜਾ ਖਤਰਨਾਕ ਹੈ ਜੀ ਇਹ ਜੀ। ਤੇ ਟੋਰਾਂਟੋ ਦੇ ਵਿੱਚ 3 ਹੋਰ ਸਕੂਲ ਜਿਹੜੇ ਆ, 3 ਹੋਰ ਸਕੂਲ ਜਿਹੜੇ ਆ ਡਿਊ ਟੂ ਦੀ COVID-19 ਦੇ ਕੇਸ ਵਧਣ ਕਰਕੇ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਆ। 2 ਸਕੂਲ ਜਿਹੜੇ ਆ ਨਾਰਥ ਯਾਰਕ ਐਲੀਮੈਂਟਰੀ ਸਕੂਲ ਆ ਤੇ ਇੱਕ ਸਕੂਲ ਜਿਹੜਾ ਸਕਾਰਬਰੋ ਦੇ ਵਿੱਚ ਆ ਕੈਥੋਲਿਕ ਸਕੂਲ ਆ ਜੀ। ਇੱਥੇ ਸਾਰੇ ਸਕੂਲਾਂ 'ਚ 6 ਤੋਂ 7 ਜਿਹੜੇ ਪੋਜ਼ਿਟਿਵ ਕੇਸ ਪਾਏ ਗਏ ਆ ਤੇ ਇੱਕ ਸਕੂਲ ਦੇ ਵਿੱਚ 7 ਸਟੂਡੈਂਟ ਤੇ 2 ਸਟਾਫ ਮੈਂਬਰ ਜਿਹੜੇ ਉਹ ਪੋਜ਼ਿਟਿਵ ਪਾਏ ਗਏ ਆ ਜੀ। ਸਕਾਰਬਰੋ ਦੇ ਵਿੱਚ ਕੈਨੇਡੀ ਐਗਲੈਂਟਨ ਦੇ ਕੱਲ ਸ਼ਾਮੀ 8 ਵਜੇ ਅਪਾਰਟਮੈਂਟ ਬਿਲਡਿੰਗ ਨੂੰ ਅੱਗ ਲੱਗੀ ਆ ਤੇ ਉੱਥੋਂ ਕਰੂ ਵੀ ਆਇਆ ਸੀ ਅੱਗ ਬੁਝਾਉਣ ਵਾਲਾ ਤੇ ਇੱਥੇ ਪੁਲਿਸ ਵਾਲਾ ਵੀ ਸ਼ਾਇਦ ਥੋੜੀ ਹੈਲਪ ਕਰ ਰਿਹਾ ਸੀ। ਉਹਨਾਂ ਨੂੰ ਵੀ ਥੋੜਾ ਜਿਹਾ ਹਾਰਟ ਹੋਇਆ, ਸੇਕ ਲੱਗਾ ਤੇ ਉਹ ਹਸਪੀਟਲ ਪਹੁੰਚਾਇਆ ਗਿਆ। ਇਹ ਜਿਹੜੀ ਅੱਗ ਆ 6ਵੀਂ ਫਲੋਰ ਬਾਲਕਨੀ ਤੋਂ ਸ਼ੁਰੂ ਹੋਈ ਸੀ। ਬੜੀ ਥਿਕ ਬਲੈਕ ਸਮੋਕ ਸੀਗੀ ਪਰ ਇਹਨਾਂ ਦੇ ਪੁਲਿਸ ਦੇ ਦੱਸਣ ਦੇ ਮੁਤਾਬਕ ਜਿਹੜਾ ਆ ਕੋਈ ਇੰਜਰੀ ਰਿਪੋਰਟ ਜਿਹੜੀ ਉਹ ਨਹੀਂ ਕੀਤੀ ਗਈ। ਅਗਲੀ ਖਬਰ ਵੀ ਆਪਣੇ ਬਰੈਂਪਟਨ ਦੇ ਆ, ਬਾਸਟਕਬਾਲ ਜਿਹੜਾ ਕੋਰਟ ਆ ਜੀ, ਉੱਥੇ ਇੱਕ 24 ਸਾਲ ਦਾ ਲੜਕਾ ਜਿਹੜਾ ਆ ਉਹ ਪਲੇ ਕਰ ਰਿਹਾ ਸੀਗਾ ਕੁਈਨ ਸਟਰੀਟ ਈਸਟ ਤੇ ਡਿਕਸੀ ਰੋਡ ਤੇ। ਕੱਲ ਸ਼ਾਮ 6 ਵਜੇ ਦੀ ਗੱਲ ਆ ਕਿ 23 ਸਾਲਾ ਇੱਕ ਹੋਰ ਲੜਕੇ ਨੇ ਆ ਕੇ ਉਹਨੂੰ ਸਟੈਬ ਕੀਤਾ ਤੇ ਇਸ 24 ਸਾਲ
ਲੜਕੇ ਨੂੰ ਵਿਕਟਮ ਜਿਹੜਾ ਟਰਾਂਸਪੋਰਟਡ ਟੂ ਦ ਹਸਪੀਟਲ ਉੱਥੋਂ ਪਹੁੰਚਾਇਆ ਗਿਆ ਤੇ ਇਹ ਜਿਹੜਾ ਸੀਗਾ 23 ਸਾਲ ਦਾ ਲੜਕਾ ਇਹ ਉੱਥੋਂ ਭੱਜ ਗਿਆ ਸੀ। ਪੁਲਿਸ ਨੇ ਲੇਟਰ ਔਨ ਇਹਨੂੰ ਫੜ ਲਿਆ, ਅਰੈਸਟ ਕਰ ਲਿਆ ਤੇ ਇਹਦੇ ਉੱਤੇ ਚਾਰਜ ਲਗਾਏ ਆ ਜੀ। ਨੈਸ਼ਨਲ ਟੈਂਸੀ ਦੀ ਗੱਲ ਆ, ਉੱਥੇ ਬੜਾ ਜ਼ਿਆਦਾ ਮੀਂਹ ਪਿਆ, ਰਿਕਾਰਡ ਰੇਨ ਉੱਤੇ ਹੋਈ ਆ, ਕਾਜ਼ ਫਲੈਸ਼ ਫਲੱਡਿੰਗ ਅਕ੍ਰਾਸ ਟੂ ਦ ਸਟੇਟ, ਜਿੱਥੇ 4 ਲੋਕਾਂ ਦੀ ਮੌਤ ਹੋਈ ਆ, 1 ਦਰਜਨ ਤੋਂ ਵੱਧ ਘਰ ਤੇ ਬਿਜ਼ਨਸ ਜਿਹੜੇ ਡਿਸਟਰੋਇਡ ਹੋਏ ਆ ਜੀ। ਤੇ ਇੰਟੀਰੀਅਰ ਦੇ ਵਿੱਚ 2 ਰੀਜਨ ਇਹ ਆ ਕਿ ਆਪਣੇ ਪਬਲਿਕ ਹੈਲਥ ਜਿਹੜੇ ਮੇਜਰ ਆ ਉਹਨਾਂ ਨੂੰ ਹੋਰ ਵੀ ਥੋੜਾ ਔਖਾ ਕਰਨ ਜਾ ਰਹੇ ਆ। ਜੇ ਆਪਾਂ ਹੈਮਿਲਟਨ ਦੀ ਗੱਲ ਕੀਤੀ ਜਾਵੇ ਤਾਂ ਹੈਮਿਲਟਨ ਇਜ਼ ਗੋਇੰਗ ਟੂ ਇੰਟਰ ਸਟ੍ਰਿਕਰ ਗ੍ਰੇ ਲਾਕਡਾਊਨ ਫੇਜ਼ ਇੰਟੀਰੀਅਰ ਪੈਂਡੈਮਿਕ ਰਿਸਪੌਂਸ ਪਲਾਨ ਤੇ ਅੱਜ ਉਹ ਕਰ ਰਹੇ ਆ। ਤੇ ਦੂਸਰਾ ਰੀਜਨ ਜਿਹੜਾ ਹੋਊਗਾ ਈਸਟਰਨ ਇੰਟੀਰੀਅਰ ਹੈਲਥ ਯੂਨਿਟ ਹੋਊਗਾ ਕਿ ਇਹ ਕਹਿੰਦੇ ਆ ਕਿ ਕੇਸ ਵਧਣ ਕਰਕੇ ਅਸੀਂ ਹੁਣ ਗ੍ਰੇ ਜ਼ੋਨ 'ਚ ਲਿਆ ਕੇ ਇਹਨਾਂ ਨੂੰ ਹੋਰ ਸਟ੍ਰਿਕਟ ਜਿਹੜਾ ਕੀਤਾ ਜਾਊਗਾ। ਤੇ ਕੈਨੇਡਾ ਨੇ ਜਿਹੜਾ ਸਕੈਜੂਅਲ ਕੀਤਾ ਆ, ਇਹਨਾਂ ਨੇ ਦੱਸਿਆ ਕਿ ਸਕੈਜੂਅਲ ਸਾਡਾ ਆਲਰੇਡੀ ਹੋਇਆ ਆ। ਦੇ ਗੈਟਿੰਗ 3.3 ਮਿਲੀਅਨ ਡੋਜ਼ਸ ਦਿਸ ਵੀਕ, ਇਸ ਵੀਕ ਦੇ ਵਿੱਚ ਆ ਜਾਣੀਆਂ ਫਰੋਮ ਡਿਫਰੈਂਟ ਫਾਰਮਾਸਿਊਟੀਕਲ ਕੰਪਨੀ ਦੇ ਕੋਲੋਂ ਆਊਗੀ ਜੀ। ਇਹਨਾਂ ਨੇ ਦੱਸਿਆ ਕਿ 1.2 ਮਿਲੀਅਨ ਜਿਹੜੇ ਫਾਈਜ਼ਰ ਬਾਇਓਟੈਕ ਦੀ ਜਿਹੜੀ ਆਊਗੀ, 1.5 ਐਸਟਰਾਜੈਨੇਕਾ ਜਿਹੜੀ USA ਤੋਂ ਆਉਣੀ ਸੀ, 6 ਲੱਖ ਦੇ ਕਰੀਬ ਜਿਹੜੀ ਮੋਡਰਨਾ ਨੇ ਉਹਨਾਂ ਨੇ ਦੇਣੀ ਆ। ਤੇ ਪ੍ਰੀਮੀਅਰ ਡਾਗਫੋਰਡ ਜੀ ਤੇ ਉਹਨਾਂ ਦੇ ਨਾਲ ਜਿਹੜੇ ਫਾਈਨੈਂਸ ਮਿਨਿਸਟਰ ਆ, ਅੱਜ ਉਹ ਨਿਆਗਰਾ ਫਾਲ ਜਾ ਰਿਹਾ ਜੀ, ਉੱਥੇ ਆਪਣੀ ਨਵੀਂ ਅਨਾਉਂਸਮੈਂਟ ਕਰਨਗੇ। ਜਿਸ ਤਰ੍ਹਾਂ ਬਰੈਂਪਟਨ ਦੇ ਲੋਕਾਂ ਨੂੰ ਖੁਸ਼ ਕਰਕੇ ਗਏ ਲੱਗ ਰਿਹਾ ਜੀ, ਉੱਥੇ ਨਿਆਗਰਾ ਫਾਲ ਦੇ ਲੋਕਾਂ ਨੂੰ ਵੀ ਜਿਹੜਾ ਖੁਸ਼ ਕਰਨਗੇ ਜੀ ਉਹ। ਇਹ ਚੰਦੀ ਸਾਹਿਬ ਦੀਆਂ ਖਬਰਾਂ ਸੀਗੀਆਂ ਜੀ। ਧੰਨਵਾਦ ਜੀ, ਧੰਨਵਾਦ। ਤੁਸੀਂ ਅੱਜ ਬਹੁਤ ਬਿਜੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਚੰਦੀ ਸਾਹਿਬ ਜੀ 1 ਮਿੰਟ ਤੁਹਾਡਾ ਮੈਂ ਲਊਂਗਾ। ਸਰੋਤਿਆਂ ਨੂੰ ਪੁੱਛਿਓ ਕਿ ਇਹ ਜਿਹੜਾ ਹਸਪੀਟਲ ਦੀ ਆਪਾਂ ਗੱਲ ਕੀਤੀ ਆ, ਆਪਾਂ ਹੁਣ ਸਾਰਾ ਪਲੱਸ ਮਾਈਨਸ ਆਪਾਂ ਆਲਰੇਡੀ ਦੱਸਤਾ, ਤੇ ਲੋਕ ਇਹਦੇ ਬਾਰੇ ਜਿਹੜੇ ਬਰੈਂਪਟਨ ਦੇ ਲੋਕ ਆ ਉਹ ਕੀ ਸੋਚਦੇ ਆ ਇਸ ਹਸਪੀਟਲ ਦੇ ਬਾਰੇ, ਵੀ ਜੋ ਕੁਝ ਇਹ ਪ੍ਰੋਮਿਸ ਹੋ ਰਿਹਾ ਇਹ ਠੀਕ ਹੋ ਰਿਹਾ, ਤੇ ਜੇ ਇਹਨਾਂ ਨੇ ਕੁਝ ਕਰਨਾ ਸੀ ਤੇ ਜਿਹੜੇ ਪੌਣੇ 3 ਸਾਲ ਹੋ ਗਏ ਆ ਉਦੋਂ ਇਹ ਸੁੱਤੇ ਰਹੇ ਆ, ਉਦੋਂ ਕਿਉਂ ਨਹੀਂ ਕੁਝ ਕੀਤਾ? ਹੁਣ 14 ਮਹੀਨੇ ਰਹਿੰਦੀਆਂ ਇਲੈਕਸ਼ਨਾਂ, ਉਦੋਂ ਇਹ ਕਰਨ ਜਾ ਰਹੇ ਆ। ਜਾਂ ਜਿਹੜੇ ਇਹਨਾਂ ਨੇ ਹੁਣ ਸਲੂਨ ਵਗੈਰਾ ਜਿਹੜੇ ਬਾਰਬਰਾ ਸ਼ਾਪ ਆ ਇਹਨਾਂ ਨੂੰ ਖੋਲਣ ਜਾ ਰਹੇ ਆ, ਇਹ ਚੰਗਾ ਹੈ ਕਿ ਮਾੜਾ ਆ? ਜਦੋਂ ਕੇਸ ਘੱਟ ਸੀ ਉਦੋਂ ਇਹ ਬੰਦ ਸੀ, ਜਦੋਂ ਕੇਸ ਵੱਧ ਗਿਆ ਤੇ ਇਹਨਾਂ ਨੇ ਖੋਲਤਾ। ਇਹਦੇ ਬਾਰੇ ਗੱਲ ਕਰਿਓ ਕਿ ਇੱਥੋਂ ਥੋੜਾ ਜਿਹਾ ਚੰਦੀ ਸਾਹਿਬ ਟੈਸਟ ਵੀ ਹੋ ਜਾਊਗਾ ਕਿ ਆਪਾਂ ਦੋਨੇ ਹੀ ਭਰਾ ਜਿਹੜੇ ਕਿ ਰੇਡੀਓ ਤੇ ਰੌਲਾ ਪਾਉਣ ਜੋਗੇ ਆ, ਕਿ ਇਹਦਾ ਕੋਈ ਅਸਰ ਵੀ ਹੁੰਦਾ ਕਿ ਬਰੈਂਪਟਨ ਦੇ ਲੋਕ ਕੀ ਸੋਚਦੇ ਆ। ਇਹ ਹੋ ਸਕਿਆ ਤਾਂ ਮੈਂ ਸਰੋਤਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਵੀ ਜ਼ਰੂਰ ਦੱਸਿਓ ਵੀ ਤੁਹਾਡੀ ਕੀ ਸੋਚ ਹੈ ਜੀ। ਕਿਉਂਕਿ ਦੇਖ ਮੈਂ ਤਾਂ ਨਾ ਤੁਸੀਂ ਬਰੈਂਪਟਨ ਰਹਿੰਦੇ ਆ ਨਾ ਮੈਂ ਬਰੈਂਪਟਨ ਰਹਿਣਾ, ਪਰ ਅਸੀਂ ਜਾਗਰਤੀ ਜ਼ਰੂਰ ਲਿਆ ਕੇ ਦਿੰਦੇ ਆ। ਇੱਕ ਵਾਰ ਪ੍ਰੋਮਿਸ ਜ਼ਰੂਰ ਕਰਦਾ ਹੈ, ਜੇ ਰੱਬ ਨੇ ਜ਼ਿੰਦਗੀ ਬਖਸ਼ੀ ਤਾਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਆਪਾਂ ਅੱਖਾਂ ਜ਼ਰੂਰ ਖੋਲਾਂਗੇ, ਲੋਕਾਂ ਨੂੰ ਇੰਨਾ ਜਾਗਰਤ ਕਰਾਂਗੇ ਕਿ ਇਹ ਜਿਹੜੇ ਪੋਲੀਟੀਸ਼ੀਅਨ ਆ ਜਦੋਂ ਕਿਸੇ ਦੀ ਜਾ ਕੇ ਡੋਰ ਨੌਕ ਕਰਨਗੇ ਨਾ, ਪਹਿਲਾਂ ਸੋਚਣਗੇ ਵੀ ਇਹਨਾਂ ਨੂੰ ਪਤਾ ਸਾਰਾ ਕੁਝ ਇਹ ਕਿਵੇਂ ਆ। ਇਹ ਆਪਾਂ ਅਜੇ ਕੁਛ ਨਹੀਂ ਕੋਈ ਵੀ ਦੱਸਦੇ, ਆਉਣ ਦਿਓ ਇਲੈਕਸ਼ਨਾਂ 14 ਮਹੀਨੇ ਤਾਂ ਆਪਾਂ ਨੂੰ ਪਤਾ ਹੀ ਆ। ਇਹ ਜਿਹੜੀਆਂ ਇੱਥੋਂ ਇੰਟੀਰੀਅਰ ਦੀਆਂ ਆਉਣੀਆਂ, ਸ਼ਾਇਦ ਇਸ ਤੋਂ ਪਹਿਲਾਂ ਫੈਡਰਲ ਦੀਆਂ ਆ ਜਾਣ, ਕਿਉਂਕਿ ਫੈਡਰਲ ਦਾ ਵੀ ਬਜਟ ਜਿਹੜਾ 19 ਅਪ੍ਰੈਲ ਨੂੰ ਪੇਸ਼ ਹੋਣਾ। ਕੀ ਹੁੰਦਾ, ਸਰਕਾਰ ਬਚਦੀ ਆ ਡਿੱਗਦੀ ਆ, ਕੀ ਹੁੰਦਾ, ਆਉਣ ਵਾਲੇ ਸਮਾਂ ਦੇ ਵਿੱਚ ਆਪਾਂ ਜ਼ਰੂਰ ਸਰੋਤਿਆਂ ਨੂੰ ਜਾਗਰਤ ਜ਼ਰੂਰ ਕਰਾਂਗੇ। ਤੇ ਅੱਜ ਦੇਖਦੇ ਆ ਕਿ ਆਹ ਜਿਹੜੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਕਿੰਨੇ ਕੁ ਜਾਗਰਤ ਆ, ਕਿੰਨੇ ਕੁ ਚਿੰਤਤ ਆ, ਜ਼ਰੂਰ ਕਾਲਾਂ ਲਿਓ। ਤਾਂ ਮੇਰੇ ਵੱਲੋਂ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਸਾਹਿਬ, ਆਪਣੇ ਸਰੋਤੇ ਜਿਹੜੇ ਆ ਬਹੁਤ ਹੀ ਸਮਝਦਾਰ, ਇਦਾਂ ਦੀ ਕੋਈ ਗੱਲਬਾਤ ਨਹੀਂ ਗੀ। ਤੇ ਇਸ ਪ੍ਰੋਗਰਾਮ ਦੇ ਮੈਂ ਸਿਰਫ 2 ਕਾਲਾਂ ਲੈਣੀਆਂ ਜੀ, ਫਿਰ ਸਾਰੀਆਂ ਕਾਲਾਂ ਤੁਹਾਡੀਆਂ ਅੱਧੇ ਘੰਟੇ ਤੋਂ ਹੋਲਡ ਆ ਜੀ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦਿੱਤਾ ਜੀ ਸਾਡਾ G&G ਟਰੱਕਿੰਗ ਸੋਲੂਸ਼ਨ ਹੈ। ਤੁਸੀਂ ਅਥਾਰਟੀਆਂ CVR ਇਫਤਾ ਲੈਣਾ ਜਾਂ US ਡਾਟ ਲੈਣਾ, ਡਰੱਗ ਟੈਸਟ ਕਰਾਉਣਾ, 905 461 2525 ਤੇ ਤਨਵੀਰ ਢੱਡਾ ਹੋਣਾ ਨੂੰ ਕਰ ਲਓ। ਜੋਬ ਦੀ ਭਾਲ ਵਿੱਚੋਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਜੋਬਾਂ, ਤੁਸੀਂ ਨਵੇਂ ਆਏ ਹੋ, ਜੋਬ ਇਨ GTA 416 213 0092। ਘਰ ਖਰੀਦਣਾ ਵੇਚਣਾ ਤੇ ਪੰਕਜ ਸਪਰਾ ਹੁਣੀ ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ ਆ ਜੀ। 416 722 2385 ਤੇ ਉਹਨਾਂ ਦੇ ਕੋਲ ਬਰੈਂਪਟਨ ਦੇ ਵਿੱਚ ਵੀ ਉਹਨਾਂ ਨੂੰ ਘਰ ਚਾਹੀਦਾ, ਤੇ ਕੈਲੇਡਨ ਦੇ ਵਿੱਚ ਉਹਨਾਂ ਦੇ ਕੋਲ ਘਰ ਲੱਗਿਆ ਹੋਇਆ ਜੀ। ਬਾਹਰ ਤਿਆਰ ਹੈ, 3 ਘਰ ਚਾਹੀਦੇ, ਉਹਨਾਂ ਨੂੰ ਕਾਲ ਕਰ ਸਕਦੇ ਹੋ 416 722 2385। ਮੌਂਟਰੀਅਲ ਚ IPTV ਬਾਕਸ ਚਾਹੀਦਾ ਜੀ 514 566 0055 ਤੇ ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 7380 ਵੀਰ ਜੀ 32 ਮਿੰਟ ਤੋਂ ਹੋਲਡ ਹੋ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂ ਜੀ ਬ੍ਰਦਰ ਜੀ, ਸਤਿ ਸ਼੍ਰੀ ਅਕਾਲ। ਆਪਣੇ ਵਾਈ ਜੀ ਚਲੇ ਗਏ ਆਪਣੇ ਜਿਹੜੇ ਜੀ ਚੱਲ ਗਏ ਜੀ, ਬਹੁਤ ਜ਼ਿਆਦਾ ਬਿਜੀ ਸੀਗੇ। ਮੈਂ ਤਾਂ ਬਹੁਤ ਖਿੱਚ ਕੇ ਲਿਆਂਦਾ ਧੰਨਵਾਦ ਸਾਹਿਬ ਨੇ। ਖਬਰਾਂ ਕਿੱਦਾਂ ਦੀਆਂ ਲੱਗਦੀਆਂ ਵੀਰ ਜੀ? ਪਹਿਲਾਂ ਤਾਂ ਤੁਹਾਡੇ ਕੋਲ ਮਾਫੀ ਚਾਹੁੰਦੇ, ਤੁਹਾਨੂੰ 32 ਮਿੰਟ ਹੋ ਗਏ ਕਾਲ ਹੋਲਡ ਕੀਤੀ। ਕੋਈ ਚੱਕਰ ਨਹੀਂ, ਚਾਹੇ 3200 ਮਿੰਟ ਹੋਣ, ਗੱਲੇ ਕੋਈ ਨਹੀਂ। ਆਪਣੇ ਬਾਈ ਜੀ ਉਹਨਾਂ ਦਾ ਧੰਨਵਾਦ ਆਪਾਂ ਪਹਿਲਾਂ ਤੋਂ ਕਰਦੇ ਹਾਂ, ਜਿਹੜੀ ਕਵਰਿੰਗ ਕਰਦੇ ਨੇ ਇੱਥੇ ਲੋਕਲ ਨਿਊਜ਼ ਦੀ ਹੈ ਨਾ, ਉਹ ਬਹੁਤ ਜ਼ਰੂਰੀ ਹੁੰਦੀ ਆਪਾਂ ਨੂੰ, ਹੈ ਨਾ ਜੀ। ਉਹਦਾ ਤਾਂ ਆਪਾਂ ਧੰਨਵਾਦ ਹਰੇਕ ਵਾਰੀ ਕਰਦੇ ਹਾਂ। ਤੇ
ਮੈਂ ਤਾਂ ਕੱਲ ਆਪਣੇ ਸੋਸ਼ਲ ਮੀਡੀਆ ਤੇ ਕੋ ਪੰਡਤ ਜੀ ਨੇ ਉਹ ਕਹਿੰਦੇ ਜਿਹੜਾ ਅਬਦੁਲ ਕਲਾਮ ਸੀਗਾ ਇਹ ਤਾਂ ਦੇਸ਼ ਧਰੋਹੀ ਸੀਗਾ, ਤਾਂ ਆਪਣੇ ਨੁਕਸੇ ਵੇਚੇ ਨੇ ਆਪਣੇ ਪਾਕਿਸਤਾਨ ਨੂੰ। ਮੈਂ ਤਾਂ ਹੱਦ ਹੋ ਗਈ ਯਾਰ, ਇਹ ਤਾਂ ਸਿਰਾ ਹੀ ਕਰੀ ਜਾਂਦੇ ਨੇ। ਪਤਾ ਨਹੀਂ ਜੀ, ਬੋਲਣ ਲੱਗੇ ਵੇਖਦੇ ਨਹੀਂਗੇ। ਤੇ ਮੈਂ ਇੱਕ ਸਵਾਲ ਸੀਗਾ ਤੁਹਾਨੂੰ ਵੀ ਵੀਰ, ਦੇਖ ਲਓ ਧਨਵਾਦ ਸਾਹਿਬ ਹੁਣੀ ਜਿੰਨੀਆਂ ਖਬਰਾਂ ਲਿਆਉਂਦੇ, ਮੈਨੂੰ ਨਹੀਂ ਲੱਗਦਾ ਕਿਸੇ ਵੱਡੇ ਚੈਨਲ ਤੇ ਵੀ ਇੰਨੀਆਂ ਖਬਰਾਂ ਆਉਂਦੀਆਂ ਹੁਣ। ਨਹੀਂ ਜੀ ਬਾਈ ਜੀ, ਬਹੁਤ ਵਧੀਆ ਕਰਦੇ ਨੇ ਜੀ, ਆਪਣੇ ਥੋੜੇ ਟਾਈਮ ਦੇ ਵਿੱਚ ਹੀ ਕਹ ਲਓ ਵੀ ਇੱਕ ਸਾਗਰ ਨੂੰ ਕੁਝ ਬੰਦ ਕਰਨ ਵਾਲੀ ਗੱਲ ਕਰ ਦਿੰਦੇ ਨੇ। ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ। ਤੇ ਬਾਕੀ ਜਿਹੜੀ ਬਰੈਂਪਟਨ ਵਾਲੇ ਮੁੱਦੇ ਤੇ ਕੀ ਕਹਿਣਾ ਚਾਹੋਗੇ? ਦੇਖੋ ਲੋਲੀਪੌਪ ਦੇਤਾ ਜੀ 14 ਮਹੀਨੇ, ਕਹਿੰਦੇ ਜਿਹੜੀ ਹਸਪੀਟਲ ਕੰਸਟਰਕਸ਼ਨ ਆ 2023 ਚ, 22 ਚ ਇਲੈਕਸ਼ਨ ਆ, ਪਤਾ ਨਹੀਂ ਤੁਸੀਂ ਜਿੱਤਣਾ ਕਿ ਨਹੀਂ ਜਿੱਤਣਾ, 23 ਚ ਕੀ ਬਣਾ ਲਓਗੇ ਤੁਸੀਂ? ਨਹੀਂ ਇਹ ਜੁਮਲਾ ਜੀ, ਜੁਮਲਾ ਇਹ ਕਿਉਂਕਿ ਨਹੀਂ ਕਰਨਾ, ਇਹ ਬਹਾਨੇ ਬਹੁਤ ਬਣਾਉਂਦੇ ਨੇ। ਹੁਣ ਦੇਖੋ ਜੀ ਜਗ੍ਹਾ ਵੀ ਹੈਗੀ ਆ ਹਾਂਜੀ ਬਰੈਂਪਟਨ ਦੇ ਵਿੱਚ, ਮੈਂ ਆਪਣੇ ਅੱਗੇ ਮੈਂ ਕਹਿੰਦੇ ਕੁਈਨ ਐਂਡ ਕੈਨੇਡੀ ਦੇ ਲਾਗੇ ਜਗ੍ਹਾ ਪਈ ਆ, ਉੱਥੇ ਬਣਾ ਸਕਦੇ ਆ ਹਸਪੀਟਲ, ਯੂਨੀਵਰਸਿਟੀ ਵੀ ਬਣ ਸਕਦੀ ਆ ਨਾ ਜੀ, ਕੋਈ ਪ੍ਰੋਬਲਮ, ਜਗ੍ਹਾ ਤਾਂ ਖਰੀਦਣੀ ਪੈਣੀ ਹੈ ਇਹਨਾਂ ਨੂੰ ਹਨਾ। ਇਹ ਤਾਂ ਇੱਕ ਜੁਮਲਾ ਜੀ, ਜੇ ਸਵਾਦ ਤਾਂ ਸੀ ਜੇ ਕਹਿੰਦੇ ਸੀ ਕੰਟਰੈਕਸ਼ਨ ਸਟਾਰਟ ਕਰਦੇ ਆ 21 ਦੇ ਵਿੱਚ ਜੀ ਹਨਾ, ਕਿਉਂਕਿ ਜਿਹੜੀ ਯੂਨੀਵਰਸਿਟੀ ਦਾ ਹਸਪੀਟਲ ਆ ਮਸਤ ਆ, ਬਰੈਂਪਟਨ ਨੂੰ ਚਾਹੀਦਾ ਕੁਛ ਮਰਜ਼ੀ ਹੋ ਜਾਵੇ ਹਨਾ। ਜੀ 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 ਬਿਲਕੁਲ ਜੀ। ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਵੇਂ ਡਿਸਕ੍ਰਿਮੀਨੇਸ਼ਨ ਕਰਦੇ ਆ ਵੀ ਸਾਰਾ ਐਵੇਂ ਗਰਾਂਡ ਹੀ ਬੈਠਾ ਬਰੈਂਪਟਨ ਦੇ ਵਿੱਚ, ਇਹ ਲੱਗਦਾ ਹੁੰਦਾ ਨਾ। ਤਾਂ ਹੁਣ ਇਹ ਕਹੀ ਜਾਂਦੇ ਆ ਜੀ ਆਪਣੇ ਨਾ ਯੂਨੀਵਰਸਿਟੀ ਤੇ ਕੁਛ ਕਰਦੇ ਨੇ ਨਾ ਹਸਪੀਟਲ ਤੇ, ਉਹ ਐਨਡੀਪੀ ਵਾਲੇ ਆ ਉਹ 413 ਚ ਲੱਤ ਲੜਾਈ ਰਹਿੰਦੇ ਆ। ਮੈਨੂੰ ਇਹ ਲੱਗਦਾ ਵੀ ਆਸ ਵੀ ਰਗੜ ਦਾ ਬਰੈਂਪਟੋਨੀਅਨ ਹੋਣੇ ਨੇ ਉਹਦੇ ਵਿੱਚ ਹਨਾ। ਹਾਂ ਬਿਲਕੁਲ ਜੀ, ਆਵਾਜ਼ ਉਠਾਉਣੀ ਚਾਹੀਦੀ। ਜਿੱਦਾਂ ਧਨਵਾਦ ਸਾਹਿਬ ਉਹਨਾਂ ਨੇ ਕਿਹਾ ਸਵਾਲ ਪੁੱਛਣੇ ਆ ਗਿਆ ਤੇ ਇਹਨਾਂ ਦੇ ਮਗਰ ਭੱਜੇ ਫਿਰਨਾ ਨਾ ਜੀ। ਇਹਨਾਂ ਨੂੰ ਇਹ ਤਾਂ ਇਹਨਾਂ ਦੇ ਗਲ ਰੱਸਾ ਪਾਉਣਾ ਪੈਣਾ, ਉਹਨਾਂ ਚਿਰ ਇਹਨਾਂ ਨੇ ਕੱਖ ਨਹੀਂ ਕਰਨਾ। ਅਸੀਂ ਵੀ ਗੱਲ ਕਰਾਂਗੇ, ਸਾਡੇ ਜਿਹੜੇ ਨੇੜੇ ਦੇ ਐਮਪੀਪੀ ਨੇ ਆਪਣੇ ਸਰਕਾਰੀ ਆ ਜੀ ਵੀ ਇਹ ਲੋਲੀਪੌਪ ਤਾਂ ਇੰਡੀਆ ਅਸੀਂ ਲੈਂਦੇ ਆਏ ਆ, ਪਰ ਇੱਥੇ ਕੀ ਕਰਨਾ ਸੀ, ਇਹ ਲੋਲੀਪੌਪ ਹੀ ਲੈਣੇ ਸੀ। ਬਿਲਕੁਲ ਜੀ, ਇਹ ਸਾਰਿਆਂ ਨੂੰ ਸਾਨੂੰ, ਅਸੀਂ ਤਾਂ ਪੀਸੀ ਨੂੰ ਸਪੋਰਟ ਕਰਦੇ ਆ, ਸਾਨੂੰ ਤਾਂ ਪਿੱਛੇ ਪੈਣਾ ਇਹਨਾਂ ਨੇ ਜੀ ਜੀ, ਕਿਉਂਕਿ ਇਸ ਤਾਂ ਵੋਟ ਉਹਨੂੰ ਪਾਵਾਂਗੇ, ਇਸ ਤਾਂ ਕਿਸੇ ਦਾ ਫੈਨ ਨਹੀਂ ਜਿਹੜਾ ਬੰਦਾ ਇੱਕ ਹਸਪੀਟਲ ਬਰੈਂਪਟਨ ਦੀ ਯੂਨੀਵਰਸਿਟੀ ਜਿਹੜਾ 413 ਲਈ ਆਪਣੇ ਹਮਾਇਤ ਕਰੂਗਾ, ਉਹਨਾਂ ਨੂੰ ਵੋਟ ਪਾਉਣੀ ਹੈ। ਦੇਖੋ ਜੀ ਸਰਕਾਰੀਆ ਸਾਹਿਬ ਵੀ ਨਾਲ ਹੀ ਸੀਗੇ, ਤਾਂ ਤੁਸੀਂ ਕਿੰਨਾ ਟਾਈਮ ਤੁਹਾਨੂੰ ਹੋ ਗਿਆ? 14 ਮਹੀਨੇ ਰਹਿ ਗਏ। ਤੁਸੀਂ ਕਹਿੰਦੇ 2023 ਚ ਕੰਸਟਰਕਸ਼ਨ ਸ਼ੁਰੂ ਕਰਾਂਗੇ, ਪੁਰਾਣੇ ਹਸਪੀਟਲ ਦੇ ਵਿੱਚ ਹੀ ਬੈੱਡ ਲਾਉਣ ਨੂੰ ਕਹਿ ਰਹੇ, ਤੁਸੀਂ ਕਹਿੰਦੇ ਨਵਾਂ ਹਸਪੀਟਲ ਆ। ਨਹੀਂ ਜੀ, ਉਹ ਤਾਂ ਹਸਪੀਟਲ ਤਾਂ ਵੱਡਾ ਪੂਰਾ ਚਾਹੀਦਾ। ਹੁਣ ਅਸੀਂ ਕੰਟਰੈਕਸ਼ਨ ਦੇ ਨਾਲ ਸੰਬੰਧਤ ਆ, ਈਟੋ ਵੀ ਕੁਝ ਕੀਤਾ, ਸਾਰੇ ਪਾਸੇ ਹਸਪੀਟਲ ਬਣੇ ਨੇ ਜੀ। ਆ ਜਿਹੜਾ 401 ਬੈਸਟਨ ਤੇ ਬਣਿਆ ਉੱਥੇ ਅਸੀਂ ਕੰਮ ਕੀਤਾ, 3-4 ਸਾਲ ਪਹਿਲਾਂ ਬਣਿਆ ਉਹ ਜੀ। ਹਸਪੀਟਲ ਦਾ ਜ਼ਰੂਰ ਚਾਹੀਦਾ, ਨਾਲੇ ਯੂਨੀਵਰਸਿਟੀ ਜ਼ਰੂਰ ਚਾਹੀਦੀ ਆ ਨਾ। ਇਹ ਬਹਾਨੇ ਬਣਾਉਂਦੇ ਆ ਜੀ, ਜਗ੍ਹਾ ਨਹੀਂ ਬਰੈਂਪਟਨ ਚ ਜੀ। ਇਹ ਤਾਂ ਜਿੱਥੇ 2 ਮੰਜ਼ਿਲੀ ਬਿਲਡਿੰਗ ਬਣਾਉਣੀ ਹੈ 4 ਬਣਾ ਦਿਓ, ਥੱਲੇ ਪਾਰਕਿੰਗ, ਬਾਕੀ ਲੋਕਾਂ ਦਾ ਪੜ੍ਹਨ ਵਾਲਿਆਂ ਦਾ ਜਾਣਾ ਹੀ ਕਾਰਾਂ ਦੇ ਵਿੱਚ। ਜੀ ਜੀ, ਉਹਨਾਂ ਨੇ ਕਾਰਾਂ ਜ਼ਰੂਰੀ ਜਾਣਾ। ਉਹਨਾਂ ਨੇ ਬੱਸ ਸਰਵਿਸ ਕਿੰਨੀ ਆਪਣੇ ਗੋ ਟ੍ਰੇਨ, ਗੋ ਬੱਸ, ਬਹੁਤ ਸਰਵਿਸ ਆ, ਕੋਈ ਪ੍ਰੋਬਲਮ ਹੀ ਹੈ ਨਹੀਂ ਜੀ ਜੀ। ਧੰਨਵਾਦ ਵੀਰ ਜੀ। ਧੰਨਵਾਦ ਵੀਰ ਜੀ, ਇੰਨਾ ਸਮਾਂ ਤੁਸੀਂ ਹੋਲਡ ਕੀਤਾ, ਇੰਨੇ ਵਧੀਆ ਵਿਚਾਰ ਤੁਹਾਡੇ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਵੀਰ, ਤੁਸੀਂ ਵੀ ਸਾਰੇ ਜਿੰਨੇ ਵੀ ਬਰੈਂਪਟਨ ਵਾਸੀਓ ਤੁਸੀਂ ਕਾਲ ਕਰ ਸਕਦੇ ਹੋ, ਲਾਈਨਾਂ ਜਿਹੜੀਆਂ ਓਪਨ ਆ 905 405 0002 ਤੇ ਕਾਲ ਕੀਤੀ ਜਾ ਸਕਦੀ ਹੈ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 26 ਤੇ ਸਵਾਗਤ ਹੈ ਵੀਰ, ਤੁਹਾਨੂੰ 34 ਮਿੰਟ ਹੋ ਗਏ ਹੋਲਡ ਨੂੰ ਜੀ। ਕੋਈ ਜੀ ਵੀਰ ਜੀ, ਇਹਦਾ ਖਬਰਾਂ ਮਾਰੇ ਭਰਾ ਤੁਹਾਡਾ ਰੇਡੀਓ ਸੁਣੀ ਦਾ ਸਪੈਸ਼ਲ ਜੀ। ਧੰਨਵਾਦ ਜੀ, ਧੰਨਵਾਦ ਸਾਹਿਬ, ਤੇ ਬੱਲੇ ਬੱਲੇ ਕਰਾ ਜਾਂਦੇ ਦੇਖ ਲਓ। ਹਾਂਜੀ, ਉਹ ਇਦਾਂ ਵੀ ਹੁਣ ਸਾਰੀਆਂ ਖਬਰਾਂ ਨਹੀਂ ਸੁਣ ਹੁੰਦੀਆਂ, ਹੁਣ ਇਹ ਥੋੜਾ ਹੁਣ ਸਾਰਾ ਦਿਨ ਟੀਵੀ ਲਾ ਕੇ ਬੈਠੇ ਰਹੋ, ਤੁਹਾਡੀ ਇੱਕ ਵਾਰੀ ਸੁਣ ਲਈਦੀ ਆ, ਐ ਤਸੱਲੀ ਹੋ ਜਾਂਦੀ ਆ। ਜੀ ਜੀ, ਧੰਨਵਾਦ ਵੀਰ, ਧੰਨਵਾਦ, ਇੰਨਾ ਤੁਸੀਂ ਪਿਆਰ ਦਿੰਦੇ ਹੋ। ਕੀ ਕਹਿਣਾ ਚਾਹੋਗੇ ਜੋ ਧਨਵਾਦ ਸਾਹਿਬ ਉਹਨਾਂ ਨੇ ਕਿਹਾ ਜੀ? ਉਹਨਾਂ ਦਾ ਜੀ ਬਹੁਤ ਵਧੀਆ ਕੰਮ ਆ, ਉਹਨਾਂ ਬਾਰੇ ਮੈਂ ਇਹੀ ਕੁਝ ਕਹੂੰਗਾ। ਤੇ ਬਾਕੀ ਮੈਂ ਇੰਡੀਆ ਦੀ ਗੱਲ ਕਰਨੀ ਸੀਗੀ ਜੀ ਜੀ। ਇਹ ਆਪਣੇ ਕਿਸਾਨ ਆਪਣਾ ਇਹ ਬੰਦਾ ਕਿਉਂ ਨਹੀਂ ਖੜਾ ਕਰਦੇ, ਪਰ ਇਹਨਾਂ ਲੜਾਈ ਪਾਉਣੀ ਸ਼ੁਰੂ ਕਰਤੀ। ਤੁਸੀਂ ਇਹ ਨਹੀਂ ਦੇਖਿਆ ਹੁਣ ਤਾਂ ਬਰੈਂਪਟਨ ਗੱਲ ਰੈਡੀ ਹੋਈ 28 ਨੂੰ, ਉੱਥੇ ਦੇਖੋ ਆਪੋਜੀਸ਼ਨ ਪਾਰਟੀ ਨੇ ਕਰਾਤੀ, ਉਧਰ ਬੰਗਲਾਦੇਸ਼ ਵੀ ਆਪੋਜੀਸ਼ਨ ਕਰਾਤੀ, ਉਧਰ ਮਲੋਰ ਵਿੱਚ ਆਪੋਜੀਸ਼ਨ ਕਰਾਤੀ। ਇੱਕ ਤੇ ਦੰਗੇ ਕਰਾਉਣ ਦੇ ਚੱਕਰ ਵਿੱਚ ਤਾਂ ਨਹੀਂ ਹੋ ਗਿਆ ਇਹ ਮੋਦੀ ਸਾਹਿਬ ਵੀ ਨੇ ਦੰਗੇ ਕਰਾ ਦੋ ਵਾਪਸ ਵਿੱਚ, ਇਹਨਾਂ ਦੀ ਉਹੀ ਰੱਖਣ ਜ਼ਿਮੀਦਾਰਾਂ ਨੂੰ। ਨਹੀਂ ਵੀਰ, ਐਡੀ ਸਿੱਧੀ ਦੰਗੇ ਨਹੀਂ ਹੁੰਦੇ, ਕਿਉਂਕਿ ਹਾਲਾਤ ਇਦਾਂ ਦੇ ਬਣਦੇ ਨਹੀਂ ਗੇ। ਟੈਨਸ਼ਨ ਨਾ ਲਓ ਤੁਸੀਂ, ਲੋਕ ਬੜੇ ਸਿਆਣੇ ਆ, ਪਰ ਜਿੱਦਾਂ ਦੇ ਹਾਲਾਤ ਕਰ ਰਹੇ ਆ ਲੋਕ ਅੱਕ ਇੰਨੇ ਚੁੱਕੇ ਆ। ਹੁਣ 4-5 ਮਹੀਨੇ ਹੋ ਗਏ ਧਰਨੇ ਤੇ ਬੈਠਿਆਂ ਨੂੰ, ਕਿਸਾਨਾਂ ਨੂੰ, ਹਰ ਬੰਦਾ ਅੱਕ ਜਾਂਦਾ। ਤੇ ਜੋ ਆਪਾਂ ਵਾਇਓਲੇਸ਼ਨ ਦੇ ਉਲਟਿਆਂ, ਪਰ ਜਦੋਂ ਕਰਤੂਤਾਂ ਇਦਾਂ ਦੀਆਂ ਤੁਸੀਂ ਗੱਲਬਾਤ ਨਹੀਂ ਕਰ ਰਹੇ ਤਾਂ ਫਿਰ ਛਿੱਤਰ ਤੇ ਪੈਣੀ ਹੈ ਜੀ। ਲੋਕ ਤਾਂ ਫਿਰ ਜਿਹੜੇ ਭਾਵ ਹੁੰਦੇ ਆ ਨਾ, ਗੁੱਸੇ ਦੇ ਵਿੱਚ ਆਉਂਦੇ ਆ, ਜਦੋਂ ਗੁੱਸਾ ਉਪਜੂਗਾ ਤੇ ਉਹਦਾ ਵਿਰੋਧ ਹੋਣਾ ਹੀ ਹੋਣਾ। ਹੁਣ ਕੈਪਟਨ ਸਾਹਿਬ ਉੱਥੇ ਟੀਚਰ ਗਏ ਸੀ, ਉਹਨੇ ਉੱਥੇ ਉਹਨਾਂ ਦੀ ਕਲਾਸ ਲਾਤੀ। ਜੀ ਜੀ ਬਿਲਕੁਲ ਜੀ। ਹੁਣ ਇਹ ਕਿੱਧਰ ਨੂੰ ਜਾਊਗਾ ਮੁਲਕ? ਇੰਡੀਆ ਤਾਂ ਮੈਨੂੰ ਲੱਗਦਾ ਉਹ ਤਾਂ ਹੁਣ ਲੱਗਦਾ ਵੀ ਲੜਾਈ ਦੇ ਕਿਨਾਰੇ ਆਇਆ, ਉਹਨੂੰ ਹੁਣ ਜਿਹਦਾ ਕੁਝ ਨਹੀਂ, ਉਹ ਸੋਚਿਆ ਵੀ ਲੜਾਈ ਕਰਾ ਦੋ ਆਰਾਮ ਨਾਲ, ਤੋਂ ਲੜਾਈ ਹੋ ਗਈ ਆਪੇ ਲੋਕਾਂ ਨੇ ਆਪਸ ਵਿੱਚ ਲੜੀ ਜਾਣਾ ਆ। ਇਹਨਾਂ ਦਾ ਕੀ ਜਾਣਾ, ਮੰਤਰੀਆਂ ਦੇ ਇਹਨਾਂ ਤੋਂ ਸਿਕਿਉਰਟੀਆਂ ਮਿਲੀਆਂ, ਇਹਨਾਂ ਦਾ ਨਾ ਕੋਈ ਭੇ ਮਰਨਾ, ਨਾ ਕੋਈ ਭਰਾ ਮਰਨਾ, ਨਾ ਕੋਈ ਭਤੀਜਾ ਮਰਨਾ ਤਾਂ ਸਾਡੀ ਆਮ ਜਨਤਾ ਨੇ ਆ। ਬਿਲਕੁਲ ਜੀ ਬਿਲਕੁਲ, ਸੋਚਣਾ ਚਾਹੀਦਾ ਵੀ ਅਸੀਂ ਏਦਾਂ ਨਾ ਕਰੀਏ, ਠੀਕ ਨਹੀਂ? ਬਿਲਕੁਲ ਜੀ ਬਿਲਕੁਲ। ਗੱਲ ਇਹ ਆ ਵੀ ਜਿਹੜਾ ਟੀਕੇ ਟੂਕੇ ਲੱਗਦੇ ਹੁੰਦੇ ਉਹ ਸਾਡੇ 50 ਸਾਲਾਂ ਦਾ ਹੋਇਆ ਕਿ ਨਹੀਂ ਸ਼ੁਰੂ, ਇਹ ਜ਼ਰੂਰ ਦੱਸੋ। ਨਹੀਂ ਹਾਲੇ ਨਹੀਂ ਹੋਇਆ ਜੀ, ਹੁਣ ਹਾਲੇ ਹੋਣਾ, ਹਾਲੇ ਹੋਇਆ ਨਹੀਂ।
ਠੀਕ ਹੈ ਜੀ, ਚਲੋ ਕੋਈ ਹੋਰ ਨਹੀਂ, ਲਓ ਜੀ ਕਾਲ ਬਸ ਮੈਂ ਤਾਂ ਆਈ ਧੰਨਵਾਦ ਜੀ, ਧੰਨਵਾਦ ਵੀਰ, ਧੰਨਵਾਦ। ਬੜਾ ਲੰਮਾ ਸਮਾਂ ਹੋਲਡ ਕੀਤਾ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 8770 ਤੇ ਕਾਲ। ਹਾਂਜੀ 8770 ਵੀ ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ ਹੈ ਤੁਹਾਡਾ ਜੀ। ਮੈਂ ਤਾਂ ਨੱਬਾ ਦੇ ਕੇ ਗੱਲ ਕਰਨੀ, ਭਾਜੀ ਹੁਣੇ ਕਹਿ ਕੇ ਜਾਣਾ ਵੀ ਗਵਰਨਮੈਂਟ ਜਿਹੜੀ ਹੈਗੀ ਫੋਰਡ ਹੁਣੀ ਝੂਠ ਬੋਲਦੇ, ਜੇ ਫੋਰਡ ਹੁਣੀ ਝੂਠ ਬੋਲਣ ਲੱਗੇ ਤਾਂ ਬਾਕੀ ਦੇ ਕੀ ਕਰਨਗੇ? ਭੈਣ ਜੀ ਝੂਠ ਹੀ ਬੋਲਿਆ, ਕਹਿੰਦੇ 2023 ਦੇ ਵਿੱਚ ਅਸੀਂ ਹਸਪੀਟਲ ਦਾ ਨੀਂਹ ਪੱਥਰ ਰੱਖਾਂਗੇ, 2023 ਚ ਬਣਾਵਾਂਗੇ, 22 ਦੇ ਵਿੱਚ ਤਾਂ ਇਲੈਕਸ਼ਨ ਆ, ਮੁੜ ਕੇ ਜੇ ਫੋਟੋ ਨਹੀਂ ਜਿੱਤੇ ਨਾ ਤਾਂ ਬਣਾਉਣਾ ਕਿੰਨੇ ਆ? ਮੈਂ ਤੁਹਾਨੂੰ ਪਹਿਲਾਂ ਦੱਸਾਂ ਭਾਜੀ, ਇਹਨਾਂ ਨੂੰ ਨਾ ਇਹਨਾਂ ਨੂੰ ਸਾਡੀ ਜਿਹੜੇ ਜਿੰਨੇ ਵੀ ਹੈਗੇ ਆ ਇੱਥੇ ਲੋਕ ਰਹਿੰਦੇ, ਇਹਨਾਂ ਨੂੰ ਪਹਿਲਾਂ ਡਟ ਕੇ ਖੜੇ ਹੋਣਾ ਚਾਹੀਦਾ। ਪਹਿਲਾਂ ਨੀਂਹ ਪੱਥਰ ਰੱਖ ਕੇ ਹਸਪੀਟਲ ਤਿਆਰ ਕਰੋ, ਫੇਰ ਵੋਟਾਂ ਨੂੰ ਹੋਵਾਂਗੇ। ਇਹਨਾਂ ਦੀ ਚਾਲ ਵਾ, ਇਹਨਾਂ ਨੇ ਏਦਾਂ ਦਾ ਕਪੜਾ ਕਰਕੇ ਆਪ ਨਿਕਲ ਜਾਣਾ ਵਿੱਚੋਂ, ਜਿਹੜੇ ਲੋਕ ਬਿਮਾਰ ਮਰਦੇ ਉਹ ਨਹੀਂ ਉੱਥੇ ਹੀ ਰਹਿ ਜਾਣਾ ਜੀ। ਤੇ ਸਾਰੇ ਜਣੇ ਇਕੱਠੇ ਹੋ ਕੇ ਆਵਾਜ਼ ਚੱਕੋ ਮਿਸਿਸਾਗਾ ਦੇ ਵਿੱਚ ਜੀ। ਧੰਨਵਾਦ ਭੈਣ ਜੀ, ਧੰਨਵਾਦ ਜੀ। ਹਾਂ ਬਿਲਕੁਲ ਜੀ, ਜਿਹੜੀ ਡਗ ਫੋਟੋ ਨਹੀਂ ਕਹਿੰਦੇ ਆ ਜੀ, ਹਾਲੇ 14 ਮਹੀਨੇ ਪਏ ਆ। ਹੁਣ ਨਹੀਂ ਕਹਿੰਦੇ 2023 ਦੇ ਵਿੱਚ, 22 ਚ ਇਲੈਕਸ਼ਨ ਹੋਣੇ, 23 ਚ ਤੁਸੀਂ ਜਿੱਤੋਗੇ, ਨਹੀਂ ਜਿੱਤੋਗੇ ਫੇਰ ਆ। ਉਦਾਂ ਹੀ ਕਹੀ ਜਾਣਾ ਜੀ ਬਰੈਂਪਟੋਨੀਅਨਾਂ ਨੂੰ ਬੜਾ ਕੁਝ ਮਿਲ ਗਿਆ ਜੀ, ਹਸਪੀਟਲ ਮਿਲ ਗਿਆ, ਜਦੋਂ ਬਣੂਗਾ ਗੱਲ ਉਦੋਂ ਕਰਿਓ। ਹਾਲੇ ਕੱਖ ਨਹੀਂ ਮਿਲਿਆ, ਹਾਲੇ ਸਿਰਫ ਲੋਲੀਪੌਪ ਮਿਲਿਆ। ਚੱਲਦੇ ਨੈਕਸਟ ਕਾਲ ਤੇ। 2156 ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ ਫੋਰਡ ਸਾਹਿਬ ਦਾ ਕਸੂਰ ਨਹੀਂ ਹੈਗਾ, ਕਸੂਰ ਹੈਗਾ ਜਿਹੜੇ ਉਹਦੇ ਨਾਲ ਆਪਣੇ ਬੰਦੇ ਆ, ਉਹ ਉਹਨਾਂ ਨੂੰ ਪੂਰਾ ਗਾਈਡ ਕਰਦੇ ਆ ਵੀ ਇੰਡੀਆ 'ਚ ਇਲੈਕਸ਼ਨ ਕਿੱਦਾਂ ਜਿੱਤੀਆਂ ਜਾਂਦੀਆਂ। ਬਿਲਕੁਲ ਜੀ, ਉਹੀ ਕੁਛ ਕਰਾ ਰਹੇ ਆ। ਇਹ ਕਹਿੰਦੇ ਅਸੀਂ ਹਸਪੀਟਲ ਵੀ ਇੱਥੇ ਬਣਾਉਣਾ ਤਾਂ ਕੀ, ਉਹਨੂੰ ਐਕਸਟੈਂਡ ਕਰਨਾ, ਪਤਾ ਨਹੀਂ ਕਰਨਾ ਕਿ ਨਹੀਂ ਕਰਨਾ, ਨਵਾਂ ਤਾਂ ਬਣਾਉਣਾ ਨਹੀਂ। ਉਹਦੇ ਨਾਲ ਕਹਿੰਦੇ 250 ਬੈੱਡ ਹੋਰ ਲਾਵਾਂਗੇ, ਉਹ ਵੀ ਪਤਾ ਨਹੀਂ ਕਦੋਂ ਨੂੰ ਲੱਗਣੇ ਆ। ਤੇ ਸਾਡੇ ਬੰਦੇ ਸਭ ਕੁਝ ਕਰਦੇ ਵੋਟਾਂ ਕਰਕੇ, ਫਿਰ ਕਹਿੰਦੇ ਅਸੀਂ ਯੂਨੀਵਰਸਿਟੀ ਵੀ ਬਣਾ ਦੇਣੀ ਆ, ਮੈਡੀਕਲ ਯੂਨੀਵਰਸਿਟੀ ਬਣਾਣੀ ਆ, ਮੈਡੀਕਲ ਸਕੂਲ ਜਦੋਂ ਬਣਿਆ ਉੱਥੇ ਇੰਟਰਨੈਸ਼ਨਲ ਸਟੂਡੈਂਟ ਹਾਂਗਕਾਂਗ ਤੋਂ ਹੋਰ ਸਾਰੇ ਮੁਲਕਾਂ ਤੋਂ ਉਹ ਆਣੇ ਆ। ਇਹਨਾਂ ਨੂੰ ਇਹ ਪੁੱਛੇ ਵੀ ਉਹਨਾਂ ਨੇ ਆਣਾ ਕਿਹੜਾ ਹਾਈਵੇ ਲੈ ਕੇ ਆ, ਉਹ ਕਿਹੜਾ ਹਾਈਵੇ ਯੂਜ਼ ਕਰ, ਹਾਈਵੇ ਤਾਂ ਉੱਥੇ ਹੈ ਹੀ ਨਹੀਂ, ਸੜਕਾਂ ਅੱਗੇ ਫੋਲੋ ਆ। ਯੂਨੀਵਰਸਿਟੀ ਬਣਾ ਕੇ ਇੱਥੇ ਟ੍ਰੈਫਿਕ ਦਾ ਤੂਫਾਨ ਆ ਜਾਊਗਾ, ਉਹ ਕਿੱਦਾਂ ਉਹਨੂੰ ਕਰੂਗੇ ਕੰਟਰੋਲ? ਇਹ ਕੰਟਰੋਲ ਤਾਂ ਅੱਗੇ ਨਹੀਂ, ਹਾਈਵੇ ਤੇ ਜਾਣਾ। ਇੱਥੋਂ ਸਕਾਰਬਰੋ ਤੋਂ ਜੇ ਮਿਸਿਸਾਗਾ ਜਾਣਾ ਹੋਵੇ ਕਿਸੇ ਟਾਈਮ 2-2.5 ਘੰਟੇ ਵੀ ਲੱਗ ਜਾਂਦੇ ਆ, ਜਦ ਕਿ ਸਾਰਾ 20 ਮਿੰਟ ਦਾ ਰਸਤਾ ਹੈ। ਜਦ ਅਸੀਂ ਆਏ ਆ 50 ਸਾਲ ਹੋ ਗਏ ਆ, ਉਹੀ ਹਾਈਵੇ ਆ, ਹਰ ਸਾਲ 3 ਲੱਖ ਬੰਦਾ ਆਉਂਦਾ, ਉਸੇ ਹਾਈਵੇ ਤੇ ਚੱਲਦਾ, ਉੱਥੇ ਤੁਰਨਾ ਮਾਹੌਲ ਹੋਇਆ। ਜੋ ਯੂਨੀਵਰਸਿਟੀ ਹੋ ਗਈ ਹਾਂਗਕਾਂਗ ਤੋਂ ਹੋਰ ਸਾਰੇ ਮੁਲਕਾਂ ਤੋਂ ਹੋਰ ਮੈਡੀਕਲ ਸਟੂਡੈਂਟ ਆਏ, ਪਹਿਲਾਂ ਤਾਂ ਉਹਨਾਂ ਨੇ ਰਹਿਣਾ ਕਿੱਥੇ ਆ, ਉਹਦੇ ਵਿੱਚ ਅਕੋਮੋਡੇਸ਼ਨ ਵੀ ਚਾਹੀਦੀ ਹੈ ਉਹਨਾਂ ਵਾਸਤੇ, ਤੇ ਉਹਨਾਂ ਵਾਸਤੇ ਹਸਪੀਟਲ ਵੀ ਚਾਹੀਦਾ ਆ, ਤੇ ਹਾਈਵੇ ਵੀ ਚਾਹੀਦਾ। ਚੱਲ ਕੇ ਤਾਂ ਉਹਨਾਂ ਨੇ ਰੋਡਾਂ ਦੇ ਉੱਤੇ ਦੀ ਆਉਣਾ ਹੈ ਨਾ, ਉਹ ਇਹਨਾਂ ਕੋਲ ਹੈ ਨਹੀਂ। ਸਭ ਤੋਂ ਪਹਿਲਾਂ ਇਹਨਾਂ ਨੂੰ ਉੱਥੋਂ ਹਾਈਵੇ ਕੱਢਣਾ ਚਾਹੀਦਾ, ਜਿਹੜਾ ਹਾਈਵੇ ਦੀ ਅੱਧੀ ਟ੍ਰੈਫਿਕ ਦਾ ਲੋਡ ਜਿਹੜਾ 401 ਤੋਂ ਜਿਹੜਾ ਚੱਕਿਆ ਜਾਵੇ, ਤੇ ਹੋਰ ਪਾਸੇ ਦੀ ਉਹ ਬਾਈਪਾਸ ਹੋ ਜਾਵੇ, ਉਹ ਯੂਨੀਵਰਸਿਟੀ ਦੇ ਕੋਲ ਦੀ ਲੰਘਦਾ ਹੋਵੇ, ਔਰ ਯੂਨੀਵਰਸਿਟੀ ਵਾਲਿਆਂ ਨੂੰ ਉਹਦਾ ਫਾਇਦਾ ਹੋਵੇ। ਫੇਰ ਦਾ ਕਾਮਯਾਬ ਵੀ ਹੈ, ਯੂਨੀਵਰਸਿਟੀ ਤੁਸੀਂ ਬਣਾ ਦੋਗੇ, ਉਹ ਰਹਿਣਾ ਅੱਗੇ ਮਾਹੌਲ ਹੋਇਆ, 20 ਬੰਦੇ ਅੱਗੇ ਬੇਸਮੈਂਟ ਚੱਲਦੇ, ਫਿਰ 40 ਰਹਿਣ ਲੱਗ ਪਓਗੇ, ਤੇ ਹਾਈਵੇ ਕੋ ਹੈ ਨਹੀਂ। ਹੁਣ 2.5 ਘੰਟੇ ਲੱਗਦੇ ਮਿਸਿਸਾਗਾ ਜੇ ਜਾਣਾ ਹੋਵੇ, ਫਿਰ 5 ਘੰਟੇ ਲੱਗਿਆ ਕਰੂਗੇ, ਤੇ ਉਹ ਪੜੂਗਾ ਕਿ ਜਿਹੜੇ 5 ਘੰਟੇ ਹਾਈਵੇ ਤੇ ਰਹਿਣਾ, ਫਲੂਚਰ ਤਾਂ ਹੋਰ ਹੋਣਾ। ਇਹ ਕਹਿੰਦੇ ਅਸੀਂ ਫਲੂਚਰ ਘਟਾਣਾ, ਉਹ ਵੀ ਕਹਿੰਦੇ 2050 ਚ ਜਾ ਕੇ ਘਟਾਣਾ ਤਾਂ ਟੈਕਸ ਹੁਣੇ ਲੈਣਾ ਸ਼ੁਰੂ ਕਰ ਦਿੱਤਾ। ਇਹ ਤਾਂ ਹੈਗਾ ਇਹਨਾਂ ਦੇ ਹਸਪੀਟਲਾਂ ਦਾ ਹਾਲ। ਆਪਣੇ ਬੰਦਿਆਂ ਨੂੰ ਜਿੰਨਾ ਚਿਰ ਅਸੀਂ ਵੋਟਾਂ ਪਾਣੋਂ ਨਹੀਂ ਹਟਦੇ, ਇਹਨਾਂ ਨੇ ਸਾਨੂੰ ਲੋਲੀ ਪਾਪ ਵੋਟਾਂ ਤੋਂ ਪਹਿਲਾਂ 2-4 ਦਿਨ ਦਿਆ ਕਰਨੇ ਆ। ਹੁਣ ਦੇਖਿਓ, ਹੁਣ ਤਾਂ ਅਜੇ ਵੋਟਾਂ ਸ਼ੁਰੂ ਨਹੀਂ ਹੋਈਆਂ, ਜਦੋਂ ਇਹਨਾਂ ਦਾ ਜ਼ਿਆਦਾ ਹੋਇਆ ਨਾ ਸੜਕਾਂ ਦੇ ਉੱਤੇ ਇਹਨਾਂ ਦੇ ਇਜਲਾਸ ਹੋਣ ਲੱਗੇ ਵੋਟਾਂ ਦੇ, ਇਹਨਾਂ ਤਾਂ ਫਿਰ ਗੁਟਕਾ ਸਾਹਿਬ ਵੀ ਲੈ ਲੈਣੇ ਕੈਪਟਨ ਸੰਘ ਕਸਮਾਂ ਖਾਣੇ ਨੂੰ। ਗੁਟਕਾ ਸਾਹਿਬ ਦੀਆਂ ਕਸਮਾਂ ਵੀ ਖਾਓਗੇ ਸਾਡੇ ਬੰਦੇ, ਜਿਹਦੇ ਕੈਪਟਨ ਸਾਹਿਬ ਨੇ ਖਾਧੀ ਆ। ਅਸੀਂ ਇਹਨਾਂ ਲੋਕਾਂ ਤੋਂ ਦੂਰ ਹੋ ਜਾਈਏ, ਨਹੀਂ ਤਾਂ ਮੁੜ ਕੇ ਇਹਨਾਂ ਨੇ ਇੰਡੀਆ ਬਣਾ ਦੇਣਾ। ਇੰਡੀਆ ਤੋਂ ਇਹਨਾਂ ਲੋਕਾਂ ਤੋਂ ਦੁੱਖ ਹੋਏ ਅਸੀਂ ਨਿਕਲੇ ਆ, ਅਸੀਂ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਆ। ਇੱਥੇ ਦੇ ਜਿਹੜੇ ਵਸਨੀਕੀ ਪੁਰਾਣੇ, ਉਹਨਾਂ ਨੂੰ ਵੋਟਾਂ ਪਾਓ ਜਿਹਨਾਂ ਨੂੰ ਕੈਨੇਡਾ ਬਾਰੇ ਪਤਾ ਆ, ਕੈਨੇਡਾ ਦੇ ਅਸੂਲਾਂ ਔਰ ਕੈਨੇਡਾ ਦੀ ਸਭਿਅਤਾ ਬਾਰੇ ਪਤਾ ਆ, ਉਹਨਾਂ ਨੂੰ ਅਸੀਂ ਵੋਟਾਂ ਪਾਈਏ। ਕੈਨੇਡਾ ਦਾ ਉਹ ਭਲਾ ਕਰਨ, ਇਹ ਆਪਣਾ ਭਲਾ ਕਰਨ ਵਾਸਤੇ ਬਣਦੇ ਆ। 1.5-2 ਲੱਖ ਇਹਨਾਂ ਸਾਲ ਦਾ ਕੁੱਟ ਲੈਣਾ ਤੇ ਹੀਰਾ ਜਿਹਾ ਗਾਉਂਦੇ ਆ। ਹੁਣ ਹੈਗੀ ਕਰੋਨਾ ਦੀ ਗੱਲ, ਕਰੋਨਾ ਅੱਗੇ ਨਾਲੋਂ 3 ਗੁਣਾ ਜ਼ਿਆਦਾ ਆ। 800 ਤੋਂ ਕੇਸ ਹੁਣ 24-2500 ਹੋ ਗਿਆ। ਹੁਣ ਫੋਰਡ ਸਾਹਿਬ ਕਿੰਨੇ ਕਰਨੇ ਚਾਹੁੰਦੇ ਆ? 5-10 ਹਜ਼ਾਰ। ਉਧਰੋਂ ਤਾਂ ਉਹ ਕਹਿੰਦੇ ਬਾਇਨੇਟ ਆ ਰਿਹਾ, ਇਹ ਜ਼ਿਆਦਾ ਖਤਰਨਾਕ ਹੋਇਆ। ਇਧਰੋਂ ਖੁੱਲ੍ਹਾ ਦਿੱਤੀਆਂ ਜਾ ਰਹੀਆਂ, ਤੁਸੀਂ ਖੋਲ ਲਓ, 50 ਬੰਦੇ ਵੀ ਇਕੱਠੇ ਆਓ।
ਕੀ ਇਹ ਕਰੋਨਾ ਦਾ ਤੂਫਾਨ ਲੈਣਾ ਚਾਹੁੰਦੇ ਆ? ਅਸੀਂ ਤਾਂ ਕਰੋਨਾ ਰੋਕਣ ਨੂੰ ਫਿਰਦੇ ਆ। ਮੈਨੂੰ ਦੀਦਾ ਸਾਡੇ ਕਰੋਨਾ ਰੋਕਦੇ ਨਾ ਉਹਨਾਂ ਨੇ ਲੈਬ ਦੇ ਵਿੱਚ ਕੋਈ ਹੋਰ ਬਿਮਾਰੀ ਤਿਆਰ ਕਰ ਦੇਣੀ ਆ। 3 ਬਿਮਾਰੀਆਂ ਇੱਥੇ ਆ ਚੁੱਕੀਆਂ ਚਾਈਨਾ ਤੋਂ। ਅਸੀਂ ਤੇ ਸਾਡੇ ਐਮਪੀਆਂ ਨੂੰ ਪਤਾ ਨਹੀਂ ਲੱਗਾ ਇਹ ਬਿਮਾਰੀ ਆ ਰਹੀ ਕਿੱਥੋਂ ਆ। ਉੱਥੋਂ ਨਾ ਆਵੇ, ਉਹ ਤੇ ਰੋਕ ਲਾਈ ਜਾਵੇ। ਜਿਹੜਾ ਵੀ ਬੰਦਾ ਉਸ ਏਰੀਏ ਚੋਂ ਆਉਂਦਾ ਜਿੱਥੋਂ ਇਹ ਬਿਮਾਰੀਆਂ ਆਉਂਦੀਆਂ ਉਹਨੂੰ 15-20 ਦਿਨ ਲਾਂਭੇ ਰੱਖੋ, ਉਹਨੂੰ ਫੁੱਲੀ ਮੈਡੀਕੇਸ਼ਨ ਕਰੋ, ਉਹਦਾ ਮੈਡੀਕਲ ਕਰੋ ਵੀ ਇਹਦੇ ਵਿੱਚ ਅੰਦਰ ਕੋਈ ਵਾਇਰਸ ਹੈ ਨਹੀਂ ਇਹਦੇ ਖੂਨ ਵਿੱਚ ਜਾਂ ਇਹਦੇ ਦਿਮਾਗ ਵਿੱਚ, ਫਿਰ ਉਹਨੂੰ ਅੰਦਰ ਆਣ ਦਿਓ, ਫਿਰ ਤਾਂ ਬਿਮਾਰੀ ਰੁਕ ਜਾਊ। ਤੇ ਰੌਲਾ ਪਾਉਣ ਨਾਲ ਬਿਮਾਰੀਆਂ ਨਹੀਂ ਰੁਕਣੀਆਂ, ਨਾ ਟੈਕਸ ਲਾਉਣ ਨਾਲ ਰੁਕਣੀਆਂ, ਨਾ ਪੈਸੇ ਵੰਡਣ ਨਾਲ ਰੁਕਣੀਆਂ। ਹੁਣ ਟੀਕਿਆਂ ਦੀ ਗੱਲ ਵਾ, ਹੁਣ ਦੇਖੋ ਐਸਟਰਾਜੈਨੇਕਾ ਜਿਹੜਾ ਉਹ ਮੋਦੀ ਸਾਹਿਬ ਕਹਿੰਦੇ ਇਹਦੀ $4 ਕੀਮਤ ਆ। ਜਿਹੜਾ ਬੰਦਾ $4 ਦਾ ਟੀਕਾ ਲਵਾਉਣ ਜਾਊਗਾ ਉੱਥੇ ਪਾਰਕ ਤਾਂ ਹੈ ਨਹੀਂ, $20 ਪਾਰਕ ਕਿੱਦਾਂ ਦਊਗਾ ਉਹ? ਉਹ ਇਸ ਕਰਕੇ ਲੋਕ ਨਹੀਂ ਜਾਂਦੇ। $4 ਦਾ ਟੀਕਾ ਲਵਾਉਣ ਲਈ ਉਹਨੂੰ ਅੱਧੀ ਦਿਹਾੜੀ ਲਾਈਨ 'ਚ ਰਹਿਣਾ ਪਊ ਤਾਂ $20 ਪਾਰਕ ਦੇ ਦੇਣੇ ਪਊਗੇ। ਕਮ ਸੇ ਕਮ ਉਹ ਜਿੱਦਾਂ ਯੂਨੀਵਰਸਿਟੀ ਕੋਲ ਨਹੀਂ ਹਾਈਵੇ ਦਾ ਇੰਤਜ਼ਾਮ ਕਰੋ। ਜੇ ਟੀਕੇ ਲਵਾਉਣ ਦਾ ਕੰਮ ਸ਼ੁਰੂ ਕਰਨਾ ਉੱਥੇ ਕੋਈ ਕਲੀਨਿਕ ਖੋਲਣੀ ਆ, ਲੋਕਾਂ ਦੀਆਂ ਗੱਡੀਆਂ ਖੜੀਆਂ ਕਰਨੇ ਨੂੰ ਵੀ ਸਹਿ ਦਾ ਇੰਤਜ਼ਾਮ ਕਰੋ। ਫੇਰ ਦਾ ਟੀਕਾ ਲਵਾਉਣ ਕੋ ਆਊਗਾ ਕਿਹੜਾ $20 ਦੀ ਡਿਗਰੀ ਉੱਥੇ ਜੁਰਮਾਨਾ ਕਰਵਾ ਕੇ ਆਊਗਾ, ਨਾਲ ਹੀ ਅੱਧੀ ਦਿਹਾੜੀ ਲਊ। ਇਹਨਾਂ ਨੂੰ ਚਾਹੀਦਾ ਐਂਬੂਲੈਂਸਾਂ ਲੈਣ, ਹਰ ਇੱਕ ਬਿਲਡਿੰਗ ਦੇ ਮੋਰੇ ਐਂਬੂਲੈਂਸ ਖੜੀ ਕਰਨ, ਪੂਰੇ ਆਪਣੇ ਬੰਦਿਆਂ ਨੂੰ ਟੀਕਾਕਰਨ ਕਰਕੇ ਤਾਂ ਅਗਲੀ ਬਿਲਡਿੰਗ 'ਚ ਚਲੇ ਜਾਣ। ਛੇਤੀ ਕੰਮ ਹੋ ਜਾਊਗਾ, ਨਾ ਰਸ਼ ਰੋਡਾਂ ਤੇ ਪਊਗਾ, ਨਾ ਪੋਲੂਸ਼ਨ ਖਿਲਰੂਗਾ, ਕਾਰਾਂ ਨਹੀਂ ਚੱਲੂਗੀਆਂ ਤੇ ਲੋਕਾਂ ਨੂੰ ਪਾਰਕਾਂ ਨਹੀਂ ਦੇਣੀਆਂ ਪਊਗੀਆਂ, ਨਾ ਰਸ਼ ਪਊ ਸੜਕਾਂ ਦੇ ਉੱਤੇ। ਕੋਈ ਇਹਨਾਂ ਨੂੰ ਏਦਾਂ ਦਾ ਕੰਮ ਕਰਨੇ ਜੇ ਇੱਕ ਹੁਣ 16 ਬਿਲਡਿੰਗ ਮੰਜ਼ਿਲੀ ਬਿਲਡਿੰਗ 200 ਬੰਦਾ ਰਹਿੰਦਾ, ਉੱਥੇ ਐਂਬੂਲੈਂਸ ਆ ਕੇ ਕਿਉਂ ਨਹੀਂ ਕਰ ਸਕਦੀ 200 ਬੰਦੇ ਵਾਸਤੇ? ਇਹ ਆ ਸਕਦੇ ਆ। ਹੁਣ ਸਕੂਲ ਵੀ ਦੇਖੋ ਵਾਇਰਸ ਪੈ ਗਿਆ, ਇੱਕ ਪਾਸੇ ਕਹਿੰਦੇ ਵਾਇਰਸ ਬਹੁਤ ਖਤਰਨਾਕ ਆ, ਲੋਕਾਂ ਨੂੰ ਮਾਰ ਦਿੰਦਾ, ਫਿਰ ਤੁਸੀਂ ਖੁੱਲ੍ਹ ਕਾਹਦੇ ਦੇਈ ਜਾਂਦੇ ਆ? ਇਸ ਵੇਲੇ ਤਾਂ ਬੰਦ ਕਰਨੇ ਜਾਂ ਯੂਰਪ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਇਹਨਾਂ ਨੇ ਰੈੱਡ ਜ਼ੋਨ ਕੀਤੀ ਸੀ ਗਰੇ ਤੋਂ, ਕਹਿੰਦੇ ਇੱਥੇ ਬਹੁਤ ਵਧੀਆ ਇੰਤਜ਼ਾਮ ਹੈਗਾ। ਉੱਥੇ 100 ਬੰਦੇ ਤੋਂ ਹੁਣ 250 ਹੋ ਗਿਆ। ਬਿਲਕੁਲ ਹੁਣ ਹੋਰ ਖੋਲਣਾ ਵੀ 2.5 ਗੁਣਾ ਜਦੋਂ ਹੋ ਜਾਵੇ ਫੇਰ ਵੀ ਉਹ ਰੈੱਡ ਜ਼ੋਨ ਆ। ਉਹਨੂੰ ਲਾਕਡਾਊਨ ਕਰੋ, ਲੋਕਾਂ ਨੂੰ ਉੱਥੋਂ ਰੋਕੋ ਘੁੰਮਣੇ ਫਿਰਨੇ ਤੋਂ, ਤੇ ਨਹੀਂ ਤਾਂ ਇਹ ਬਹੁਤ ਬੁਰਾ ਹਾਲ ਹੋ ਜਾਣਾ। ਏਦਾਂ ਦਾ ਇਹ ਹਾਲ ਹੁਣ ਹੋ ਜਾਣਾ ਜਿੱਦਾਂ ਇਹਨਾਂ ਨੇ ਖੁੱਲ੍ਹਾਂ ਦਿੱਤੀਆਂ, ਕੰਟਰੋਲ ਕਰਨਾ ਮੁਸ਼ਕਿਲ ਹੋ ਜਾਣਾ ਜੀ। ਬਿਲਕੁਲ ਜੀ ਬਿਲਕੁਲ, ਧੰਨਵਾਦ ਜੀ, ਧੰਨਵਾਦ ਚੌਹਾਨ ਸਾਹਿਬ। ਇੰਨੀ ਚਿੰਤਾ ਤੋਂ ਤੁਸੀਂ ਕਿਊਬਕ ਦੇ ਵਿੱਚ ਉਹਨਾਂ ਨੇ ਕਰਫਿਊ ਲਾਇਆ ਹੋਇਆ ਜੀ, ਇਸੇ ਕਰਕੇ ਉੱਥੇ ਇੰਨੇ ਜ਼ਿਆਦਾ ਕੇਸ ਆ। 700 600 700 ਇੱਥੇ ਆਪਾਂ ਹਰਲ ਕਰਦੇ ਫਿਰਦੇ ਆ, ਉਹਦਾ ਵੀ ਪ੍ਰਭਾਵ ਹੈਗਾ ਜੀ। ਚੱਲਦੇ ਆਪਾਂ 2929। ਸਵਾਗਤ ਹੈ ਜੀ। ਹੈਲੋ ਸੁਖਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਛੋਟੇ ਵੀਰ ਰਜਿੰਦਰ ਧਨਵਾਦ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਲੋਕਲ ਖਬਰਾਂ ਤੇ ਬਹੁਤ ਮਿਹਨਤ ਕਰਕੇ ਉਹ ਜੀ ਲੈ ਕੇ ਆਉਂਦੇ ਆ। ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਵਾਕਿਆ ਸਹੀ ਗੱਲ। ਤੇ ਮਾਣ ਆ ਜੀ ਸਾਰੀ ਟੀਮ ਨੂੰ ਉਹਦੇ ਤੇ। ਸੁਖਵਿੰਦਰ ਸਿੰਘ, ਮੈਂ ਸਭ ਤੋਂ ਪਹਿਲਾਂ ਤਾਂ ਹਸਪੀਟਲ ਦੀ ਜਿਹੜੀ ਗੱਲ ਕੀਤੀ ਆ ਹਰਜਿੰਦਰ ਧਨਵਾਦ ਨੇ ਬਰੈਂਪਟਨ ਦੀ ਜੀ, ਦੇਖੋ ਜੀ ਬਿਲਕੁਲ ਬਹੁਤ ਚਿਰਾਂ ਤੋਂ ਰੌਲਾ ਪੈ ਰਿਹਾ, ਪਰ ਜਿੰਨਾ ਚਿਕਰ ਅਸੀਂ ਚਾਪਲੂਸੀਆਂ ਲੀਡਰਾਂ ਨੇ ਨਹੀਂ ਕਾਨੂੰ ਹਟਾਂਗੇ ਉਹਨਾਂ ਚਿਕਰ ਬਰੈਂਪਟਨ ਨੂੰ ਕੁਛ ਨਹੀਂ ਮਿਲਣਾ ਜੀ। ਅਮਰੀਕਨ ਲਾ ਲਓ, ਲੰਡਨ ਲਾ ਲਓ, ਸਾਡੇ ਤੋਂ ਕਿੱਡੇ ਛੋਟੇ ਟਾਊਨ ਆ, ਉੱਥੇ 3 ਹਸਪੀਟਲ ਆ। ਸਾਡੇ ਕੋਲ ਇੱਕ ਹਸਪੀਟਲ ਆ। ਤੇ ਮੈਂ ਇਹਦੀ ਐਗਜ਼ਾਮਪਲ ਦੇਣਾ ਚਾਹੁੰਦਾ ਕਿਉਂਕਿ ਸਰੋਤਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਇੱਥੇ ਹਾਲਾਤ ਕੀ ਹੁੰਦੇ ਨੇ, ਹਨਾ। ਸਾਡੀ ਫੈਮਿਲੀ ਨਾਲ ਵਾਪਰ ਚੁੱਕਾ ਆ, ਪਰਿਵਾਰਾਂ ਦੇ ਰਿਸ਼ਤੇਦਾਰੀ ਦੇ ਵਿੱਚ। ਇੱਥੇ ਵੇਟਿੰਗ ਟਾਈਮ ਇੰਨਾ ਵਰਸਨ ਆ ਕਿ ਬੰਦੇ ਦੀ ਡੈਥ ਵੀ ਹੋ ਸਕਦੀ ਹੈ। ਬਿਲਕੁਲ ਜੀ। ਸਾਡਾ ਬੱਚਾ ਸੀ ਜੀ 23 ਸਾਲ ਦਾ, ਤੇ ਉਹ ਵੇਟਿੰਗ ਰੂਮ 'ਚ ਉਹਨੂੰ ਬਿਠਾਈ ਰੱਖਿਆ 12 ਘੰਟੇ ਸੁਖਵਿੰਦਰ ਸਿੰਘ ਜੀ। ਉਹਦੇ ਪੇਨ ਹੁੰਦੀ ਸੀਗੀ ਸਟਮਕ ਦੇ ਵਿੱਚ, ਤੇ ਐਮਰਜੈਂਸੀ ਪਹਿਲਾਂ ਜਿਹੜੇ ਕਲੀਨਿਕ ਉੱਥੇ ਗਿਆ ਤੇ ਡਾਕਟਰ ਨੇ ਰਾਈਟ ਵੇ ਲਿਖ ਕੇ ਦਿੱਤਾ ਵੀ ਹਸਪੀਟਲ ਚੱਲ ਜਾ, ਮੈਨੂੰ ਪੈਂਟੈਕਸ ਲੱਗਦੀ। 12 ਘੰਟੇ ਬਿਠਾ ਰੱਖਿਆ। 12 ਘੰਟਿਆਂ ਬਾਅਦ ਉਹਦਾ ਸੀਟੀ ਸਕੈਨ ਕੀਤਾ ਤੇ ਮੁੜ ਕੇ ਕਹਿੰਦੇ ਤੇਰੀ ਫੈਂਡਿੰਗ ਫਟ ਗਈ ਜਾਂਦਾ। ਤੁਹਾਨੂੰ ਪਤਾ ਜਦੋਂ ਫੈਂਡਿੰਗ ਫਟ ਜਾਂਦੀ ਅੰਦਰ ਕਿੰਨਾ ਡੈਂਜਰਸ ਹੁੰਦਾ ਬੰਦਾ। ਬਿਲਕੁਲ ਜੀ, ਬਿਲਕੁਲ। ਫਿਰ ਹੱਥਾਂ ਪੈਰਾਂ ਦੀ ਪੈ ਗਈ, ਰਾਈਟ ਵੇ ਟਿਊਬ ਪਾਈ ਤੇ ਪੋਜ਼ਨ ਕੱਢੀ। ਸਰੀਰ 'ਚੋਂ 7 ਦਿਨ ਉੱਥੇ ਦਾਖਲ ਰਿਹਾ ਬੰਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ। ਉਹਨੂੰ ਜਿੱਦਾਂ ਜ਼ਹਿਰ ਹੁੰਦੀ ਏਦਾਂ ਦੀਆਂ ਉਲਟੀਆਂ ਵੀ ਆਉਂਦੀਆਂ ਰਹੀਆਂ ਜੀ ਜੀ। ਤੋ ਮਤਲਬ ਕਿ ਵਧੀਆ ਤੰਦਰੁਸਤ ਇਸ ਵੇਲੇ। ਬਾਅਦ 'ਚ ਫਿਰ ਕਹਿੰਦੇ ਹੁਣ ਅਸੀਂ ਸਰਜਰੀ ਨਹੀਂ ਕਰ ਸਕਦੇ। ਲੇਟਰ ਔਨ ਫਿਰ 6 ਮਹੀਨੇ ਬਾਅਦ 'ਚ ਫਿਰ ਉਹਦੀ ਸਰਜਰੀ ਕੀਤੀ ਪੈਂਡੈਕਸ ਦੀ, ਜਿਹੜੀ ਫਟੀ ਹੋਈ ਨਾੜ ਜੀ। ਇਵੇਂ ਸਾਡੀ ਇੱਕ ਬੱਚੀ ਸੀ ਜੀ, 3 ਵਾਰੀ ਹਸਪੀਟਲ ਜਾਂਦੀ ਰਹੀ, ਬਰੈਂਪਟਨ ਹਸਪੀਟਲ ਜੀ। ਉਹਨੂੰ ਦਵਾਈ ਦੇ ਕੇ ਵਾਪਸ ਭੇਜ ਦਿੰਦੇ ਰਹੇ ਵੀ ਤੇਰੀ ਜਿਹੜੀ ਆ ਹੈਡ ਤੇਰੀ ਮਾਰਕਿੰਗ ਪੇਨ ਆ। ਤੇ ਫਾਰਮੇਸੀ ਤੋਂ ਜੋ ਦਵਾਈ ਲੈਣ ਗਈ, ਉਹ ਕਹਿੰਦੀ ਵੀ ਦਵਾਈ ਖਾ ਲਾ ਪਰ ਮੈਨੂੰ ਲੱਗਦਾ ਨਹੀਂ ਤੂੰ ਸੀਰੀਅਸ ਇਲਨੈਸ ਹੈ। ਤਾਂ ਬੱਚੀ ਹਸਪੀਟਲ 'ਚ ਕੰਮ ਕਰਦੀ ਸੀਗੀ ਸਕਾਰਬੋ ਜੀ। ਤੇ ਉਹਨੇ ਕੀ ਕੀਤਾ, ਜਦੋਂ ਦਵਾਈ ਖਾਧੀ ਉਹ ਵਰਸ ਹੋਰ ਹੋ ਗਈ। 2 ਵਾਰੀ ਹਸਪੀਟਲ ਗਈ, ਉਹਨਾਂ ਮੁੜਤੀ 3ਜੀ ਵਾਰੀ ਹਸਪੀਟਲ ਗਈ ਤਾਂ ਉਹਨਾਂ ਨੇ ਹੋਰ ਨਹੀਂ ਦੇਖਿਆ ਵੀ ਉਹਦੀ ਹਾਰਟ ਰੇਟ ਵਧੀ ਹੋਈ ਸੀ, ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀ, ਹੈ ਨਾ ਜੀ। ਕਹਿੰਦੇ ਸਿਰਫ ਤੇਰੇ ਇਹ ਮਾਰਕਿੰਗ ਪੇਨ ਕਰਕੇ ਹੀ ਆ ਜੀ। ਉਹਨੂੰ ਰਾਈਟ ਵੇ ਉਹਨਾਂ ਨੇ ਗਲੂਕੋਜ਼ ਦੀ ਦਵਾਈ ਚਾੜ ਦਿੱਤੀ। ਵਿਦਨ ਹਾਫ ਆਵਰ ਬੱਚੀ ਦਾ ਹਾਰਟ ਫੇਲ ਹੋ ਗਿਆ ਜੀ।
ਮਸ਼ੀਨਾਂ ਲਾਈਆਂ, ਰਾਈਟ ਵੇ ਰੈੱਡ ਲਾਈਟ ਜਗਾਤੀ, ਉਹਦੇ ਸ਼ੌਕ ਲਾ ਕੇ ਹਾਰਟ ਦੁਬਾਰੇ ਚਲਾਇਆ। 20-22% ਤੇ ਹਾਰਟ ਮਸੀ ਲਿਆਂਦਾ ਦੁਬਾਰੇ। ਮੁੜ ਕੇ ਬੱਚੀ 4 ਵਜੇ ਤੱਕ, ਸਵੇਰ ਦੇ ਤੜਕੇ 4 ਵਜੇ ਤੋਂ ਲੈ ਕੇ 4 ਵਜੇ ਤੱਕ ਵੇਟਿੰਗ ਕਰਦੀ ਰਹੀ ਉੱਥੇ। ਇਹਨਾਂ ਕੋਲ ਟੀਮ ਹੀ ਨਹੀਂ ਸੀ ਹੈਗੀ, ਇਹਨਾਂ ਕੋਲ ਐਂਬੂਲੈਂਸ ਨਹੀਂ ਹੈਗੀ ਏਦਾਂ ਦੀ ਜਿਹੜੀ ਦੂਜੇ ਹਸਪਤਾਲ ਪਹੁੰਚਾ ਸਕੇ ਜੀ। ਅਸੀਂ ਇਟੋਬੀਕੋ ਹਸਪੀਟਲ ਅਰੇਂਜ ਕੀਤਾ, ਉਹਨਾਂ ਨੇ ਬੈੱਡ ਵੀ ਖਾਲੀ ਕਰਤਾ, ਰੂਮ ਵੀ ਦੇਤਾ ਵੀ ਐਮਰਜੈਂਸੀ ਕੀ ਸੀਗਾ ਹਨਾ। ਇਹਨਾਂ ਨੂੰ 4 ਵਜੇ ਤੱਕ ਐਂਬੂਲੈਂਸ ਨਹੀਂ ਹੋਈ, ਹਾਰ ਕੇ ਫਿਰ ਡਾਊਨਟਾਊਨ ਜਨਰਲ ਹਸਪੀਟਲ ਤੋਂ ਟੀਮ ਆਈ ਸਪੈਸ਼ਲ, ਆਪਣਾ ਸਾਰਾ ਸਮਾਨ ਲੈ ਕੇ ਦਵਾਈਆਂ। ਉਹਨਾਂ ਨੇ ਇੱਥੇ ਉਹਦੀ ਬੱਚੀ ਦੀ ਸਰਜਰੀ ਕੀਤੀ ਜੀ। ਸਰਜਰੀ ਕਰਕੇ ਲੈ ਕੇ ਫਿਰ ਆਪਣੀ ਸਪੈਸ਼ਲ ਐਂਬੂਲੈਂਸ ਜਨਰਲ ਉੱਥੇ ਹਸਪੀਟਲ ਟੋਰਾਂਟੋ ਲੈ ਕੇ ਗਏ ਤੇ 1.5 ਮਹੀਨਾ ਕੁੜੀ ਉੱਥੇ ਰਹੀ ਬੋਸ਼ੀ ਦੇ ਵਿੱਚ ਜੀ। ਮਸ਼ੀਨਾਂ ਤੇ ਜਿਹੜਾ ਹਾਰਟ ਬਲੱਡ ਸਰਕਲ ਸੀ ਮਸ਼ੀਨਾਂ ਹੀ ਕਰਦੀਆਂ ਸੀ, ਹਾਰਟ ਬਿਲਕੁਲ ਬੰਦ। ਪ੍ਰੋਬਲਮ ਉਹਨੂੰ ਕੀ ਨਿਕਲੀ, ਉਹਦੇ ਟਿਊਮਰ ਵਾਂਗੂ ਇੱਕ ਬਣਿਆ ਸੀ ਪੇਟ ਦੇ ਵਿੱਚ, ਉਹ ਇਹਨਾਂ ਨੇ ਚੈੱਕ ਹੀ ਨਹੀਂ ਕੀਤਾ, ਜਨਰਲ ਹਸਪੀਟਲ ਵਾਲਿਆਂ ਨੇ ਕੀਤਾ। ਉਹ ਇੱਕ ਕੈਮੀਕਲ ਬਣਾਉਂਦਾ ਸੀ ਜਿਹੜਾ ਹਾਰਟ ਨੂੰ ਹਟ ਕਰਦਾ ਸੀ ਤੇ ਉਹਦੀ ਫਿਰ ਉਹਦੀ ਸਰਜਰੀ ਹੋਈ। ਉਹ ਕਹਿੰਦੇ ਸਰਜਰੀ ਹਲੇ ਕਰ ਨਹੀਂ ਸਕਦੇ ਜਿਨ੍ਹਾਂ ਦਾ ਹਾਰਟ ਨਹੀਂ ਸਟੇਬਲ ਹੁੰਦਾ ਹਨਾ, ਹਾਰਟ ਫੇਲ ਹੋ ਗਿਆ ਸੀਗਾ। ਉਸ ਬੱਚੀ ਨੇ ਬੜੀ ਸਟਰਗਲ ਕੀਤੀ ਜੀ। ਮੁੜ ਕੇ ਉਹਦੇ ਜਿਹੜੀ ਇਹਨਾਂ ਨਾੜ ਕੱਟ ਕੇ ਸਰਜਰੀ ਕੀਤੀ, ਉਹ ਬਲੱਡ ਕਲੌਟ ਆ ਗਿਆ, ਲੱਤ ਦੀ ਨਾੜ ਬੰਦ ਹੋ ਗਈ। ਫਿਰ ਉਹਦੀ ਸਰਜਰੀ ਹੋਈ, ਉਹ ਆਰਟੀਫਿਸ਼ਲ ਨਾੜ। ਮਤਲਬ ਮੇਰਾ ਕਹਿਣ ਦਾ ਬ੍ਰੈਂਪਟਨ ਹਸਪੀਟਲ ਦੀ ਲਗਰਜੀ ਨਾਲ 2 ਕੇਸ ਤੋਂ ਸਾਡੀ ਫੈਮਿਲੀ ਦੇ ਵਿੱਚ ਇੱਕ ਬੱਚੀ ਕਹਿ ਲਓ 20 ਸਾਲ ਦੀ ਤੇ ਸਾਡਾ ਬੱਚਾ 23 ਸਾਲ ਦਾ ਕ੍ਰਿਟੀਕਲ ਕੰਡੀਸ਼ਨ ਚੋਂ ਵਾਪਸ ਆਏ। ਬਿਲਕੁਲ ਜੀ, ਪਰਮਾਤਮਾ ਦਾ ਸ਼ੁਕਰ ਕਰਨੇ। ਸੋ ਇਸ ਕਰਕੇ ਇੱਥੇ ਬਹੁਤ ਵੇਟਿੰਗ ਟਾਈਮ ਆ, ਕੇਅਰ ਹੀ ਨਹੀਂ ਕਰਦੇ, ਸੋਚਦੇ ਆ ਕਿਉਂਕਿ ਅਸੀਂ ਬਰਾਊਨ ਕਲਰ ਆ, ਸੋਚਦੇ ਵੀ ਸਾਰੇ ਜਾਣ ਕੇ। ਇਹਦੇ ਵਿੱਚ ਤੇ ਹੈਗਾ ਵੀ ਹੈ ਤਰਕ ਸੁਖਵਿੰਦਰ ਸਿੰਘ, ਜਿਹੜੇ ਬੰਦੇ ਕੀ ਮਾੜਾ ਜਿਹਾ ਚੱਕਰ ਆਉਂਦਾ ਜਾਂ ਮਾੜਾ ਜਿਹਾ ਉਦਾਂ ਹੀ ਐਸੀਡਿਟੀ ਨਾਲ ਤੁਹਾਡੇ ਹਾਰਟ ਬਰੀਥ ਵੱਧ ਗਈ ਆ ਤਾਂ ਚੱਲ ਜਾਂਦੇ ਆ ਐਂਬੂਲੈਂਸ ਦੇ ਵਿੱਚ ਜਾਂ 911 ਕਰਕੇ ਉੱਥੇ ਬਹਿ ਜਾਂਦੇ ਆ, ਰਸ਼ ਪਾ ਦਿੰਦੇ ਜੀ। ਇਹ ਵੀ ਇੱਕ ਹੈਗਾ ਆ ਇਹਦਾ ਵਰਸਨ, ਕਿਉਂਕਿ ਅਸੀਂ ਸੀਰੀਅਸ ਐਨਾਲਿਸਿਸ ਨਹੀਂ ਹੁੰਦੇ ਪਰ ਹਰ ਚੀਜ਼ ਨੂੰ ਅਸੀਂ 911 ਤੇ ਜਾਂਦੇ ਜੀ। ਪਰ ਬ੍ਰੈਂਪਟਨ ਦੇ ਵਿੱਚ ਹਸਪੀਟਲ ਚਾਹੀਦਾ ਹੈ, ਸਾਨੂੰ ਕੰਪੇਨ ਕਰਨੀ ਪੈਣੀ ਆ, ਲੌਬੀ ਖੜੀ ਕਰਨੀ ਪੈਣੀ ਆ ਜੇ ਅੱਗੇ ਵੋਟਾਂ ਲੈਣੀਆਂ, ਤੇ ਇਹ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਬ੍ਰੈਂਪਟਨ ਹਸਪੀਟਲ। ਬਿਲਕੁਲ ਜੀ। ਦੂਜੀ ਕੇਸਾਂ ਦੀ ਗੱਲ ਹੈ, ਵਾਕਿਆ ਬਿਲਕੁਲ ਜੀ ਵਰਸਨ ਕੰਡੀਸ਼ਨ ਆ ਸਾਡੀ GTA ਦੀ। ਪਤਾ ਨਹੀਂ ਕੀ ਚਾਹੁੰਦੇ ਆ, ਸਲੂਨ ਖੋਲ ਰਹੇ ਆ, ਸਾਰਾ ਕੁਝ ਕਰ ਰਹੇ ਆ ਤੇ ਇਹ ਬਹੁਤ ਜਿੰਨਾ ਕੰਟਰੋਲ ਸਾਨੂੰ ਸਿੱਖਣਾ ਚਾਹੀਦਾ, ਸਬਕ ਲੈਣਾ ਚਾਹੀਦਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਤੋਂ। ਬਿਲਕੁਲ ਜੀ। ਬਹੁਤ ਰੇਅਰ ਕੇਸ ਹੈ, ਉਹਨੇ ਸਟਾਰਟਿੰਗ ਤੇ ਇਹਨੂੰ ਬ੍ਰੇਕ ਕਰ ਦਿੱਤਾ ਸੀ COVID-19 ਨੂੰ, ਪਰ ਸਾਡੇ ਪ੍ਰਧਾਨ ਮੰਤਰੀ ਨੇ ਕੋਈ 에ਅਰਪੋਰਟ ਤੇ ਕੋਈ ਚੈੱਕ ਨਹੀਂ, ਕੋਈ ਟੈਂਪਰੇਚਰ ਚੈੱਕ ਨਹੀਂ, ਉਦਾਂ ਹੀ ਲੋਕ ਘਰਾਂ ਨੂੰ ਆਉਂਦੇ ਸੀਗੇ। ਇਹ ਸਾਡੀ ਜੇ ਕੰਡੀਸ਼ਨ ਵਰਸਨ ਹੋਈ ਹੈ, ਜੇ ਅੱਜ ਪੈਸੇ ਦਿੰਦਾ ਤੇ ਕੋਈ ਨਹੀਂ ਦਿੰਦਾ। ਇਹਨਾਂ ਦੀਆਂ ਪਹਿਲੀਆਂ ਗਲਤੀਆਂ ਕੀਤੀਆਂ ਹੋਈਆਂ, ਜੇ ਪਹਿਲਾਂ ਇਤਿਹਾਸ ਵਰਤਿਆ ਹੁੰਦਾ ਤੇ ਜਿਹੜਾ ਕੈਨੇਡਾ ਵੀ ਨਿਊਜ਼ੀਲੈਂਡ ਵਾਂਗੂ ਹੋਣਾ ਸੀਗਾ, ਕੋਰੋਨਾ ਵਾਇਰਸ ਤੋਂ ਰਹਿਤ ਹੋਣਾ। ਬਿਲਕੁਲ ਜੀ, ਬਸ ਮੈਂ ਕਹਿਣਾ ਸੀ। ਧੰਨਵਾਦ। ਧੰਨਵਾਦ ਜੀ। ਵਾਕਿਆ ਜਿਹੜੇ ਇੰਨੇ ਕੇਸ ਵੱਧ ਰਹੇ ਆ ਤੇ ਨਾਲ ਹੁਣ 12 ਅਪ੍ਰੈਲ ਨੂੰ ਸਲੂਨ ਖੋਲ ਰਹੇ ਆ, ਸਲੂਨ ਕੀ ਸਾਬਤ ਕਰਨਾ ਚਾਹੁੰਦੀ ਹੈ ਸਰਕਾਰ? ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 5000 ਸਵਾਗਤ ਹੈ ਜੀ। ਹਾਂਜੀ ਗੰਦੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਨਵਾਂ ਧੰਨਵਾਦ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਜੀ ਤੇ ਦੂਸਰਾ ਇਹ ਕੈਪਟਨ ਡਗ ਫੋਰਡ ਦੇ ਵਿੱਚ ਕੀ ਫਰਕ ਹੋਇਆ ਜੀ? ਕੈਪਟਨ ਵੀ ਆਖਰੀ ਸਾਲ ਦੇ ਵਿੱਚ ਕੰਮ ਕਰਦਾ ਤੇ ਡਗ ਫੋਰਡ ਵੀ ਆਖਰੀ ਸਾਲ ਦੇ ਵਿੱਚ ਕੰਮ ਕਰਦਾ। ਆਖਰੀ ਚ ਵੀ ਕੁਛ ਨਹੀਂ ਕਰ ਰਿਹਾ, ਲਾਲੀਪੌਪ ਵੀ ਦੇ ਰਿਹਾ ਜੀ। ਉਹ 22 ਦੇ ਵਿੱਚ ਇਲੈਕਸ਼ਨ ਆ, 14 ਮਹੀਨੇ ਰਹਿ ਗਏ। ਜਾਂ ਤੇ ਕਹੋ ਮੈਂ ਕੱਲ ਨੂੰ ਨੀਂਹ ਪੱਥਰ ਰੱਖਣ ਲੱਗੇ ਆ, 14 ਮਹੀਨਿਆਂ ਦੇ ਵਿੱਚ ਹਸਪੀਟਲ ਮੁਕੰਮਲ ਹੋ ਜੂ। ਆ ਤੁਸੀਂ ਕਰੋ ਗੱਲ। ਤੇ ਨਾਲ ਜਿਹੜੇ ਇੱਥੋਂ ਦੇ ਪੈਟਰਿਕ ਬਰਾਊਨ ਹੋਣੀ, ਉਹ ਵੀ ਬੜੇ ਖੁਸ਼ ਆ ਜੀ। ਜਿਹੜੇ MPP ਆ ਉਹ ਵੀ ਬੜੇ ਖੁਸ਼ ਆ ਜੀ। ਬ੍ਰੈਂਪਟਨ ਵਾਲਿਆਂ ਨੂੰ ਬੜੀ ਵੱਡਾ ਤੋਹਫਾ ਮਿਲ ਰਿਹਾ। ਕਿਹੜਾ ਤਾਂ ਕਾਹਦਾ ਤੋਹਫਾ ਮਿਲ ਰਿਹਾ? 23 ਦੇ ਵਿੱਚ ਤੁਹਾਡੀ ਸਰਕਾਰ ਬਣਨੀ ਨਹੀਂ ਬਣਨੀ ਇਹ ਕੀ ਪਤਾ, ਤੁਸੀਂ 23 ਦੀ ਗੱਲ ਕਰ ਰਹੇ ਹੋ ਜੀ। ਚੰਡੀ ਸਾਹਿਬ ਤੁਹਾਡਾ ਇੱਕ ਸਕਾਲਰ ਹੈ, ਉਹਨਾਂ ਦੇ 2 ਰਿਸ਼ਤੇਦਾਰ ਹੈ MPP ਜੀ। ਅਗਰ ਉਹ ਸਕਾਲਰ ਨੂੰ ਤੁਸੀਂ ਬੇਨਤੀ ਕਰੋ ਤੇ ਤੁਹਾਨੂੰ MPP ਨੂੰ ਲਿਆਓ ਤੁਸੀਂ ਆਨਰ ਤੇ ਉਹ ਤੁਹਾਡੇ ਉਹ ਤੋਂ ਉਹਨਾਂ ਤੋਂ ਸਵਾਲ ਪੁੱਛੋ, ਉਸ ਦੇ ਬਾਅਦ ਦੱਸ। ਹਾਂ ਸੱਚ, ਵੀਰ ਨੇ ਕਿਹਾ ਸੀਗਾ, ਬਿਲਕੁਲ ਯਾਦ ਆ ਗਿਆ ਜੀ। ਵੀਰ ਕਹਿੰਦੇ ਸੀ ਸਾਡੇ ਜਿਹੜੇ ਸਰਕਾਰੀਆ ਸਾਹਿਬ ਵੀ ਸਾਡੇ ਕਜ਼ਨ ਆ ਤੇ ਇੱਕ ਪਤਾ ਨਹੀਂ ਹੋਰ ਕਿਹੜਾ ਗਿਆ ਸੀਗਾ, MP ਆ ਤੇ ਇੱਕ MPP ਆ। ਬੇਨਤੀ ਕਰਦੇ ਵੀਰ ਆਣ ਕੇ ਤੇ ਉਹਨਾਂ ਦੇ ਨਾਲ ਸੰਪਰਕ ਕਰਾਇਆ ਜਾਵੇ ਸਾਡਾ, ਤੇ ਆਪਾਂ ਜਲਦੀ ਉਹਨਾਂ ਨੂੰ ਆਣ ਕੇ ਸਵਾਲ ਪੁੱਛੀਏ। ਜੇ ਵੀਰ ਸੁਣਦੇ ਹੋਣ ਤਾਂ ਸਾਨੂੰ ਜ਼ਰੂਰ ਕਾਲ ਕਰਨ। ਉਹਦੇ ਰੈਗੂਲਰ ਚੱਲ ਰਿਹਾ ਜੀ ਅਟਵਾਲ ਸਾਹਿਬ, ਗੱਲ ਨਹੀਂ ਮਾੜੇ ਸਿਆਣੇ ਬੰਦੇ ਬਹੁਤ ਸਿਆਣੇ ਨੇ ਅਟਵਾਲ ਸਾਹਿਬ, ਸੁਣਦੇ ਹੋਣਗੇ ਜ਼ਰੂਰ ਕਾਲ ਕਰਨਗੇ ਜੀ। ਬਾਕੀ ਮੈਂ ਕਿਸਾਨ ਅੰਦੋਲਨ ਤੇ ਗੱਲ ਕਰਨਾ ਚਾਹੁੰਦਾ ਜੀ। ਜਿਹੜੀ ਮਲੋਟ ਵਾਲੀ ਘਟਨਾ ਹੋਈ ਨਾ, ਘਟਨਾ ਠੀਕ ਸੀ ਲੇਕਿਨ ਜਿਸ ਢੰਗ ਨਾਲ ਹੋਈ ਆ ਉਹ ਢੰਗ ਸਹੀ ਜੀ। ਇਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ। ਠੀਕ ਹੈ, ਵਿਰੋਧ ਕਰੋ ਉਹਨਾਂ ਦਾ ਜੀ, ਹਰਗਤ ਕਰੋ, ਲੇਕਿਨ ਕੁੱਟਮਾਰ ਜਿਹੜੀ ਇਹ ਮਾੜੀ ਗੱਲ ਹੈ। ਇਹਦਾ ਨੁਕਸਾਨ ਸਿਰਫ ਜਿਹੜਾ ਕਿਸਾਨ ਅੰਦੋਲਨ ਨੂੰ, ਜਿਸ ਤਰ੍ਹਾਂ ਅਸੀਂ ਸਰਦੀ ਤੋਂ ਜਿਹੜਾ ਘਾਟਾ ਸੀ ਪਿਆ ਸਾਨੂੰ 26 ਦੇ ਵਿੱਚ ਜੀ, ਉਹ ਤੋਂ ਅਜੇ ਉੱਭਰ ਨਹੀਂ ਸਕੇ ਪੂਰੀ ਤਰ੍ਹਾਂ। ਹਾਂਜੀ, ਇਸੇ ਤਰ੍ਹਾਂ ਗਾਹਾਂ ਇਹ ਸਰਕਾਰ ਦੀ ਵੀ ਪਾਲਿਸੀ ਹੋ ਸਕਦੀ ਹੈ, ਸਰਕਾਰ ਦਾ ਵੀ ਹੱਥ ਹੋ ਸਕਦਾ, ਉਹਦੇ ਆਪਣੇ ਬੰਦੇ ਵੀ ਹੋ ਸਕਦੇ, ਜ਼ਰੂਰੀ ਨਹੀਂ ਕਿਸਾਨ ਸੀ ਜੀ।
ਇਹਨਾਂ ਦੇ ਬੀਏਪੀ ਦੇ ਆਪਣੇ ਬੰਦੇ ਵੀ ਹੋ ਸਕਦੇ ਜਿਹਨਾਂ ਨੇ ਕੰਮ ਕਰਵਾਇਆ ਹੋਵੇ। ਤੇ ਇਸ ਕਰਕੇ ਲੇਕਿਨ ਬਚਣਾ ਚਾਹੀਦਾ ਇਸ ਤੋਂ, ਇਸ ਤਰ੍ਹਾਂ ਦੇ ਕੰਮ ਤੋਂ ਬਚਣਾ ਚਾਹੀਦਾ। ਬਾਕੀ ਭਗਤ ਨਾ ਬਣੋ ਕਿਸੇ ਤੇ, ਮੈਂ ਤਾਂ ਇਹੀ ਕਹਾਂ, ਸਿਰਫ ਭਗਤ ਬਣੋ ਕਿਸਾਨ ਅੰਦੋਲਨ ਦੇ। ਜੀ ਮੈਂ ਕਿਸਾਨ ਅੰਦੋਲਨ ਦਾ ਭਗਤ ਹਾਂ। ਕਿਸਾਨ ਅੰਦੋਲਨ ਦੇ ਭਗਤ ਕਰਕੇ ਮੈਨੂੰ ਕੋਈ ਵੀ ਕੋਈ ਕੁਛ ਕਹੀ ਜਾਵੇ ਤੇ ਕਾਮਰੇਡ ਖਾਣਾ ਮੈਨੂੰ ਮਨਜ਼ੂਰ ਹੈ, ਕਿਉਂਕਿ ਮੈਂ ਕਿਸੇ ਜਿਹੜਾ ਮੋਰਚਾ ਹੈ ਉਹਦੇ ਕਿਸੇ ਲੀਡਰ ਦਾ ਭਗਤ ਨਹੀਂ, ਸਿਰਫ ਕਿਸਾਨ ਅੰਦੋਲਨ ਦਾ ਭਗਤ ਹੈ, ਨਾ ਪਰਸਨਲ ਕਿਸੇ ਦਾ ਭਗਤ ਹੈ। ਹੁਣ ਕਈ ਜਿਹੜੇ ਪਰਸਨਲ ਬੰਦੇ ਜਿਹਨਾਂ ਨੇ ਸੱਤਿਆਨਾਸ਼ ਕਰਤਾ ਅੰਦੋਲਨ ਦਾ, ਉਸ ਵਿਅਕਤੀ ਦੇ ਭਗਤ ਬਣੇ ਹੋਏ। ਮੈਂ ਹੈਰਾਨ ਹੈ ਕਿ ਤੁਸੀਂ ਉਸ ਵਿਅਕਤੀ ਦੇ ਭਗਤ ਕਿਉਂ ਬਣ ਗਏ ਜੀ? ਕਿਆ ਮਹੀਨੇ ਜਾ ਕੇ ਤੁਸੀਂ ਠੀਕ ਹੈ ਕੋਈ ਗੱਲ ਨਹੀਂ, ਫੈਸਲਾ ਕਰਨ ਦੇਣਾ ਤੋਂ ਅਗਲੇ ਮੁੱਖ ਮੰਤਰੀ ਬਣਾ ਦਿਓ ਉਹਨੂੰ ਜੀ ਜੀ, ਉਹ ਪੰਜਾਬ ਦੀ ਜਨਤਾ ਨੇ ਬਣਾਉਣਾ ਨਾ। ਤੋਂ ਮੈਂ ਅਪੀਲ ਕਰਦਾ ਉਹਨੂੰ, ਬੇਨਤੀ ਕਰਦਾ ਕਿ ਭਗਤ ਨਾ ਬਣੋ, ਨਾ ਕਿਸੇ ਹੋਸਟ ਦਾ ਭਗਤ ਨਾ ਬਣੋ ਜੀ। ਕੋਈ ਹੋਸਟ ਦੇ ਭਗਤ ਵੀ ਆ, ਬਿਲਕੁਲ ਆਪਾਂ ਤੁਹਾਡੇ ਭਗਤ ਨਹੀਂ ਹੋ ਜੀ ਜੀ, ਇਸ ਕਰਕੇ ਕਿਸੇ ਹੋਸਟ ਦੇ ਵੀ ਭਗਤ ਨਾ ਬਣੋ। ਬਿਲਕੁਲ ਨਿਰਪੱਖ ਹੋ ਕੇ ਗੱਲ ਕਰੋ। ਹਾਂ ਬਿਲਕੁਲ ਵੀਰ, ਆਪਾਂ ਤਾਂ ਹੀ ਬੇਨਤੀ ਕਰੀ ਦੀ ਆ। ਦੇਖੋ ਹਰਜਿੰਦਰ ਧਨੋਆ ਸਾਹਿਬ ਕਿੰਨੀ ਡੂੰਘਾਈ ਦੇ ਨਾਲ ਖਬਰਾਂ ਕੱਢ ਕੇ ਲਿਆਉਂਦੇ ਆ, ਇੰਨੀ ਵਿਸਤਾਰ ਦੇ ਨਾਲ ਦੱਸਦੇ ਆ। ਜੇ ਅਸੀਂ ਆਵਾਜ਼ ਨਹੀਂ ਬੁਲੰਦ ਕਰਦੇ ਤੇ ਇਹਦਾ ਮਤਲਬ ਸਾਡੇ 'ਚ ਗਲਤੀਆਂ। ਬਿਲਕੁਲ 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 ਜੀ। ਇਸ ਤਰ੍ਹਾਂ ਚੰਡੀ ਸਾਹਿਬ ਕਈ ਪੋਸਟ ਮੈਂ ਦੇਖਿਆ, ਕਈ ਪ੍ਰੋਗਰਾਮ ਰੇਡੀਓ ਇੱਧਰ ਚੱਲਦੇ ਆ, ਅਮਰੀਕਾ 'ਚ ਵੀ ਚੱਲਦੇ ਆ, ਕੈਨੇਡਾ ਵੀ ਚੱਲਦੇ ਆ ਜੀ। ਉਹ 25 ਤਰੀਕ ਤੋਂ ਪਹਿਲਾਂ, 25 ਜਨਵਰੀ ਤੋਂ ਪਹਿਲਾਂ ਕੁਛ ਹੋਰ ਸੀ। ਉਹਨਾਂ ਦਾ ਅਸਲੀ ਮਕਸਦ ਇਹੀ ਸੀ ਕਿ ਅਸੀਂ ਕਿਸਾਨ ਅੰਦੋਲਨ ਨੂੰ ਧੱਕਾ ਪਹੁੰਚਾਉਣਾ ਜੀ। ਲੇਕਿਨ 26 ਜਨਵਰੀ ਨੂੰ ਜਦੋਂ ਉਹਨੂੰ ਮੌਕਾ ਮਿਲ ਗਿਆ ਦੂਜਾ, ਫਿਰ ਉਹ ਦੂਸਰੇ ਪਾਸੇ ਹੋ ਗਿਆ 26 ਜਨਵਰੀ ਤੋਂ ਬਾਅਦ। ਬਿਲਕੁਲ ਜੀ, ਮਸਲਾ ਉਹਨਾਂ ਦਾ ਸਿਰਫ ਨੁਕਸਾਨ ਹੀ ਕਰਨਾ ਹੈ। ਕਿਸਾਨ ਅੰਦੋਲਨ ਦਾ ਨੁਕਸਾਨ ਪਹੁੰਚੇ, ਬਸ ਹੋਰ ਕੋਈ ਮਕਸਦ ਨਹੀਂ ਉਹਨਾਂ ਦਾ ਜੀ ਜੀ। ਧੰਨਵਾਦ ਜੀ, ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਹੇ ਜੀ। ਸਾਡਾ ਪੀਲ ਆਟੋ ਕੋਲੀਜਨ ਵਾਲੇ, ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ, ਪੇਂਟ ਕਰਾਉਣੀ ਚਾਹੁੰਦੇ ਹੋ, ਬੰਪਰ ਪੇਂਟ ਕਰਾਉਣਾ ਹੈ ਤੁਸੀਂ, ਹੁਣ ਗਰਮੀਆਂ ਆ ਗਈਆਂ ਜੀ, ਰਿਮ ਪੇਂਟ ਕਰਾਉਣੇ ਆ, ਬਲੈਕ ਕਰਾਉਣੇ ਆ, ਅੰਦਰੋਂ ਬ੍ਰੇਕਾਂ ਜਿਹੜੀਆਂ ਉਹਨਾਂ ਨੂੰ ਰੈੱਡ ਕਲਰ ਦੇ ਵਿੱਚ ਕਰਾਉਣਾ ਜੀ। 905 459 1300 ਤੇ ਦਲਬਾਰਾ ਸਿੰਘ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੇ 14 ਹਿਲ ਰੋਡ ਬਰੈਂਪਟਨ ਤੇ ਪੀਲ ਆਟੋ ਕੋਲੀਜਨ। ਤੇ ਤੁਸੀਂ ਤਾਜ਼ਾ ਸਵਾਦਲਾ ਖਾਣਾ ਖਾਣਾ ਜੀ, ਬਾਬਾ ਢਾਬਾ 255 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ। 905 499 4314 ਤੇ ਇੰਡੀਆ ਪੈਸੇ ਭੇਜਣੇ ਜਾਂ ਮੰਗਵਾਉਣੇ US ਡਾਲਰ, ਕੈਨੇਡੀਅਨ ਡਾਲਰ। ਅਪਰਾ ਟ੍ਰੇਡਿੰਗ ਇੰਕ ਜਗਤਾਰ ਢਾਹ ਉਹਨਾਂ ਨੂੰ ਫੋਨ ਕਰ ਲਓ 905 794 3233 ਤੇ। ਘਰ ਖਰੀਦਣਾ ਵੇਚਣਾ ਤੁਸੀਂ ਜਾਂ ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈਗਾ ਤੇ ਹਰਪਾਲ ਭੱਲਾ ਉਹਨਾਂ ਨੂੰ ਕਾਲ ਕਰ ਸਕਦੇ ਹੋ। ਰੋਇਲ ਲੀਪੇਜ ਤੇ ਗੈਸ ਸਟੇਸ਼ਨ, ਪਾਰਕਿੰਗ ਲਾਟ, ਕੋਈ ਵੀ ਤੁਸੀਂ ਬਿਜ਼ਨਸ ਖਰੀਦਣਾ 416 560 2400 ਤੇ ਕਾਲ ਕੀਤੀ ਜਾ ਸਕਦੀ ਆ। ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਖਰੀਦਣ ਜੀ ਸਟੀਫਨ ਫਰਨੀਚਰ ਵਾਲੇ 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ। 905 790 0560 ਯੂਨਿਟ 14 ਤੋਂ 17 ਤੱਕ 2575 ਸਟੀਲ ਐਵਨਿਊ ਬਰੈਂਪਟਨ ਦੇ ਵਿੱਚ। ਤੇ ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 8153 ਸਵਾਗਤ ਹੈ ਜੀ। ਹੈਲੋ ਹਾਂਜੀ ਸਵਾਗਤ ਹੈ ਜੀ। ਹਾਂਜੀ ਚੰਨੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿਹੜਾ ਸਰਦਾਰ ਹਰਿੰਦਰ ਸਿੰਘ ਧਨੋਆ ਹੈ, ਇਹਨਾਂ ਨੇ ਜੋ ਵਿਸ਼ਲੇਸ਼ਣ ਕੀਤਾ ਅੱਜ ਦੇ ਨਿਊਜ਼ ਦੇ ਬਾਰੇ, ਥੋੜੇ ਜਿਹੇ ਟਾਈਮ 'ਚ ਬਹੁਤ ਗੱਲਾਂ ਕਰ ਗਏ। ਹੈਲੋ ਜੀ 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 ਬਿਲਕੁਲ ਜੀ ਜੀ। ਥੋੜੇ ਜਿਹੇ ਟਾਈਮ 'ਚ ਬਹੁਤ ਗੱਲਾਂ ਕਰ ਗਏ ਹੈ ਔਰ ਗੱਲਾਂ ਬਹੁਤ ਸਹੀ ਕੀਤੀਆਂ। ਸਾਨੂੰ ਇੱਕ ਮਿੰਟ ਹੋਣਾ ਚਾਹੀਦਾ ਹੁਣ ਇਸ ਵਕਤ। ਇਹ ਜਿਹੜੀ ਹਸਪੀਟਲ ਦੀ ਗੱਲ ਹੈ, ਇਹਦੇ ਬਾਰੇ ਮੈਂ ਆਪਣੇ 2 ਵਿਚਾਰ ਰੱਖਣਾ ਚਾਹੁੰਦਾ ਕਿ ਇਸ ਨੂੰ ਚਾਹੀਦਾ ਸੀ, ਇਹ ਅੱਜ ਸਮੇਂ ਦੀ ਲੋੜ ਹੈ ਜੀ, ਕਿ ਜਿਸ ਰੇਸ਼ੋ ਪ੍ਰਪਰੇਸ਼ਨ ਨਾਲ ਬਰੈਂਪਟਨ ਦੀ ਜਾਂ ਲੋਕਲ ਇੱਥੇ ਪਾਪੂਲੇਸ਼ਨ ਵੱਧ ਰਹੀ ਹੈ ਜੀ, ਕਿ ਇੱਕ ਹਸਪੀਟਲ ਨੇ ਕੰਮ ਨਹੀਂ ਕਰਦਾ ਤੇ ਲੋੜ ਹੈ ਅੱਜ ਹਸਪੀਟਲ ਬਣਾਉਣ ਦੀ। ਔਰ ਇਹਨਾਂ ਨੂੰ ਚਾਹੀਦਾ ਕਿ ਇਲੈਕਸ਼ਨ ਤੋਂ ਪਹਿਲੇ ਬਿਲਡਿੰਗ ਤਿਆਰ ਹੋ ਜਾਏ ਜੀ। ਇਹ ਤੇ ਫਿਰ ਜੁਮਲੇ ਦਾਅਵੇ ਵਾਲੀ ਗੱਲ ਹੈ ਜੀ, ਅਸੀਂ ਬਣਾਵਾਂਗੇ। ਮੋਦੀ ਵਾਲਾ ਕੰਮ ਹੋ ਗਿਆ ਜੀ, ਮੋਦੀ ਵਾਲਾ ਵੀ ਜੁਮਲਾ ਹੀ ਆ। ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ ਜੀ, ਇਹ ਜੋ ਜੁਮਲੇ ਵਾਲੇ ਕੰਮ ਹੋ ਗਏ ਨਾ, ਵੀ ਆਪਣੀ ਗੁਆਂਢੀ ਮੁਲਕ ਦਾ ਜੀ, ਉਹਨਾਂ ਨੂੰ ਥੋੜਾ ਜਿਹਾ ਅਸਰ ਹੋ ਗਿਆ ਜੀ। ਇਹਨਾਂ ਨੂੰ ਚਾਹੀਦਾ ਇੱਕ ਮੁੱਠ ਹੋ ਗਏ ਸਿੰਘਾਂ ਨੂੰ, ਸਾਰੀ ਕਮਿਊਨਿਟੀ ਨੂੰ, ਬਈ ਤੁਸੀਂ ਇਲੈਕਸ਼ਨ ਤੋਂ ਪਹਿਲੇ ਅੱਜ ਸਮੇਂ ਦੀ ਲੋੜ ਹੈ ਜੀ ਕਿ ਹਸਪੀਟਲ ਹੋਣਾ ਚਾਹੀਦਾ। ਬਿਲਕੁਲ ਜੀ, ਕਿਉਂਕਿ ਪਾਪੂਲੇਸ਼ਨ ਬਹੁਤ ਵੱਧ ਗਈ ਹੈ। ਇਹਨਾਂ ਨੂੰ ਚਾਹੀਦਾ ਕਿ ਹਸਪੀਟਲ ਜਲਦੀ ਤੋਂ ਜਲਦੀ ਤਿਆਰ ਕਰਨ। ਧੰਨਵਾਦ ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 8297 ਸਵਾਗਤ ਹੈ ਜੀ। ਹਾਂਜੀ ਚੰਦੀ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ ਜਗੀਰ ਸਿੰਘ ਜੀ, ਕਾਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸਾਡੇ ਤੁਸੀਂ ਹਰਮਨ ਪਿਆਰੇ ਹੋ, ਸਾਡੇ ਸਨਮਾਨਯੋਗ ਵੀ ਹੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮੈਂ ਪਹਿਲਾਂ ਤਾਂ ਤੁਹਾਡੀ ਮੈਨੇਜਮੈਂਟ ਨੂੰ ਤੇ ਤੁਹਾਡੇ ਕਾਰਸਪੋਂਡੈਂਟ ਜਿਹੜੇ ਹਰਜਿੰਦਰ ਸਿੰਘ ਧਨੋਆ ਨਾ ਜੀ, ਉਹਨਾਂ ਦੋਨਾਂ ਨੂੰ ਹੀ ਵਧਾਈ ਇਸ ਗੱਲ ਦੀ ਦਿੰਦਾ ਆ ਕਿ ਤੁਸੀਂ ਇੱਕ ਵਾਹਦ ਮੀਡੀਆਕਾਰ ਹੋ ਜਿਹੜੇ ਕਿ
ਜਿਹੜੇ ਲੋਕਲ ਮਸਲੇ ਆ ਜੀ ਸਾਡੇ ਬਹੁਤ ਸਾਰੇ, ਕੋਈ ਚਲੋ ਆਪਾਂ ਕਿਸੇ ਦਾ ਕੋਈ ਆਲੋਚਨਾ ਨਹੀਂ ਕਰਦੇ, ਬਹੁਤ ਸਾਰੇ ਨਾ ਇੰਡੀਆ ਵਗੈਰਾ ਹੀ ਫਿਰਦੇ ਰਹਿੰਦੇ ਆ ਤੇ ਇੱਥੋਂ ਦੀ ਗੱਲ ਜਿਹੜੀ ਆ ਉਹ ਉਨੀ ਨਹੀਂ ਹੁੰਦੀ। ਪਰ ਤੁਸੀਂ ਇੱਥੋਂ ਦੀਆਂ ਜਿਹੜੀਆਂ ਲੋਕਲ ਮਸਲੇ ਹੈਗੇ ਆ ਉਹਨਾਂ ਦੀਆਂ ਟੇਕ ਅਪ ਕਰਦੇ ਆ, ਇਹ ਬਹੁਤ ਵਧੀਆ ਗੱਲ ਆ। ਜਿੱਥੋਂ ਤੱਕ ਚੰਦੀ ਸਾਹਿਬ ਆਪਣੇ ਹਸਪੀਟਲ ਵਾਲਾ ਮਸਲਾ ਹੈ ਨਾ ਜੀ, ਇਹਦੇ 'ਚ ਇੱਕ ਹੁਣੇ ਹੀ ਪਹਿਲਾਂ ਕਾਲਰ ਨੇ ਗੱਲ ਕਹੀ ਆ ਬੜੀ ਸਿਆਣੀ ਕਿ ਸਾਨੂੰ ਇਕਮੁੱਠ ਹੋਣ ਦੀ ਲੋੜ ਆ। ਸਾਨੂੰ ਤੋਂ ਭਾਵ ਆ ਪਹਿਲਾਂ ਤਾਂ ਅਸੀਂ ਜਿਹੜੇ ਪੰਜਾਬੀ ਕਮਿਊਨਿਟੀ ਵਾਲੇ ਆ, ਇੰਡੀਅਨ ਕਮਿਊਨਿਟੀ ਵਾਲੇ ਆ, ਉਹ ਇਕਮੁੱਠ ਹੋਈਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ 2019 'ਚ 2 ਸਾਲ ਪਹਿਲਾਂ ਇੱਕ ਸਾਂਝਾ ਫਰੰਟ ਬਣਾਇਆ ਸੀਗਾ, ਬਰੈਂਪਟਨ ਐਕਸ਼ਨ ਕੋਲੀਸ਼ਨ, ਜਿਹਦੇ ਵਿੱਚ ਕੋਈ 35-36 ਆਰਗੇਨਾਈਜੇਸ਼ਨਾਂ ਇਕੱਠੀਆਂ ਹੋਈਆਂ ਸੀਗੀਆਂ ਤੇ ਉਹਨਾਂ ਨੇ 2 ਹੀ ਮੁਤਾਲਬੇ ਰੱਖੇ ਸੀਗੇ ਕਿ ਬਰੈਂਪਟਨ ਦੇ ਵਿੱਚ ਇੱਕ ਹੋਰ ਹਸਪੀਟਲ ਚਾਹੀਦਾ, ਵੈਲ ਫੰਡਡ, ਵੈਲ ਬੈਡਡ, ਤੇ ਇੱਕ ਚਾਹੀਦੀ ਹੈ ਯੂਨੀਵਰਸਿਟੀ। ਇਹਨਾਂ ਦੋਨਾਂ ਇਸ਼ੂਜ਼ ਦੇ ਉੱਤੇ ਹੀ ਚੰਦੀ ਸਾਹਿਬ ਇਹਨਾਂ ਆਰਗੇਨਾਈਜੇਸ਼ਨਾਂ ਨੇ ਬਹੁਤ ਵਧੀਆ ਕੰਮ ਕੀਤਾ। ਜਦੋਂ ਸਾਡੇ ਜਿਹੜੇ ਨਗਰ ਕੀਰਤਨ ਹੋਏ ਹੈਗੇ ਆ ਉਹਨਾਂ ਦੇ ਵਿੱਚ ਫਲਾਇਰ ਵੰਡੇ ਇਹੀ ਲਿਖ ਕੇ ਕਿ ਯੂਨੀਵਰਸਿਟੀ ਬਣੇ, ਹਸਪੀਟਲ ਬਣੇ। ਫਿਰ ਆਪਣੇ ਜਿਹੜੇ ਆ ਟਾਊਨ ਹਾਲ ਵੀ ਕੀਤੇ, ਜਿਹੜੇ ਆਪਣੇ ਕਾਉਂਸਲਰ ਸੱਦ ਕੇ ਉਹਨਾਂ ਨੂੰ ਕੀਤੇ, ਜਿਹੜੇ ਆਪਣੇ ਮੇਅਰ ਸਾਹਿਬ ਆ ਉਹਨਾਂ ਨੂੰ ਵੀ ਮਿਲੇ। ਮੇਰਾ ਮਤਲਬ ਇਹ ਕਾਫੀ ਵਧੀਆ ਕੰਮ ਚੱਲਦਾ ਰਿਹਾ। ਅੱਛਾ, ਬਦਕਿਸਮਤੀ ਇਹ ਹੋਈ ਜਦੋਂ ਕਿ ਜਿਵੇਂ ਕਿ ਆਮ ਤੌਰ ਤੇ ਸਾਡੀ ਕਮਿਊਨਿਟੀ ਦੇ ਵਿੱਚ ਹੁੰਦਾ ਆ, ਉਹਦੇ 'ਚ ਇਹ ਹੋਇਆ ਕਿ 1-2 ਬੰਦਿਆਂ ਦੀ ਈਗੋ ਕਰਕੇ ਉਹ ਜਿਹੜਾ ਫਰੰਟ ਸੀਗਾ ਉਹ ਖਿਲਰ ਗਿਆ ਤੇ ਉਸ ਤੋਂ ਬਾਅਦ ਮੁੜ ਕੇ ਕੋਈ ਜਿਹੜਾ ਇਕੱਠ ਨਹੀਂ ਹੋ ਸਕਿਆ। ਸੋ ਮੈਂ ਮਹਿਸੂਸ ਕਰਦਾ ਕਿ ਜਿੱਥੋਂ ਤੱਕ ਤਾਂ ਇਸ ਗੱਲ ਦਾ ਹੈ ਕਿ ਬਈ ਬਰੈਂਪਟਨ ਨੂੰ ਇੱਕ ਫੁੱਲ ਫਲੈਜਡ ਨਵਾਂ ਹਸਪੀਟਲ ਚਾਹੀਦਾ ਔਰ ਨਾਲ ਦੀ ਨਾਲ ਯੂਨੀਵਰਸਿਟੀ ਚਾਹੀਦੀ ਆ। ਇਹ ਤਾਂ ਮੇਰਾ ਖਿਆਲ ਦਲੀਲਾਂ ਦੇਣ ਵਾਲੀ ਤਾਂ ਹੁਣ ਕੋਈ ਗੱਲ ਨਹੀਂ ਗੀ, ਹਰ ਇੱਕ ਬੰਦਾ ਦਲੀਲ ਦੇ ਰਿਹਾ ਹੈਗਾ। ਇਹਦੇ ਲਈ ਇਹ ਹੈਗਾ ਕਿ ਔਰ ਦੇਖੋ ਉਦੋਂ ਵੱਡਾ ਮਖੌਲ ਕੀ ਹੋ ਸਕਦਾ, ਜਿਵੇਂ ਤੁਸੀਂ ਪਹਿਲਾਂ ਹੀ ਕਹਿ ਰਹੇ ਆ ਵੀ 2022 ਤੱਕ ਤਾਂ ਤੁਹਾਡੀ ਟਰਮ ਆ ਤੇ ਤੁਸੀਂ 2023 ਦੇ ਵਿੱਚ ਉਹ ਵੀ ਉਮੀਦ ਕੀਤੀ ਜਾਂਦੀ ਆ, ਐਕਸਪੈਕਟਡ ਟੂ ਬਿਗਨ ਦਾ ਕੰਸਟਰਕਸ਼ਨ। ਮਹੀਨਾ ਵੀ ਕੋਈ ਨਹੀਂ ਦੱਸਿਆ ਜੀ, ਪੂਰਾ ਸਾਲ ਹੀ ਕਹਿਤਾ। ਮਹੀਨੇ ਤੋਂ ਪਹਿਲਾਂ ਪਹਿਲੀ ਗੱਲ ਚੰਦੀ ਸਾਹਿਬ, ਮਤਲਬ ਤੁਸੀਂ ਕਿਹਨੂੰ ਇਹ ਮੂਰਖ ਬਣਾਉਣਾ ਚਾਹੁੰਦੇ ਆ? 22 ਤੱਕ ਤਾਂ ਤੁਹਾਡੀ ਟਰਮ ਆ ਤੇ ਤੁਸੀਂ 23 ਦੇ ਵਿੱਚ ਸ਼ੁਰੂ ਕਰਨ ਜਾ ਰਹੇ ਆ। ਸੋ ਇਹ ਇਸ ਕਿਸਮ ਦੇ ਮਖੌਲ ਜਿਹੜੇ ਆ ਨਾ ਚੰਦੀ ਸਾਹਿਬ, ਇਹ ਉਹਨਾਂ ਚਿਰ ਲੋਕਾਂ ਨਾਲ ਹੁੰਦੇ ਰਹਿਣੇ ਆ ਜਿੰਨਾ ਚਿਰ ਲੋਕ ਇਕੱਠੇ ਨਹੀਂ ਹੁੰਦੇ। ਇਹਦੇ ਵਿੱਚ ਭਾਵੇਂ ਕੋਈ ਇੱਥੇ ਪਾਰਟੀ ਆ ਜਾਵੇ, ਕੋਈ MPP ਬਣ ਜਾਣ, ਇਹ ਉਹਨਾਂ ਚਿਰ ਸਿਲਸਿਲਾ ਚੱਲਦਾ ਰਹਿਣਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਪਹਿਲਾਂ ਅਸੀਂ ਆਪਣੀ ਕਮਿਊਨਿਟੀ ਵਾਲੇ ਪੰਜਾਬੀ, ਫਿਰ ਇੰਡੀਅਨ, ਫਿਰ ਏਸ਼ੀਅਨ, ਫਿਰ ਜਿਹੜੇ ਲੋਕਲ ਕਮਿਊਨਿਟੀਜ਼ ਆ, ਸਾਰਿਆਂ ਨੂੰ ਇਕੱਠੇ ਕਰਕੇ ਇਹ ਸਮਝਾਉਣ ਦੇ ਵਿੱਚ ਬਹੁਤਾ ਜ਼ੋਰ ਨਹੀਂ ਲੱਗਣਾ ਕਿ ਹਸਪਤਾਲ ਚਾਹੀਦਾ ਤੇ ਯੂਨੀਵਰਸਿਟੀ ਚਾਹੀਦੀ ਆ। ਸੋ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਟੌਪਿਕ ਲਿਆ ਹੈਗਾ, ਕਰੰਟ ਟੌਪਿਕ ਆ, ਬਹੁਤ ਜ਼ਰੂਰੀ ਟੌਪਿਕ ਆ ਔਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਟੇਕ ਅਪ ਕਰ ਰਹੇ ਆ। ਔਰ ਮੈਂ ਅਗੇਨ ਬੇਨਤੀ ਕਰਦਾ ਕਿ ਆਪਣੀ ਕਮਿਊਨਿਟੀ, ਪੰਜਾਬੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਇਕੱਠੀ ਹੋਵੇ, ਨਾਲ ਦੀ ਨਾਲ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਹੈਗੀਆਂ, ਕਿਉਂਕਿ ਸਾਰੇ ਬਰੈਂਪਟਨ 'ਚ ਰਹਿਣ ਵਾਲਿਆਂ ਨੂੰ ਇਹ ਦੋਨੇ ਚੀਜ਼ਾਂ ਚਾਹੀਦੀਆਂ। ਸੋ ਮੈਂ ਤੁਹਾਨੂੰ ਗੁਜ਼ਾਰਿਸ਼ ਵੀ ਕਰਦਾ ਔਰ ਵਧਾਈ ਵੀ ਦਿੰਦਾ ਕਿ ਤੁਸੀਂ ਇਹ ਇਸ਼ੂ ਜਿਹੜਾ ਬੜੇ ਵਧੀਆ ਤਰੀਕੇ ਨਾਲ ਟੇਕ ਅਪ ਕਰ ਰਹੇ ਹੋ। ਬਹੁਤ ਮਿਹਰਬਾਨੀ, ਸ਼ੁਕਰੀਆ। ਧੰਨਵਾਦ ਜੀ। ਬਿਲਕੁਲ ਜੀ, ਇਹਨੇ ਪ੍ਰੋਫੈਸਰ ਜਗੀਰ ਸਿੰਘ ਜੀ ਕਾਹਲੋਂ ਸਾਡੇ ਟੀਮ ਮੈਂਬਰ ਵੀ ਆ ਤੇ ਸਾਡੇ ਸਨਮਾਨਯੋਗ ਵੀ ਆ, ਵੱਡੇ ਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਦੇਖਦੇ ਆ ਤੁਹਾਡੀ ਚਿੰਤਾ ਦੇ ਨਾਲ ਸਾਡੀ ਚਿੰਤਾ, ਬਰੈਂਪਟਨ ਵਾਸੀ ਸਾਡੀਆਂ ਭੈਣਾਂ ਮਾਵਾਂ ਕਿੰਨੀਆਂ ਕੁ ਚਿੰਤਤ ਆ, ਦੇਖਦੇ ਕਿੰਨੀਆਂ ਕੁ ਕਾਲਾਂ ਕਰਦੇ ਆ, ਕਿਉਂਕਿ ਬਰੈਂਪਟਨ ਤੋਂ ਕਾਲਾਂ ਜਿਹੜੀਆਂ ਘੱਟ ਆ ਰਹੀਆਂ। ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਆ ਤਾਂ ਸਾਡੀਆਂ ਮਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਤੇ ਕਾਲਾਂ ਜਿਹੜੀਆਂ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਪਛੜ ਜਾਂਦੀਆਂ ਆ। ਜੇ ਤੁਹਾਡੀ ਲੋਕਲ ਗੱਲ ਹੁੰਦੀ ਉਹ ਤੇ ਕਾਲ ਜ਼ਰੂਰ ਕਰਿਆ ਕਰੋ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ, 8271 ਸਵਾਗਤ ਹੈ ਜੀ। ਹੈਲੋ, ਸ਼ਾਇਦ ਵੀਰ ਹੋਣੀ ਹੋਲਡ ਕਰ ਗਿਆ ਜੀ ਤੇ ਉਹਨਾਂ ਨੂੰ ਯਾਦ ਹੀ ਭੁੱਲ ਗਿਆ ਵੀ ਮੇਰੀ ਟਰਮ ਆਉਣ ਵਾਲੀ ਆ। ਤੇ ਆਪਾਂ ਇੱਕ ਨਿੱਕੀ ਜਿਹੀ ਕਮਰਸ਼ੀਅਲ ਲੈਂਦੇ ਆ ਜੀ, ਉਸ ਤੋਂ ਬਾਅਦ 1 ਬਾਈ 1 ਕਾਲਾਂ ਜਿਹੜੀਆਂ ਇੱਦਾਂ ਹੀ ਲੈਣਾ ਓਪਨ ਆ, ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਕਿੰਨੇ ਕੁ ਚਿੰਤਾ ਤੋਂ ਆਪਣੇ ਭਵਿੱਖ ਨੂੰ ਲੈ ਕੇ, ਜਿਸ ਤਰ੍ਹਾਂ ਅਮਨਜੋਤ ਸੰਧੂ ਹੋਣੀ ਕਹਿੰਦੇ ਜੀ ਬਰੈਂਪਟਨੀਆਂ ਨੂੰ ਬਹੁਤ ਵਧੀਆ ਜਿਹੜਾ ਤੋਹਫਾ ਮਿਲ ਰਿਹਾ, ਤਾਂ ਕਦੋਂ ਮਿਲ ਰਿਹਾ? ਇਹ ਤਾਂ ਮਿਲਣਾ ਹੀ ਨਹੀਂਗਾ। 23 'ਚ ਤੁਹਾਡੀ ਸਰਕਾਰ ਆਉਂਦੀ ਆ, ਨਹੀਂ ਆਉਂਦੀ, ਕੀ ਹੋਣਾ? ਇਹ ਤਾਂ ਆਉਣ ਵਾਲਾ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਤੁਸੀਂ, ਤੁਹਾਡੀ ਪਾਰਟੀਸਪੇਸ਼ਨ ਕੀ ਆ? ਤੁਸੀਂ ਕੀ ਗੱਲਬਾਤ ਕੀਤੀ ਆ
ਡਗਫੋੜ ਦੇ ਨਾਲ ਵੀ ਤੂੰ ਲੋਕਾਂ ਨੂੰ ਮੂਰਖ ਬਣਾ। ਅਗਲੀ ਵਾਰੀ ਤੁਸੀਂ ਵੋਟਾਂ ਮੰਗਣ ਜਾਣਾ ਹੈ ਤਾਂ ਲੋਕ ਤੁਹਾਨੂੰ ਸਵਾਲ ਨਹੀਂ ਕਰਨਗੇ। ਜੇ ਸਵਾਲ ਕਰਨਗੇ ਤਾਂ ਹੁਣ ਲਾਈਨਾਂ ਓਪਨ ਆ ਜੀ, ਤੁਸੀਂ ਸਟੂਡੀਓ 'ਚ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਫਿਰ ਜੁੜਦੇ ਹਾਂ ਜੀ। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਘਰ ਦੀ ਚਾਰ ਦੀਵਾਰੀ ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 6478643719 647 864 3719। ਐਡਰੈਸ 350 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ, ਯੂਨਿਟ 223। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ। ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕਾਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾਹ ਹੁਣਾਂ ਨੂੰ 9057943233 905 794 3233 416-731-7710 416 731 7710 6 ਰੇ ਐਵੇਨਿਊ, ਬ੍ਰੈਂਪਟਨ। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ, ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट Stevens Furniture since 1992. Visit in store for much more. 2 locations to serve you. Stevens Furniture.
ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877 ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ। ਆਪਾਂ ਗੱਲਬਾਤ ਕਰ ਰਹੇ ਸੀਗੇ ਬਰੈਂਪਟਨ ਹਸਪੀਟਲ ਦੀ ਤੇ ਨਾਲ ਜਿਹੜਾ 12 ਅਪ੍ਰੈਲ ਨੂੰ ਸਲੂਨ ਖੁੱਲਣ ਜਾ ਰਹੇ ਆ, ਕਿੰਨੇ ਕੇਸ ਵੱਧ ਰਹੇ ਆ ਤੇ ਮੌਂਟਰੀਅਲ ਦੇ ਵਿੱਚ ਜਿਹੜਾ ਕਿਊਬਿਕ ਦੇ ਵਿੱਚ ਰਾਤ ਦਾ ਕਰਫਿਊ ਲੱਗਾ ਹੋਇਆ ਜੀ, ਉੱਥੇ 600 700 800 ਕੇਸ ਆ ਰਹੇ ਤੇ ਸਾਡੇ ਇੱਥੇ 2300 2400 2500 ਤੱਕ ਚਲੇ ਗਿਆ। ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ? ਇੰਨੀ ਮਿਹਨਤ ਵੀ ਕੀਤੀ, ਇੰਨਾ ਸਾਰਾ ਕੁਝ ਕੀਤਾ। ਇੱਕ ਬਰੈਂਪਟਨ ਦੇ ਵਿੱਚ ਜਿਹੜਾ ਸਰਕਾਰ ਵੱਲੋਂ 2023 ਦੇ ਵਿੱਚ ਜਿਹੜਾ ਹਸਪੀਟਲ ਬਣਾਉਣ ਦਾ ਕਿਹਾ ਗਿਆ ਜੀ, ਵੀ ਪੂਰੇ ਸਾਲ 'ਚ ਕੋਈ ਡੇਟ ਨਹੀਂ ਦਿੱਤੀ ਗਈ, ਕੋਈ ਕੱਖ ਨਹੀਂ ਗਾ। ਜੇ ਸਰਕਾਰ ਬਣੂਗੀ ਪਤਾ ਨਹੀਂ ਕੀ ਬਣਨਾ ਉਦੋਂ। ਆਪਾਂ 1 ਬਾਈ 1 ਕਾਲ ਏਅਰ ਕਰਦੇ ਹਾਂ ਜੀ, ਤੇ ਕਿਉਂਕਿ ਸਾਡੇ ਜਿਹੜੇ ਟਰੱਕਰ ਵੀਰ ਆ ਉਹ ਬਹੁਤ ਜੁੜੇ ਹੋਏ ਆ ਜੀ, ਉਹ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਆ ਤਾਂ ਦੇਖਦੇ ਸਾਨੂੰ ਕਿੰਨੇ ਕੁ ਵੀਰ ਜੁੜ ਰਹੇ ਆ, ਸਾਡੀਆਂ ਭੈਣਾਂ ਕਿੰਨੀਆਂ ਕੁ ਸੁਣ ਰਹੀਆਂ, ਉਹ ਕਾਲ ਕਰਦੇ ਆ। ਆਪਾਂ ਇੰਤਜ਼ਾਰ ਕਰਦੇ ਹਾਂ ਜੀ ਤੁਹਾਡੀਆਂ ਕਾਲਾਂ ਦਾ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 1901 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲ ਤਾਂ ਭਾਈ ਤੁਹਾਨੂੰ ਵਧਾਈਆਂ, ਤੁਸੀਂ ਵਧੀਆ ਮੁੱਦਾ ਲੈ ਕੇ ਆਏ ਹੋ ਅੱਜ, ਇਹ ਬਹੁਤ ਜ਼ਰੂਰੀ ਸੀਗਾ ਜੀ। ਤੇ ਜਿਵੇਂ ਭਾਈ ਲੋਲੀਪੌਪ ਹੀ ਆ ਭਾਈ, ਜਿਵੇਂ ਹੁਣ ਇਹ ਹੈ ਨਾ, ਜਿਵੇਂ ਸਰਕਾਰੀਆ ਸਾਹਿਬ ਮੈਂ ਦੇਖ ਰਿਹਾ ਸੀਗਾ ਫੇਸਬੁੱਕ ਤੇ ਪਾਈ ਜਾਂਦੇ ਆ ਨਾ ਜੀ, ਤੇ ਪੈਟਰਿਕ ਬਰਾਊਨ ਵੀ ਹੋ ਗਿਆ ਜੀ, ਆਪਣੇ ਜਿਹੜੇ ਹੋਰ ਬੰਦੇ ਉਹਨਾਂ ਨੂੰ ਵੀ ਸਵਾਲ ਕਰੋ ਨਾ, ਥੱਲੇ ਕਮੈਂਟ ਕਰੋ ਵੀ ਤੁਸੀਂ ਸਰਕਾਰ ਤੋਂ ਤੁਹਾਡੀ 22 ਤੱਕ ਆ ਤਾਂ 23 ਚ ਕਿੱਦਾਂ ਹਸਪੀਟਲ ਬਣਾ ਦੋਗੇ? ਤੁਸੀਂ ਬੇਵਕੂਫ ਸਮਝਦੇ ਲੋਕਾਂ ਨੂੰ? ਭਾਈ ਕਰਕੇ ਅੱਗੇ ਸ਼ੇਅਰ ਵੀ ਕਰਤੇ ਜੀ। ਅਸੀਂ ਦੇਖੋ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਬਰੈਂਪਟਨ ਚੋਂ ਕੋਈ ਕਾਲ ਨਹੀਂ ਆ ਰਹੀ ਆ ਬਰੈਂਪਟਨ ਦੇ ਵਿੱਚੋਂ ਕਾਲਾਂ ਆਉਣੀਆਂ ਚਾਹੀਦੀਆਂ ਜਾਂ ਪਤਾ ਨਹੀਂ ਕੀ ਗੱਲ ਆ। ਨਹੀਂ ਤੁਸੀਂ ਕਰ ਰਹੇ ਵੀਰ, ਫਿਰ ਵੀ ਜਿਹੜੀਆਂ ਹੁਣ ਉਹ ਤਾਂ ਧੜਾ ਹੋਣੀਆਂ ਚਾਹੀਦੀਆਂ। ਸਾਡੀਆਂ ਭੈਣਾਂ ਮਾਵਾਂ ਘਰਾਂ ਦੇ ਵਿੱਚ ਆ ਤੇ ਉਹਨਾਂ ਨੂੰ ਰਾਈਟ ਵੇ ਕਾਲਾਂ ਕਰਨੀਆਂ ਚਾਹੀਦੀਆਂ, ਆਵਾਜ਼ ਉਠਾਉਣੀ ਚਾਹੀਦੀ ਹੈ। ਗੱਲ ਤਾਂ ਬਾਈ ਜੀ ਉਹੀ ਹੈ ਨਾ, ਹੁਣ ਜਿਵੇਂ ਸਰਕਾਰੀਆ ਸਾਹਿਬ ਨੇ ਫੇਸਬੁੱਕ ਤੇ ਪਾਇਆ, ਉੱਥੇ ਕਮੈਂਟ ਕਿੰਨੇ ਆ? ਸਿਰਫ 20 ਕਮੈਂਟ ਸੀ, ਠੀਕ ਆ। ਉਹਦੇ ਵਿੱਚੋਂ ਵੀ 3-4 ਜਦੋਂ ਮੇਰੇ ਮਿੱਤਰ ਸੀਗੇ, ਮੈਂ ਅੱਗੇ ਸ਼ੇਅਰ ਕਰਤੀ, ਉਹਨਾਂ ਨੇ ਕਰਤੇ ਜੀ ਨਾ ਜੀ। ਮਤਲਬ 47 ਕੁ ਲਾਈਕ ਨੇ ਵੀ ਆਪਣੇ ਜਿਹੜੇ। ਹੁਣ ਤੁਸੀਂ ਪੰਜਾਬ ਦੀ ਕੋਈ ਮੁੱਦਾ ਲਿਆਓ, ਹੁਣ ਦੇਖੋ ਦੀ ਕਾਲਾਂ ਧੜਾ ਬਿਲਕੁਲ ਜੀ ਬਿਲਕੁਲ। ਕਿਸਾਨੀ ਮੁੱਦਾ ਹੀ ਲੈ ਲਓ ਤੁਸੀਂ, 6 ਮਹੀਨੇ ਹੋ ਗਏ ਸਾਨੂੰ ਕਰਦੇ ਨੂੰ, ਉੱਤੇ ਧੜਾ ਆਉਂਦੀਆਂ ਕਾਲਾਂ। ਜਦ ਤੁਹਾਡੇ ਉਹ ਕਹਿੰਦੇ ਨਾ ਦੂਜੇ ਦੇ ਘਰ ਨੂੰ ਲੱਗੇ ਤੇ ਬਸੰਤ ਰਿਹਾ, ਆਪਦੇ ਘਰ ਨੂੰ ਅੱਗੇ ਲੱਗੇ ਤਾਂ ਅੱਗ ਹੁੰਦੀ ਆ। ਤੁਹਾਨੂੰ ਲੋੜ ਤੁਹਾਨੂੰ ਆ, ਬੱਚੇ ਤੁਹਾਡੇ, ਮਾਂ ਪਿਓ ਤੁਹਾਡੇ, ਤੁਸੀਂ ਦੁਖੀ ਹੁੰਦੇ ਹੋ, ਤੁਸੀਂ ਮਰ ਰਹੇ ਹੋ ਤਾਂ ਗੱਲ ਕੋਈ ਤਾਂ ਹੋਰ ਚੱਕੇ ਤੁਹਾਡੇ ਵਾਸਤੇ। ਇਹ ਕਿੱਡੀ ਸ਼ਰਮ ਵਾਲੀ ਗੱਲ, ਬੋਲਦੇ ਹੀ ਨਹੀਂ ਅਸੀਂ, ਜਿੱਦਾਂ ਉਹੀ ਕੰਮ ਹੱਸੇ ਸੁੱਟਿਆ ਹੋਇਆ। ਭਾਈ ਕੱਲ ਵੀ ਕਿਤੇ ਹੋਰ ਵੀ ਇਹ ਮੁੱਦਾ ਚੱਲ ਰਿਹਾ ਸੀਗਾ ਭਾਈ, ਨਾ ਇੱਕ ਇਹਨਾਂ ਦਾ ਭਗਤ ਆਇਆ ਸੀਗਾ ਜੀ, ਇਹ ਪਾਰਟੀ ਦਾ ਆਪਣਾ ਫੋਰਡ ਪਾਰਟੀ ਦਾ। ਉਹ ਕਹਿੰਦਾ ਦੇਖੋ ਜੀ ਮੈਂ ਵੀ ਉਰੇ 25 ਸਾਲ ਤੋਂ ਆਇਆ ਹੋਇਆ ਵੀ ਮੇਰੇ ਬੱਚੇ ਵੀ 25-30 ਕਿਲੋਮੀਟਰ ਜਾ ਕੇ ਆਪਣਾ ਵਧੀਆ ਪੜ੍ਹ ਗਏ, ਤੁਹਾਨੂੰ ਉਰੇ ਤਾਂ ਕਹਿੰਦਾ ਪ੍ਰੋਬਲਮ ਹੀ ਕੋਈ ਹੈ ਨੀ ਗੀ। ਐਵੇਂ ਲੋਕੀ ਕਹਿੰਦੇ ਰੌਲਾ ਪਾਈ ਜਾਂਦੇ ਉਹਨਾਂ ਇਹ ਜਿਹੀ ਭਾਈ ਗੱਲਾਂ ਲੱਗੇ ਵੀ ਜਿਹੜੇ ਪੁਰਾਣੇ ਵਾਲੇ ਭਾਈ ਹੈਗੇ ਨਾ ਬੰਦੇ, ਇਹ ਵੀ ਭਾਈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇੰਡੀਆ ਵਾਲੀ ਰਾਜ ਮਤਲਬ ਉਹੀ ਸੋਚ ਆ ਉਹਨਾਂ ਦੀ ਨਾ, ਜਿਹੜੇ ਹੁਣ ਨਵੀਂ ਯੰਗ ਜਨਰੇਸ਼ਨ ਜਿਵੇਂ ਗੁਰਪ੍ਰੀਤ ਲੋੜ ਹੀ ਜਿਵੇਂ ਨਾ ਮੁੱਦਾ ਲੈ ਕੇ ਆਉਂਦੇ ਆ। ਪੁਰਾਣੇ ਵਾਲਿਆਂ ਨੇ ਭਾਈ ਕੁਛ ਨੀ ਕੀਤਾ, ਜਿਹੜੇ ਪਹਿਲਾਂ MP ਬਣੇ ਨਾ, ਚਲੋ ਆ ਨਵੇਂ ਕੁਝ ਬੰਦੇ ਹੈਗੇ ਨੇ ਵਧੀਆ ਚਲੋ। ਬਟ ਭਾਈ ਮੈਂ ਇੱਕ ਗੱਲ ਕਹੂੰਗਾ ਭਾਈ, ਜਿੱਦੇ ਇਹ ਆਏ ਨਾ ਫੋਰਡ ਸਾਹਿਬ, ਚਲੋ ਆਪਾਂ ਸੋਚਦੇ ਸੀਗੇ ਵੀ ਚਲੋ ਵਧੀਆ ਕੁਛ ਕਰਨਗੇ ਨਾ, ਬਟ ਭਾਈ ਮੈਂ ਤਾਂ ਸ਼ੁਕਰ ਮਨਾਉਣਾ ਭਾਈ ਆਪ PC ਦੀ ਪਾਰਟੀ ਸੈਂਟਰ ਦੇ ਵਿੱਚ ਨਹੀਂ ਆਈ ਭਾਈ। ਆ ਜਿਹੜੀ ਇਹਨਾਂ ਨੇ ਕਰੋਨਾ ਦੇ ਵਿੱਚ ਸਪੋਰਟ ਕੀਤੀ ਹੈ ਟਰੂਡੋ ਸਾਹਿਬ ਨੇ ਨਾ ਆਪਣੇ ਲੋਕਾਂ ਦੀ, ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਭਾਈ। ਚਲੋ ਚਾਹੇ ਕਾਲਾ ਵੀ ਕਰਦੇ ਸੀਗੇ ਲੋਕੀ ਨਾ, ਇਹਦੇ ਨਾਲ ਤਾਂ ਭਾਈ ਲਿਬਰਲ ਹੀ ਵਧੀਆ ਸੀਗੀ। ਜਿਹੜੀ PC ਤਾਂ ਲੋਲੀਪੌਪ ਹੀ ਕਹਿੰਦੇ ਇੰਸ਼ੋਰੈਂਸ ਕਢਾ ਦਾਂਗੇ, ਆਹ ਕਰ ਦਾਂਗੇ, ਕੁਛ ਨੀ ਕੀਤਾ। ਹਸਪੀਟਲ ਦਾ ਆਹ ਦੇਤਾ ਜੀ, ਲੋਲੀਪੌਪ ਵੀ ਅਪਗ੍ਰੇਡ ਕਰਨਾ ਨਾ ਜੀ, ਕੁਛ ਨੀ ਕੀਤਾ ਭਾਈ ਇਹਨਾਂ ਨੇ। ਤੇ ਮਤਲਬ ਲੱਗਦਾ ਹੁਣ ਅੱਗੇ ਕੋਈ ਚੇਂਜ ਹੀ ਹੋਊਗੀ ਜੀ। ਤੇ ਚਲੋ NDP ਚਲੋ ਮੈਂ ਕਹਿੰਦਾ ਉਹਨਾਂ ਨੂੰ ਵੀ ਮੌਕਾ ਦੇ ਦੀ ਇੱਕ ਵਾਰ ਨਾ, 3 ਤਾਂ ਉਹਨਾਂ ਦੇ ਸੀਗੇ ਜੀ MPP। ਤੇ ਮਤਲਬ ਮੈਂ ਇਹੀ ਚਾਹੁੰਦਾ ਵੀ ਹੁਣ ਮਤਲਬ ਲੋਲੀਪੌਪ ਹੀ ਹੈ ਜੀ, ਬਸ ਤੁਹਾਡੀ ਗੱਲ ਸਹੀ ਹੈ ਜੀ, ਇਹ ਵਧੀਆ ਮੁੱਦਾ ਲੈ ਕੇ ਆ ਰਹੇ ਹੋ। ਬਿਲਕੁਲ ਜੀ, ਧੰਨਵਾਦ ਵੀਰ। ਬੋਲਣਾ ਤੇ ਚਾਹੀਦਾ ਨਾ, ਅਸੀਂ ਤੇ ਬੋਲਦੇ ਹੀ ਨਹੀਂ ਕਿ ਇੱਕ ਸਭ ਕਿੱਡੀ ਮਾੜੀ ਗੱਲ ਆ। ਤੁਹਾਡੀ ਲੋਕਲ ਗੱਲਬਾਤ ਰੋਈ, ਹੁਣ ਤਾਂ ਨੇਰੀ ਆ ਜਾਣੀ ਚਾਹੀਦੀ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ ਬਿਲਗਾ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸੰਦੀਪ ਸਾਹਿਬ। ਹੈਲੋ ਹਾਂਜੀ ਸਵਾਗਤ ਹੈ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਸਪੀਟਲ ਦੀ ਗੱਲ ਤਾਂ ਦੇਖੋ ਪਿਛਲੇ ਹਫਤੇ ਵੀ ਅਸੀਂ ਕੀਤੀ ਸੀ, ਪਰ ਦੇਖੋ ਬਹਿ ਦੇ ਕਰਨ ਦੀ ਗੱਲ, ਬਰੈਂਪਟਨ ਨੂੰ ਹਸਪੀਟਲ ਬਹੁਤ ਜ਼ਰੂਰੀ ਚਾਹੀਦਾ ਜੀ। ਪਿੱਛੇ ਅਫਵਾਹ ਵੀ ਉੜੀ ਸੀ ਵੀ ਆ ਰਿਹਾ ਹਸਪੀਟਲ, ਬਾਅਦ ਚ ਪਤਾ ਲੱਗਿਆ ਉਹੀ ਜਿਹੜਾ ਪੁਰਾਣੇ ਹਸਪੀਟਲ ਉਹਨੂੰ ਹੀ ਅਪਡੇਟ ਕਰ ਰਹੇ ਨੇ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ।
ਆਬਾਦੀ ਦੇ ਹਿਸਾਬ ਦੇ ਨਾਲ ਵੱਧਦਾ ਜਾ ਰਿਹਾ। ਆਫੀਸ਼ੀਅਲੀ ਫਿਗਰ ਜਿੱਦਾਂ ਧਰੋਆ ਸਾਹਿਬ ਦੱਸ ਕੇ ਗਏ ਨੇ ਉਹ ਘੱਟ ਹੈ, ਪਰ ਅਨਆਫੀਸ਼ੀਅਲੀ ਤੌਰ ਤੇ ਇੱਥੇ ਰੈਜ਼ੀਡੈਂਟ ਜ਼ਿਆਦਾ ਹੈ ਤੇ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਕੰਪੈਰੀਜ਼ਨ ਕਰਕੇ ਦੱਸਿਆ। ਪਰ ਗੱਲ ਹੈ ਕਿ ਨਹੀਂ ਇੰਨੀ ਹਰ ਵਾਰੀ ਇਹ ਗੱਲ ਹੋ ਜਾਂਦੀ ਹੈ, ਇਲੈਕਸ਼ਨਾਂ ਦੇ ਨੇੜੇ ਤੇ ਗੱਲ ਚੁੱਕ ਜਾਂਦੀ ਹੈ, ਫਿਰ ਉਹਦੇ ਬਾਅਦ ਠੱਪ ਜਾਂਦੇ ਆ ਤੇ ਇਹ ਤਾਂ ਬੜੀ ਮਾੜੀ ਗੱਲ ਹੈ ਵੀ ਹਜੇ ਤੱਕ ਜਿਹੜਾ ਹਸਪੀਟਲ ਇੱਕ ਹੋਰ ਜਿਹੜਾ ਚਾਹੀਦਾ ਸੀ ਬਰੈਂਪਟਨ ਨੂੰ ਉਹ ਨਹੀਂ ਮਿਲਿਆ। ਦੇਖੋ ਹਰ ਲਾਰੇ ਲੱਪੇ ਲਾਈ ਜਾਂਦੇ ਨੇ, ਜਿੱਦਾਂ ਪਹਿਲੇ LRT ਦਾ ਲੱਗਿਆ ਹੋਇਆ LRT ਨਹੀਂ ਆਈ ਫਿਰ ਯੂਨੀਵਰਸਿਟੀ ਦਾ ਲੱਗਿਆ ਯੂਨੀਵਰਸਿਟੀ ਨਹੀਂ ਆਈ ਤੇ ਹੁਣ ਇਹ ਹਸਪੀਟਲ ਦਾ ਹੀ ਰਿਹਾ। ਪਤਾ ਨਹੀਂ ਕਿਉਂ ਨਹੀਂ ਕਰ ਰਹੇ ਨੇ, ਕੀ ਇਹਨਾਂ ਦਾ ਪ੍ਰੋਬਲਮ ਹੈ, ਕਿਉਂ ਇਹਨਾਂ ਨੂੰ ਇਸ ਤਰ੍ਹਾਂ ਕਰ ਰਹੇ ਨੇ। ਹਸਪੀਟਲ ਤਾਂ ਬਹੁਤ ਜ਼ਰੂਰੀ ਚਾਹੀਦਾ ਹੈ। ਬਿਲਕਾ ਸਾਹਿਬ 7 ਲੱਖ ਤੋਂ ਉੱਪਰ ਪਾਪੂਲੇਸ਼ਨ ਆ ਬਰੈਂਪਟਨ ਦੀ ਤੇ ਕਾਲਾਂ ਵਾਸਤੇ ਤੁਸੀਂ ਦੇਖ ਲਓ, ਤੁਸੀਂ ਵੀ ਮਿਸੀਸਾਗਾ ਦੇ ਵਿੱਚ ਰਹਿੰਦੇ ਹੋ ਨਾ, ਤੁਸੀਂ ਸੱਚ ਬਰੈਂਪਟਨ ਚੋਂ? ਜੀ ਤੁਸੀਂ ਬਰੈਂਪਟਨ ਚੋਂ, ਤੁਹਾਡੀ ਕਾਲ ਆ ਰਹੀ ਹੈ ਕਵੀਰ ਦੀ ਪਹਿਲਾਂ ਆਈ ਆ, ਪਰ ਕਾਲਾਂ ਸਭ ਤੋਂ ਵੱਧ ਬਰੈਂਪਟਨ ਚੋਂ ਆਉਣੀਆਂ ਚਾਹੀਦੀਆਂ ਕਿਉਂਕਿ ਹਸਪੀਟਲ ਬਰੈਂਪਟਨ ਵਾਸੀਆਂ ਨੂੰ ਚਾਹੀਦਾ ਤੇ ਲੋਲੀਪੌਪ ਦੇ ਰਿਹਾ ਪਰ ਸਾਡੇ ਵੀਰ ਬੋਲ ਪਤਾ ਨਹੀਂ ਕਿਉਂ ਨਹੀਂ ਰਹੇ। ਉਹ ਇਹ ਗੱਲ ਕਰਨੀ ਚਾਹੀਦੀ, ਗੱਲ ਖੁੱਲ ਕੇ ਆਪਾਂ ਨੂੰ। ਦੇਖੋ ਜਿਹੜੀ ਚੀਜ਼ ਦੀ ਸਖਤ ਜ਼ਰੂਰਤ ਹੈ ਇੱਥੇ, ਜੇ ਹਿਸਾਬ ਨਾਲ ਇੰਨੀ ਸਖਤ ਜ਼ਰੂਰਤ ਹੈ ਉਸ ਹਿਸਾਬ ਦੇ ਨਾਲ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਕਿਉਂ ਨਹੀਂ ਕਰਦੇ, ਕਿਉਂ ਨਹੀਂ ਹੋ ਰਿਹਾ, ਇਹ ਬੜੀ ਗੱਲ ਅਜੀਬ ਹੀ ਗੱਲ ਹੈ ਜੀ। ਬਿਲਕੁਲ ਥੈਂਕ ਯੂ ਜੀ। ਓਕੇ ਜੀ, ਧੰਨਵਾਦ ਜੀ, ਧੰਨਵਾਦ। ਵਾਕਿਆ ਜੀ ਜਿਸ ਤਰ੍ਹਾਂ ਬਿਲਗਾ ਸਾਹਿਬ ਨੇ ਕਿਹਾ ਜੀ ਤੁਹਾਨੂੰ ਕਾਲ ਕਰਨੀ ਚਾਹੀਦੀ ਹੈ, ਤੁਹਾਡੀ ਲੋੜ ਆ, ਤੁਹਾਡੀ ਡਿਮਾਂਡ ਜਿਹੜੀ ਆ ਉਹ ਸਰਕਾਰ ਤੱਕ ਪਹੁੰਚੇ, ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚੇ। ਜਦੋਂ ਅਸੀਂ ਬੋਲਦੇ ਨੇ ਸਰਕਾਰ ਨੂੰ ਪਤਾ ਜੀ ਅਸੀਂ ਜਿੰਨਾ ਮਰਜ਼ੀ ਕਰ ਲਈਏ ਉਹੀ ਭਾਰਤ ਵਾਲਾ ਕੰਮ ਹੀ ਹੋ ਗਿਆ, ਉੱਥੇ ਵੀ ਕੋਈ ਨਹੀਂ ਬੋਲਦਾ ਤਾਂ ਅਸੀਂ ਸਰਕਾਰਾਂ ਆਪਣੀਆਂ ਮਨਮਰਜ਼ੀਆਂ ਕਰਦੀਆਂ। ਹੁਣ ਦੇਖੋ ਤੁਹਾਡੇ ਸਾਹਮਣੇ ਲੋਲੀਪੌਪ ਦੇਤਾ ਜੀ 2023 ਦਾ, ਸਰਕਾਰ ਤੁਹਾਡੀ 22 ਤੱਕ ਆ, 14 ਮਹੀਨੇ ਰਹਿ ਗਏ। 14 ਮਹੀਨੇ 'ਚ ਕੀ ਨਹੀਂ ਹੋ ਸਕਦਾ ਜੇ ਕਰਨ ਵਾਲਾ ਹੋਵੇ। ਸਿਰਫ ਉਹ ਜਿਹੜੇ ਬਰੈਂਪਟਨ ਦੇ ਮੇਅਰ ਆ ਪੈਟਰਿਕ ਬਰਾਊਨ ਹੋਣੀ ਉਹ ਵੀ ਬੜੇ ਖੁਸ਼ ਆ, ਜਿਹੜੇ PC ਦੇ MPP ਆ ਉਹ ਵੀ ਬੜੇ ਖੁਸ਼ ਆ ਜੀ, ਵਧਾਈਆਂ ਦੇਣ ਦਾ। ਕਾਹਦੀਆਂ ਵਧਾਈਆਂ ਦੇਣੇ, ਕਿਹੜਾ ਮਾਰਕਾ ਮਾਰਦਾ, ਕਿਹੜਾ ਕੱਦੂ 'ਚ ਤੀਰ ਮਾਰਤਾ ਤੁਸੀਂ। ਚੱਲਦੇ ਜੀ ਆਪਾਂ ਅਗਲੀ ਕਾਲ ਤੇ। ਹਾਂਜੀ 7141 ਸਵਾਗਤ ਹੈ ਜੀ। ਹੈਲੋ ਸਤਿ ਸ੍ਰੀ ਅਕਾਲ ਜੀ ਟਾਂਡੀ। ਸਤਿ ਸ੍ਰੀ ਅਕਾਲ ਟਾਂਡੀ ਜੀ, ਦੇਖ ਲਓ ਤੁਸੀਂ ਵੈਨਕੂਵਰ ਤੋਂ ਬੋਲਦੇ ਤੇ ਸਾਡੇ ਬਰੈਂਪਟਨ ਵਾਲੇ ਸੁੱਤੇ ਪਏ ਆ ਜੀ। ਉਹੀ ਤਾਂ ਮੈਂ ਬੋਲਦਾ ਜੀ ਵੀ ਇੱਥੇ ਵੀ ਅਸਲੀ ਕਾਰਨ ਪਤਾ ਕੀ ਆ ਜੀ, ਇੱਥੇ ਵੀ ਹਸਪਤਾਲਾਂ ਦਾ ਇਹ ਸਰੀ ਦੇ ਵਿੱਚ ਵੀ ਨਹੀਂ ਬਣਦਾ। ਹਸਪੀਟਲ ਹੋਰ ਤਾਂ ਡਾਕਟਰਾਂ ਦੇ ਉੱਤੇ ਰਸ਼ ਵੱਧ ਰਿਹਾ ਜੀ। ਉੱਥੇ ਜਿਹੜੀ ਵੇਟਿੰਗ ਅੱਗੇ 15-20 ਸਾਲ ਪਹਿਲਾਂ ਚੱਲ ਜਾਓ ਤਾਂ 5 ਮਿੰਟ ਦੀ ਵੇਟਿੰਗ ਸੀਗੀ ਜੀ, ਆ ਹੁਣ 2-2 ਘੰਟੇ ਡਾਕਟਰਾਂ ਦੇ ਵੇਟਿੰਗ ਆ। ਇਹਦਾ ਕਾਰਨ ਅਸਲੀ ਹੈ ਨਾ ਜੜ ਇਮੀਗ੍ਰੇਸ਼ਨ ਆ ਜੀ। ਜਿਹੜੀ ਇਮੀਗ੍ਰੇਸ਼ਨ ਇਹ ਕਲੋਜ਼ ਕਰ ਦੇਣ ਤੇ ਇਹੀ ਹਸਪੀਟਲ ਜਿਹੜੇ ਆ ਉਹ ਚੱਲਣ ਲੱਗ ਪਣੇ, ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੋ ਜੀ। ਤੇ ਜੇ ਹੁਣ ਆਇਓ ਆ ਤੇ ਹੁਣ ਇੱਥੇ ਜਿਹੜਾ ਇਹ ਮੁੱਦਾ ਨਾ ਜਿਹੜਾ ਆ ਇਹ ਜਾਣ ਬੁੱਝ ਕੇ ਨਹੀਂ ਇਹ ਠਾ ਰਿਹਾ। ਸਾਡੇ ਤਾਂ ਜਿਹੜੇ MP MLA ਆ ਨਾ ਉਹ ਇਮੀਗ੍ਰੇਸ਼ਨ ਕਰਕੇ ਹੀ ਬਣਦੇ ਆ ਜੀ। ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੋ ਵੀ ਅਸੀਂ ਵੀਜ਼ੇ ਲਾਉਣੇ ਆ ਬਸ, ਹੋਰ ਤਾਂ ਮੁੱਦਿਆਂ ਤੋਂ ਉਹ ਕਰ ਹੀ ਨਹੀਂ ਸਕਦੇ। ਮੈਂ ਇਹ ਕਹਿਣਾ ਵੀ ਮੇਰੇ ਵਿਚਾਰੇ ਆ ਵੀ ਇਹ ਹਸਪੀਟਲਾਂ ਦਾ ਕਾਰਨ ਇਮੀਗ੍ਰੇਸ਼ਨ ਆ, ਟ੍ਰੈਫਿਕ ਦਾ ਵੀ ਕਾਰਨ ਇਮੀਗ੍ਰੇਸ਼ਨ। ਆਪਾਂ ਸੜਕਾਂ ਤੇ ਰੋਜ਼ ਇੱਥੇ ਟਾਕ ਸ਼ੋ ਚੱਲਦੇ ਆ, ਸੜਕ ਤੋਂ ਜਾਣਾ ਉਹ ਸੜਕ ਤੋਂ। ਇਹ ਨਵੇਂ ਸ਼ਹਿਰ ਅਸਾਰਨ ਜੇ ਨਹੀਂ ਮੰਗਾਉਣੇ ਆ ਇਮੀਗ੍ਰੇਸ਼ਨ, ਉੱਥੇ ਹਸਪੀਟਲ ਬਣਾਉਣ, ਉੱਥੇ ਪਹਾੜਾਂ ਨੂੰ ਹੋਰ ਖੋਦ ਕਰਨ, ਉਧਰ ਬਿੰਨੀ ਪੈਗ ਵੱਲ ਉਧਰ ਡਿਵੈਲਪਮੈਂਟ। ਬਹੁਤ ਵਿਹਲਾ ਪਿਆ ਜੀ, ਸਸਕੈਚਵਨ ਸਾਰਾ ਵਿਹਲਾ ਪਿਆ, ਨੋਵਾ ਸਕੋਚੀਆ ਵਿਹਲਾ ਪਿਆ। ਉੱਥੇ ਘੱਟੋ ਘੱਟ 5-5 ਸਾਲ ਦਾ ਬੌਂਡ ਭਰ ਦੇਣ ਕਿ ਤੁਸੀਂ 5 ਜਾਂ 10 ਸਾਲ ਉੱਥੇ ਰਹਿਣਾ ਹੀ ਰਹਿਣਾ ਆ, ਤੇ ਦੇਖਿਓ ਕਿੱਦਾਂ ਭਾਵੇਂ ਧੜਾ ਧੜ ਭਰ ਕੇ ਜਹਾਜ਼ ਲਈ ਆਉਣ। ਹਾਂਜੀ ਉਹ ਉੱਥੇ ਬਣਨੇ ਚਾਹੀਦੇ ਮੇਰੇ ਹਿਸਾਬ ਦੇ ਨਾਲ। ਇੱਥੇ ਜਿੱਦਾਂ ਨਾ ਮੇਰੇ ਵਿਚਾਰ ਆਪਣੇ ਤੁਹਾਡੇ ਮੇਰੇ ਨਹੀਂ ਮਿਲ ਸਕਦੇ। ਮੈਂ ਨਹੀਂ ਚਾਹੁੰਦਾ ਕਿ ਬਰਮਿੰਟਨ ਦੇ ਵਿੱਚ ਇੱਕ ਹਸਪੀਟਲ ਹੋਰ ਖਰਚਾ ਗੌਰਮੈਂਟ ਤੇ ਭਾਰ ਪਾਇਆ ਜਾਵੇ ਤੇ ਵੀ ਹੋਰ ਹਸਪੀਟਲ ਬਣਨ ਤੇ ਇਹ ਇਮੀਗ੍ਰੇਸ਼ਨ ਤੇ ਲੋਕ ਲਾਉਣ। ਤਾਂ ਇਹ ਮੇਰੇ ਵਿਚਾਰ ਆ ਵੀ ਇੱਥੇ ਤਾਂ ਬਣਨਾ ਨਹੀਂ ਚਾਹੀਦਾ ਬਰਮਿੰਟਨ ਦੇ ਵਿੱਚ ਮੇਰੇ ਹਿਸਾਬ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਚਲੋ ਤੁਸੀਂ ਪਹਿਲਾਂ ਦੱਸਤਾ ਜੀ ਤੁਹਾਡੇ ਵਿਚਾਰ ਆ, ਹੁਣ ਆਪਾਂ ਕੋਈ ਕਿੰਤੂ ਪ੍ਰੰਤੂ ਵੀ ਨਹੀਂ ਕਰ ਸਕਦੇ। ਜੇ ਬਰੈਂਪਟਨ ਵਾਲੇ ਸੁੱਤੇ ਪਏ ਆ ਤੇ ਵਾਕਿਆ ਜਿਹੜੇ ਜਿੱਦਾਂ ਦਾ ਤੁਸੀਂ ਕਿਹਾ ਜੀ ਨਹੀਂ ਬਣਨਾ ਚਾਹੀਦਾ। ਜੇ ਇਹਨਾਂ ਨੂੰ ਆਪ ਨੂੰ ਪਤਾ ਹੀ ਨਹੀਂਗਾ ਵੀ ਸਾਨੂੰ ਲੋੜ ਆ, ਆਵਾਜ਼ ਹੀ ਨਹੀਂ ਚੱਕ ਸਕਦੇ। ਹਾਂਜੀ 0849 ਸਵਾਗਤ ਹੈ ਵੀਰ। ਹਾਂਜੀ ਚੰਦੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੇਖੋ ਇੱਕ ਨਾ ਕਾਲਰ ਸਾਹਿਬ ਪਹਿਲਾਂ ਕਹਿ ਕੇ ਗਏ ਸੀ, ਕਹਿੰਦੇ ਵੀ ਆਪਣੇ ਬੰਦਿਆਂ ਨੂੰ ਵੋਟਾਂ ਨਹੀਂ ਪਾਉਣੀ ਚਾਹੀਦੀ, ਆਪਣੇ ਬੰਦਿਆਂ ਨੂੰ ਮੋਹਰੇ ਨਹੀਂ ਕਰਨਾ ਚਾਹੀਦਾ। ਦੇਖੋ ਬਸੋਂ ਦੇ ਹਿਸਾਬ ਦੇ ਨਾਲ ਸਾਡੇ ਬੰਦੇ ਬਹੁਤ ਜ਼ਿਆਦਾ ਜ਼ਰੂਰੀ ਆ, ਪਾਰਲੀਮੈਂਟ 'ਚ ਹੋਣੇ ਚਾਹੀਦੇ ਆ ਜੀ। ਇਹ ਗੱਲ ਇੱਕ ਵੱਖਰੀ ਆ ਵੀ ਉਹ ਇੰਡੀਆ ਦੀ ਪੋਲਿਟਿਕਸ ਜਿਹੜੀ ਇੱਥੇ ਬਾੜਦੇ ਆ ਉਹ ਨਹੀਂ ਹੋਣੀ ਚਾਹੀਦੀ ਕਦੀ ਵੀ, ਹੈ ਨਾ। ਬਰੈਂਪਟਨ ਦੇ ਵਿੱਚ ਵੀਰ ਬਹੁਤ ਹਾਵੀ ਆ ਇੰਡੀਅਨ ਦੇ ਪੋਲਿਟਿਕਸ ਨਾ, ਬਹੁਤ ਡਰਟੀ ਪੋਲਿਟਿਕਸ ਜਿਹੜੀ ਭਾਰਤ ਵਾਲੀ ਬਹੁਤ ਜ਼ਿਆਦਾ ਹਾਵੀ ਆ, ਖਾਸ ਕਰਕੇ ਬਰੈਂਪਟਨ ਦੇ ਵਿੱਚ। ਦੇਖੋ ਉਹਦਾ ਸੋਲੂਸ਼ਨ ਲੋਕ ਆਪ ਕੱਢ ਸਕਦੇ ਆ। ਅਸੀਂ ਚੰਦੀ ਸਾਹਿਬ
ਭਾਰਤ ਇਸੇ ਕਰਕੇ ਛੱਡਿਆ ਸੀ ਤੇ ਕਾਣੀ ਵੰਡ ਕਰਕੇ ਔਰ ਜੁਮਲੇਬਾਜ਼ੀਆਂ ਤੋਂ ਤੰਗ ਆ ਕੇ ਇਸੇ ਕਰਕੇ ਅਸੀਂ ਕੰਟਰੀ ਛੱਡ ਕੇ ਆਏ ਸੀ ਇੱਥੇ। ਜੇ ਉਹ ਲੋਕ ਉਹੀ ਕੁਛ ਮਗਰ ਚੱਕ ਕੇ ਲੈ ਆਏ ਆ ਨਾ, ਤੇ ਜਦੋਂ ਨਾ ਘਰਾਂ ਚ ਆਉਂਦੇ ਆ ਡੋਰ ਟੂ ਡੋਰ, ਇਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਆਹ ਪਹਿਲਾਂ ਦੱਸੋ ਇਹ ਤੁਸੀਂ ਕੰਮ ਕਰੋਗੇ ਤਾਂ ਕਰੋਗੇ ਕਿੱਦਾਂ ਇਹ ਜੀ। ਜਿੱਦਾਂ ਮੋਦੀ ਸਾਹਿਬ ਨੇ ਕਹਿਤਾ ਸੀ 15 ਲੱਖ ਜੁਮਲੇਬਾਜ਼ੀ ਕਹਿਤੀ ਸੀ 15 ਲੱਖ ਆਉਣਗੇ। ਉਹ ਹੁਣ ਕੁਝ ਲੋਕ ਮੀਡੀਆ ਦੇ ਆ ਕੇ ਗੱਲ ਕਰਦੇ ਆ ਜੀ ਉਹ ਦੱਸੋ ਜੀ ਕਿਹਦੇ ਅਕਾਊਂਟ 'ਚ ਆਏ ਆ, ਹਨਾ। ਇਦਾਂ ਹੀ ਇਹਨਾਂ ਨੂੰ ਇੱਥੇ ਕੁਝ ਡਿਫਰੈਂਟ ਆ, ਇੱਥੇ ਲੋਕ ਡੋਰ ਟੂ ਡੋਰ ਆ ਕੇ ਵੋਟਾਂ ਮੰਗਣ ਆਉਂਦੇ ਆ ਨਾ। ਇੱਥੇ ਨਾ ਚਾਹੇ ਕੈਨੇਡਾ ਵਿੱਚ ਕਿਤੇ ਵੀ ਹੋਵੇ, ਸਰੀ ਹੋਵੇ, ਮੌਂਟਰੀਅਲ ਹੋਵੇ ਜਾਂ ਬਰੈਂਪਟਨ ਜਾਂ ਟੋਰਾਂਟੋ ਹੋਵੇ, ਕਿਤੇ ਵੀ ਹੋਵੇ, ਜਿਹੜੇ ਆਪਣੇ ਬੰਦੇ ਖਾਸ ਕਰਕੇ ਜਿਹੜੇ ਖੜਦੇ ਆ ਨਾ ਉਹਨਾਂ ਦੀ ਜਿਹੜੀ ਮੈਂਟੈਲਿਟੀ ਆ ਉਹ ਕੈਨੇਡੀਅਨ ਹੋਣੀ ਚਾਹੀਦੀ ਆ। ਦੇਖੋ ਕੈਨੇਡਾ ਇੱਕ ਬਹੁਤ ਵਧੀਆ ਕੰਟਰੀ ਸੀਗਾ, ਚੂਜ਼ ਕੀਤਾ ਅਸੀਂ ਇੱਥੇ ਆਏ ਆ, ਇੱਥੇ ਬਹੁਤ ਵਧੀਆ। ਦੇਖੋ ਕਿੰਨਾ ਮਨ ਖੁਸ਼ ਹੁੰਦਾ, ਇੰਡੀਆ ਤੋਂ ਜਵਾਕ ਪੜ੍ਹ ਕੇ ਆਉਂਦੇ ਆ ਇੱਥੇ ਆ ਕੇ, ਠੀਕ ਹੈ ਪਹਿਲੇ 1-2 ਸਾਲ ਉਹਨਾਂ ਨੂੰ ਪ੍ਰੋਬਲਮ ਬਹੁਤ ਹੁੰਦੀ ਆ, ਉਹ ਕਿੰਨੀਆਂ ਅੱਛੀਆਂ ਜੌਬਾਂ ਤੇ ਆ, ਪੜ੍ਹਿਆ ਲਿਖਿਆ ਉਹਦੀ ਕਦਰ ਹੁੰਦੀ ਆ ਨਾ। ਉਹੀ ਜੇ ਹੁਣ ਭਾਰਤ ਵਿੱਚ ਹੋਵੇ ਕੋਈ ਬੰਦਾ, ਉਹ ਤੇ ਜੇ ਤੁਹਾਡੀ ਸਿਫਾਰਿਸ਼ ਹੈ ਤਾਂ ਤੁਹਾਨੂੰ ਕੋਈ ਜੌਬ ਮਿਲ ਸਕਦੀ, ਅਦਰਵਾਈਜ਼ ਉਹ ਵੀ ਹੈ ਜੀ। ਜੇ ਅਸੀਂ ਇਹਨੂੰ ਜੇ ਵਧੀਆ ਕੰਟਰੀ ਹੈਗਾ ਇਹਨੂੰ ਵਧੀਆ ਰਹਿਣ ਦਿੱਤਾ ਜਾਣਾ ਚਾਹੀਦਾ ਆ। ਜਿਹੜੇ ਆ ਜੁਮਲੇਬਾਜ਼ਾਂ ਨੂੰ ਤਾਂ ਪਹਿਲਾਂ ਪੁੱਛਣਾ ਚਾਹੀਦਾ। ਜੇ ਹੁਣ ਇਹਨੇ ਹਸਪੀਟਲ ਦੀ ਗੱਲ ਕੀਤੀ ਹੈ ਨਾ ਜੀ, ਬਰੈਂਪਟਨ ਵਾਲਿਆਂ ਨੂੰ ਜਦੋਂ ਵੀ ਇਸ ਪਾਰਟੀ ਦਾ ਕੋਈ ਵੀ ਲੀਡਰ ਜਾਂ MP ਜਾਂ MLA ਕੋਈ ਵੀ ਘਰਾਂ 'ਚ ਜਾਵੇ, ਉਹਨੂੰ ਪੁੱਛਣਾ ਚਾਹੀਦਾ ਭਾਜੀ ਮੈਨੂੰ ਦੱਸ ਵੀ ਪਹਿਲਾਂ ਇਹ ਹਸਪੀਟਲ ਬਣਾਇਆ ਜਾਂ ਜਗ੍ਹਾ ਵਾਏ ਕੀਤੀ ਆ ਜਾਂ ਤੁਸੀਂ ਨੀਂਹ ਪੱਥਰ ਰੱਖਿਆ, ਇਹ ਗੱਲਾਂ ਕੁਐਸਚਨ ਹੋਣੇ ਚਾਹੀਦੇ। ਮੁੜ ਕੇ ਕੋਈ ਨਾ ਗੱਲ ਨਹੀਂ ਕਰ ਸਕਦਾ, ਜਿਹੜੀ ਜੁਮਲੇਬਾਜ਼ੀਆਂ ਇੱਥੇ ਛੱਡ ਨਹੀਂ ਸਕਦਾ ਨਾ ਜੀ। ਦੇਖੋ ਇਹ ਰੌਲਾ ਤਾਂ ਕਾਫੀ ਚੜਦਾ ਪੈਂਦਾ ਆ ਬਸੋਂ ਦੇ ਹਿਸਾਬ ਨਾਲ ਤਾਂ ਜੀ ਇੱਥੇ ਜ਼ਰੂਰ ਹੋਣੇ ਚਾਹੀਦੇ ਹਸਪੀਟਲ ਨਾ, ਯੂਨੀਵਰਸਿਟੀਆਂ ਹੋਣੀਆਂ ਚਾਹੀਦੀਆਂ, ਪਰ ਜੇ ਨਹੀਂ ਹੈਗੀਆਂ ਤਾਂ ਆਪਾਂ ਕੁਛ ਨਹੀਂ ਕੀ ਕਹਿ ਸਕਦੇ ਹਾਂ ਉਹਨਾਂ ਨੂੰ। ਆਪਾਂ ਆਵਾਜ਼ ਚੱਕ ਸਕਦੇ ਜੀ, ਆਪਣੀ ਔਨ ਏਅਰ ਜਿਹੜੀ ਆਵਾਜ਼ ਆ ਸਰਕਾਰ ਦੇ ਕੰਨਾਂ ਤੱਕ ਪਹੁੰਚ ਰਹੀ ਆ। ਪਰ ਜੇ ਸਾਡੇ ਲੋਕਲ ਜਿਹੜੇ ਲੋਕ ਆ ਬਰੈਂਪਟਨ ਦੇ ਸੁੱਤੇ ਹੋਏ ਆ, ਵਿੱਚ 5-7 ਕਾਲਾਂ ਆਈਆਂ ਬਰੈਂਪਟਨ ਤੋਂ, ਬਾਕੀ ਕੁਛ ਵੀ ਨਹੀਂ ਆਈਆਂ। ਕਾਲੋਂ ਸਾਹਿਬ ਉਹਨਾਂ ਦੀ 2-3 ਵੀਰਾਂ ਦੀਆਂ ਹੋਰ ਆਈਆਂ, ਬਾਕੀ ਨਹੀਂ ਬੋਲ ਰਹੇ ਤਾਂ ਆਪਾਂ ਕੁਛ ਨਹੀਂ ਕਰ ਸਕਦੇ। ਚੰਦੀ ਸਾਹਿਬ ਅਵੇਅਰਨੈਸ ਤਾਂ ਹੋਣੀ ਚਾਹੀਦੀ ਜ਼ਰੂਰ। ਬਿਲਕੁਲ ਜੀ ਬਿਲਕੁਲ। ਤੁਸੀਂ ਆਪਣਾ ਕੰਮ ਕਰਦੇ, ਆਪਣਾ ਪਾਰਟ ਤੁਸੀਂ ਕਰ ਰਹੇ ਹੋ, ਚਲੋ ਉਹ ਵੀ ਆਪਣਾ ਪਾਰਟ ਕਦੇ ਕਰਨਗੇ ਤਾਂ ਉਹ ਉਹਨਾਂ ਦੇ ਹੀ ਸੁੱਖ ਲਈ ਆ ਜੀ। ਜੀ ਧੰਨਵਾਦ ਜੀ। ਧੰਨਵਾਦ ਜੀ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਜੇ ਤੁਸੀਂ ਆਫਿਸ ਬਿਲਡਿੰਗ ਲੈਣੀ ਚਾਹੁੰਦੇ ਹੋ, ਤੁਸੀਂ ਜਾਂ ਮੰਨ ਲਓ ਆਫਿਸ ਖਰੀਦਣਾ ਤੇ ਆਫਿਸ ਖੋਲ੍ਹਣਾ ਕੋਈ, ਜੇ ਤੁਸੀਂ ਰੀਅਲਟਰ ਹੋ ਜਾਂ ਅਕਾਊਂਟੈਂਟ ਹੋ, ਤੁਹਾਨੂੰ ਆਫਿਸ ਵਾਸਤੇ ਜਗ੍ਹਾ ਚਾਹੀਦੀ ਹੈ, ਬੜੀ ਵਧੀਆ ਲੋਕੇਸ਼ਨ ਆ ਜੀ, ਡੈਰੀ ਤੇ ਬ੍ਰੈਮਲੀ ਦੇ ਕਾਰਨਰ ਤੇ। ਕਾਲ ਕਰਨੀ ਹੈ ਤੁਸੀਂ 647 964 2929 ਤੇ। ਤੁਸੀਂ ਬਸ ਬਾਅਦ ਦੇ ਵਿੱਚ ਮੇਰੇ ਕੋਲੋਂ ਵੀ ਨੰਬਰ ਲੈ ਸਕਦੇ ਹੋ। ਡੈਰੀ ਤੇ ਬ੍ਰੈਮਲੀ ਦੇ ਕਾਰਨਰ ਦੇ ਉੱਤੇ ਬਹੁਤ ਸੋਹਣੀ ਬਿਲਡਿੰਗ ਆ। ਤੁਸੀਂ ਰੀਅਲਟਰ ਹੋ, ਤੁਸੀਂ ਇੰਸ਼ੋਰੈਂਸ ਦਾ ਕੰਮ ਕਰਦੇ ਹੋ, ਦੋ ਰੂਮ ਚਾਹੀਦੇ, 4 ਚਾਹੀਦੇ, 6 ਚਾਹੀਦੇ, 8 ਚਾਹੀਦੇ, ਬਹੁਤ ਹੀ ਵਧੀਆ ਜਗ੍ਹਾ ਹੈਗੀ ਰੈਂਟ ਵਾਸਤੇ, ਤੁਸੀਂ ਲੀਜ਼ ਕਰ ਸਕਦੇ ਹੋ। ਰਾਈਟ ਵੇ 647 964 2929 647 964 2929। ਚਾਹੇ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ, ਤੁਸੀਂ ਰੀਅਲਟਰ ਹੋ ਜਾਂ ਇੰਸ਼ੋਰੈਂਸ ਦਾ ਕੰਮ ਕਰਦੇ ਹੋ, ਕੋਈ ਵੀ ਬਿਜ਼ਨਸ ਆ ਤੁਸੀਂ ਉੱਥੇ ਆਫਿਸ ਖੋਲ ਸਕਦੇ ਹੋ। ਬੜੀ ਪ੍ਰਾਈਮ ਲੋਕੇਸ਼ਨ ਆ, ਡੈਰੀ ਤੇ ਬ੍ਰੈਮਲੀ ਦੇ ਕਾਰਨਰ ਤੇ। 647 964 2929 ਤੇ ਕਾਲ ਕੀਤੀ ਜਾ ਸਕਦੀ ਆ। ਮੌਂਟਰੀਅਲ ਦੇ ਵਿੱਚ IPTV ਬਾਕਸ ਲੈਣਾ ਜੀ 514 566 0055 ਤੇ ਤੁਸੀਂ ਘਰ ਖਰੀਦਣਾ ਜਾਂ ਵੇਚਣਾ, ਗੈਸ ਸਟੇਸ਼ਨ, ਪਾਰਕਿੰਗ ਲਾਟ, ਕੋਈ ਵੀ ਕਮਰਸ਼ੀਅਲ ਬਿਲਡਿੰਗ ਲੈਣੀ ਆ, ਤੁਸੀਂ ਘਰ ਵੇਚਣਾ ਵੀ ਆ ਤੇ ਪੰਕਜ ਸਪਰਾ ਉਹਨਾਂ ਨੂੰ ਸੰਪਰਕ ਜ਼ਰੂਰ ਕਰੋ। ਤੁਹਾਡੇ ਘਰ ਨੂੰ ਪੂਰੇ ਵਧੀਆ ਤਰੀਕੇ ਨਾਲ ਸਜਾਉਂਦੇ ਆ, ਮੂੰਹ ਮੰਗੇ ਤੁਹਾਨੂੰ ਪੈਸੇ ਦਵਾਉਂਦੇ ਆ ਜੀ। 416 722 2385 ਤੇ ਇੰਡੀਆ ਪੈਸੇ ਭੇਜਣੇ ਜਾਂ ਮੰਗਵਾਉਣੇ ਆ, ਅਪਰਾ ਟ੍ਰੇਡਿੰਗ ਕੰਪਨੀ ਜਗਤਾਟਾ ਉਹਨਾਂ ਨੂੰ ਫੋਨ ਕਰ ਸਕਦੇ ਹੋ 416 731 7710 ਤੇ। ਜੇ ਤੁਸੀਂ CVR ਇਫਤਾ US ਲੈਣਾ ਜੀ, G&G ਟਰੱਕਿੰਗ ਸੋਲੂਸ਼ਨ ਤਨਵੀਰ ਢਾਡਾ ਉਹਨਾਂ ਨੂੰ ਕਾਲ ਕਰ ਲਓ 905 461 2525 ਤੇ ਕਾਲ ਕੀਤੀ ਜਾ ਸਕਦੀ ਆ। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਤੁਸੀਂ ਤੇ ਬਰੈਂਪਟਨ ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲਾਂ, ਦਲੀਲਾਂ 647 786 2012 ਸੰਦੀਪ ਸਿੰਘ ਉਹਨਾਂ ਨੂੰ ਕਾਲ ਕਰ ਸਕਦੇ ਹੋ। ਜੌਬ ਦੀ ਭਾਲ ਵਿੱਚ ਹੋ ਤੇ ਕਾਲ ਜ਼ਰੂਰ ਕਰਿਆ ਕਰੋ ਜੀ, ਬਿਜ਼ਨਸਮੈਨਾਂ ਨੂੰ ਤੁਸੀਂ ਕਾਲ ਜ਼ਰੂਰ ਕਰਿਆ ਕਰੋ। ਸੇਫਐਕਸ ਟਰਾਂਸਪੋਰਟ, ਰਮਿੰਦਰਦੀਪ ਜਾਂ ਅਮਨਦੀਪ ਉਹਨਾਂ ਨੂੰ ਤੁਸੀਂ ਜੇ ਡਰਾਈਵਰ ਬਣਨਾ, ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਬਹੁਤ ਵਧੀਆ ਪੇ ਕਰਦੇ ਆ ਜੀ। 514 625 0025 514 887 0025 ਤੇ ਇੱਕ ਮੌਂਟਰੀਅਲ ਦੇ ਵਿੱਚ ਟਰਮੀਨਲ ਹੈ ਤੇ ਦੂਸਰਾ ਬੋਲਟਨ ਦੇ ਵਿੱਚ। ਬੈਸਟ ਕੁਆਲਿਟੀ ਦੇ ਸੋਫਾ ਲੈਣਾ, L ਸ਼ੇਪ, ਰਾਉਂਡ ਸ਼ੇਪ, ਕੱਪੜੇ ਵਾਲਾ, ਲੈਦਰ ਵਾਲਾ ਤੇ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ 905 799 88 77। ਟੈਲਾਂ ਬੜੀਆਂ ਸਸਤੀਆਂ ਲੱਗੀਆਂ ਜੀ, ਡਾਲਰ ਨੂੰ ਟੈਲ ਲਾ ਦਿੱਤੀ ਹੈ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਵਾਲਿਆਂ ਨੇ। ਇੱਕੋ ਛੱਤ ਦੇ ਹੇਠੋਂ ਤੁਸੀਂ A ਤੋਂ ਲੈ ਕੇ Z ਤੱਕ
ਸਾਰਾ ਕੰਸਟਰਕਸ਼ਨ ਦਾ ਸਮਾਨ ਲੈ ਸਕਦੇ ਹੋ। ਕੰਟਰੈਕਟਰ ਵਾਸਤੇ ਜਿਹੜਾ ਕਾਫੀ ਡਿਸਕਾਊਂਟ ਦਿੱਤਾ ਜਾਂਦਾ ਜੀ। GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ 241 ਕਲੀਅਰੈਂਸ ਸਟਰੀਟ ਬਰੈਂਪਟਨ ਦੇ ਵਿੱਚ 905 792 0036 ਤੇ ਤੁਸੀਂ ਕਸਟਮ-ਮੇਡ ਘਰ ਬਣਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਫਾਰਮ ਦੇ ਵਿੱਚ ਜਗ੍ਹਾ ਹੈਗੀ ਹੈ ਜਾਂ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, servlowbuilder.com ਦੇ ਕੁਲਵਿੰਦਰ ਪੱਤੜ ਹੋਣਾ ਨੂੰ ਕਾਲ ਕਰ ਲਓ ਤੇ ਤੁਸੀਂ ਕਾਲ ਕਰਨੀ ਹੈ ਜੀ 416 841 0478 ਤੇ ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਤਾਂ ਆਪਾਂ ਤੁਹਾਡੇ ਨਾਲ ਇਦਾਂ ਹੀ ਜੁੜਦੇ ਹਾਂ ਜੀ। ਫਿਰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰੰਪਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੂਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੀਅਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾਹਾ ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ 2 ਲੋਕੇਸ਼ਨ। कॉल महावीर बाट 9054994314 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। ਕੀ ਟੂ ਹੈਪੀਨੈਸ ਇਜ਼ ਫਾਈਂਡਿੰਗ ਦ ਰਾਈਟ ਹੋਮ। ਗੱਲ ਸੁਣੋ, ਇੰਜ ਵੇਲੇ ਬਹਿ ਕੇ ਕਿਵੇਂ ਗੁਜ਼ਾਰਾ ਚੱਲੇਗਾ? ਮੈਨੂੰ ਆਪ ਨਹੀਂ ਸਮਝ ਆ ਰਹੀ ਕਿੱਥੇ ਪਤਾ ਕਰਾਂ ਕੰਮ ਦਾ। ਕੱਲ ਭਾਈ ਸਾਹਿਬ ਦੱਸਦਾ ਰਹੇ ਸੀ ਵੀ jobsingta.com ਵਾਲੇ ਫੁੱਲ ਟਾਈਮ ਜੌਬ ਦਵਾ ਦਿੰਦੇ ਨੇ। ਲੈ ਮੈਂ ਫਿਰ ਅੱਜ ਹੀ ਜਾਣਾ। ਜੀ ਹਾਂ, ਜੇ ਤੁਸੀਂ ਟੋਰਾਂਟੋ, ਮਿਸੀਸਾਗਾ, ਬ੍ਰੈਂਪਟਨ, ਵੁੱਡਬ੍ਰਿਜ ਜਾਂ ਕੈਂਬਰਿਜ ਦੇ ਏਰੀਆ 'ਚ ਜੌਬ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਰਜਿਸਟ੍ਰੇਸ਼ਨ ਕਰਵਾਓ www.jobsingta.com ਤੇ। ਇੱਥੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਜੌਬਸ। ਤੁਸੀਂ ਨਵੇਂ ਹੋ ਜਾਂ ਕੋਈ ਵੀ ਕੈਟੇਗਰੀ ਹੋਵੇ, ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ 4162130092 416 213 0092 और 9056140300 905 614 0300।
मोर्गेज मिले छेती ते टेंशन होवे घट, इसलिए याद रखो इको ना परमिंदर मांगट। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। सेल्फ एम्प्लॉयड वास्ते खास प्रोग्राम, no last minute surprises। फर्स्ट mortgage, second mortgage, private funds, truck loans, business loans, सारे ही कम्मां लई इको ना, जिथे कम होवे छेती ते टेंशन होवे घट। परमिंदर मांगट 6472859119 जानी 647 285 9119। परमिंदर मांगट विद मोर्गेज अलायंस। Broker license number 10530। ਘਰ ਦੀ ਚਾਰ ਦੀਵਾਰੀ ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓਏ ਹੋਏ। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 8271 ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਬਹੁਤ ਸ਼ੁਕਰੀਆ ਟਾਈਮ ਦੇਣ ਲਈ। ਮੈਂ ਜਿਹੜੇ ਭਾਜੀ ਖਬਰਾਂ ਦੇ ਕੇ ਜਾਂਦੇ ਨੇ, ਬਹੁਤ ਵਧੀਆ ਖਬਰਾਂ ਦਿੰਦੇ, ਅਸੀਂ ਸੁਣਦੇ ਆ, ਨਜ਼ਾਰਾ ਲੈ ਆਉਂਦੇ ਆ ਖਬਰਾਂ ਦਾ। ਜੀ ਜੀ, ਥੈਂਕ ਯੂ ਵੀਰ, ਥੈਂਕ ਯੂ। ਬੜੀ ਮਿਹਨਤ ਕਰਦੇ ਆ। ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵੀ ਜੇ ਆਪਣੇ ਲੋਕਾਂ ਨੇ ਨਾ ਬਚਣਾ ਨਾ, ਬਹੁਤ ਹੀ ਇੱਕ ਹੀ ਸੁਨੇਹਾ ਮੇਰਾ ਤਾਂ ਵੀ ਜਿਹੜੇ ਆਪਣੇ ਪੋਲੀਟੀਸ਼ੀਅਨ ਇੰਡੀਆ ਤੋਂ ਆ ਕੇ ਇੱਥੇ ਖੜਦੇ ਆ, ਜਿਵੇਂ ਹੁਣ ਫੋਰਟ ਦੇ ਨਾਲ ਇਹਨੂੰ ਰਹਿ ਦਿੰਦੇ, ਇੰਡੀਆ ਵਾਲੀ ਪੋਲੀਟਿਕਸ ਕਰਦੇ ਆ ਵੀ ਤੁਸੀਂ ਵੋਟਾਂ ਲੈ ਲਓ, ਜਿਹੜੇ ਨਾ ਲੋਕਾਂ ਨੂੰ ਬੰਦ ਕਰ ਲਾਂਗੇ ਤਾਂ ਆਪਾਂ ਬਚ ਜਾਾਂਗੇ, ਨਹੀਂ ਪੰਜਾਬ ਬਣਾ ਦੇਣਗੇ। ਮੈਂ ਸਾਰੇ ਭਰਾਵਾਂ ਨੂੰ, ਭੈਣਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਵੋਟਾਂ ਨਾ ਪਾਓ। ਜਿਹੜਾ ਬੱਚਾ ਇੱਥੇ ਬੋਰਨ ਹੋਇਆ, ਇੱਥੇ ਦਾ ਬੋਰਨ, ਉਹਨੂੰ ਬੇਸ਼ੱਕ ਉਹ ਪਾ ਦਿਓ, ਕੋਈ ਗੱਲ ਨਹੀਂ, ਕਿਉਂਕਿ ਬੱਚੇ ਦੀ ਇੱਥੇ ਦੀ ਠੇਕਗਾ। ਉਹਨਾਂ ਨੇ ਆਪਣੇ ਬਾਪ ਤੋਂ ਲੋਕਾਂ ਬਾਰੇ ਸੋਚਣਾ, ਉਹਨਾਂ ਨੇ ਤਾਂ ਸਿਰਫ ਵੋਟਾਂ ਸੋਚਣੀਆਂ। ਉਹਨਾਂ ਨੇ ਆ ਕੇ ਆਪਾਂ ਨੂੰ ਇੱਥੇ ਬਹੁਤ ਖਰਾਬ ਕੀਤਾ। ਇਹਨਾਂ ਨੂੰ ਗੋਰਿਆਂ ਨੂੰ ਆਪਣੇ ਰਾਹ ਤੇ ਪਾ ਰਹੇ ਆ, ਬਹੁਤ ਗਲਤ ਕੰਮ ਹੋ ਰਿਹਾ ਹਰ ਥਾਂ। ਇਸ ਕਰਕੇ ਜੇ ਆਪਾਂ ਬਚਣਾ, ਚੁੱਪ ਕਰਕੇ ਨਾ ਇੱਥੇ ਦੇ ਬੰਦਿਆਂ ਨੂੰ ਚੁਣੋ, ਇੱਥੇ ਦੇ ਬੱਚਿਆਂ ਨੂੰ ਚੁਣੋ ਜੀ। ਇਹਨਾਂ ਕਿੰਨਾ ਕੋਈ ਰਿਸ਼ਤੇਦਾਰੀ ਛੱਡ ਦਿਓ, ਮੇਰੇ ਪਿੰਡਾਂ ਦਾ, ਇਹ ਮੇਰੇ ਰਿਸ਼ਤੇਦਾਰ, ਇਹ ਬਿਲਕੁਲ ਜੇ ਆਪਾਂ ਨੂੰ ਮਾਰ ਦੂਗੀ ਇਹ ਚੀਜ਼। ਇਸ ਕਰਕੇ ਮੈਂ ਬਹੁਤ ਬੇਨਤੀ ਕਰਦਾ ਸਾਰੇ ਆਪਣੇ ਬ੍ਰਾਹਮਣ ਭਰਾਵਾਂ ਨੂੰ, ਭੈਣਾਂ ਨੂੰ ਵੀ ਇਹਨਾਂ ਦਾ ਖੜਾ ਛੱਡ ਦਿਓ, ਸੋਚ ਕੇ ਵੋਟ ਪਾਓ। ਵੋਟ 4 ਸਾਲ ਤੁਹਾਡਾ ਇਹਨਾਂ ਨੇ ਲਹੂ ਪੀ ਜਾਣਾ, ਇਹਨਾਂ ਨੇ ਪੈਨਸ਼ਨਾਂ ਲੈ ਕੇ ਪਰੇ ਹੋਣਾ, ਤੁਹਾਡਾ ਕੱਖ ਨਹੀਂ ਕਰਨਾ ਇਹਨਾਂ ਨੇ। ਧੰਨਵਾਦ ਸਾਹਿਬ, ਦੇਖੋ ਜੀ ਕਿੰਨੀ ਵਧੀਆ ਚਿੰਤਾ ਪ੍ਰਗਟਾ ਕੇ ਗਏ। ਬਹੁਤ ਵਧੀਆ ਜੀ। ਮੈਂ ਕਹਿੰਦਾ ਇਹਨੂੰ ਵੀਰਾਂ ਨੂੰ ਤੁਸੀਂ ਮੇਰਾ ਮੈਸੇਜ ਵੀ ਰੋਜ਼ ਇਦਾਂ ਦੇ ਇਹਨਾਂ ਲੋਕਾਂ ਨੂੰ ਥੋੜਾ ਯਾਦ ਕਰਦਾ ਰਿਹਾ, ਕਿਉਂਕਿ ਅਸੀਂ ਤਾਂ ਕਰ ਨਹੀਂ ਸਕਦੇ, ਤਾਂ ਤੁਹਾਨੂੰ ਫੋਨ ਹੀ ਕਰ ਸਕਦੇ ਆ। ਇਹਨਾਂ ਨੂੰ ਲੋਕ ਸੁਣਦੇ ਆ, ਸਾਨੂੰ ਤਾਂ ਅਸੀਂ ਇਹੀ ਬੇਨਤੀ ਆ ਵੀ ਅਸੀਂ ਬਾਹਰ ਪਬਲਿਕ ਜਾ ਕੇ ਤਾਂ ਰੌਲਾ ਨਹੀਂ ਪਾ ਸਕਦੇ ਜੀ। ਵੀ ਬਹੁਤ ਹੀ ਜ਼ਰੂਰੀ ਹੈ, ਛੱਡਿਓ ਨਾ ਇਹਨਾਂ ਨੇ ਵੀ ਜ਼ਰੂਰ ਤੁਸੀਂ ਲੱਗੇ ਰਹੋ ਇਸ ਪਿੱਛੇ। ਅਸੀਂ ਤੁਹਾਡੇ ਨਾਲ ਆ। ਅਸੀਂ ਤਾਂ ਅੱਗੇ ਵੀ ਪਹੁੰਚਿਆ, ਜਿਹੜਾ ਬੰਦਾ ਆਉਂਦਾ ਭਾਈ ਕੀ ਕੀਤਾ ਸੀ ਪਿਛਲੇ ਸਾਲ, ਉਹਨੂੰ ਲਿਖਾਉਣੇ ਵੀ ਆ ਭਾਈ ਆ ਤੁਸੀਂ ਕੰਮ ਕੀਤਾ ਸੀ, ਨਹੀਂ ਕੀਤਾ, ਪਰ ਉਹ ਸਾਡੀ ਆਵਾਜ਼ ਇੰਨੀ ਜਾ ਨਹੀਂ ਨਾ ਸਕਦੀ ਜੀ ਵੀ ਉਹਨਾਂ ਨੂੰ ਆਉਂਦੇ ਰਹੋ। ਬਹੁਤ ਥੈਂਕ ਯੂ ਉਹਨਾਂ ਦਾ, ਬਹੁਤ ਬਹੁਤ। ਬਸ ਇਹਨਾਂ ਲੋਕਾਂ ਨੂੰ ਕਹੋ ਵੀ ਭਾਈ ਬਾਜੋ, ਇਹਨਾਂ ਲੋਕਾਂ ਦਾ ਖੜਾ ਛੱਡ ਦਿਓ ਜੀ। ਬਸ ਇੱਥੇ ਦੇ ਬੱਚਿਆਂ ਨੂੰ ਜ਼ਰੂਰ ਲਿਆਓ ਮੂਹਰੇ। ਧੰਨਵਾਦ ਵੀਰ, ਧੰਨਵਾਦ ਤੁਹਾਡਾ, ਬਹੁਤ ਥੈਂਕ ਯੂ ਟਾਈਮ। ਧੰਨਵਾਦ ਵੀਰ, ਧੰਨਵਾਦ। ਬਿਲਕੁਲ ਜੀ, ਅਵੇਅਰਨੈਸ ਹੋਣੀ ਚਾਹੀਦੀ ਹੈ। ਜੇ ਤੁਸੀਂ ਆਫਿਸ ਵਾਸਤੇ ਕੋਈ ਜਗ੍ਹਾ ਲੱਭ ਰਹੇ ਹੋ, ਤੁਸੀਂ ਰੀਅਲਟਰ ਹੋ ਜਾਂ ਤੁਸੀਂ ਇੰਸ਼ੋਰੈਂਸ ਦਾ ਆਫਿਸ ਖੋਲਣਾ, ਕੋਈ ਕਿਸੇ ਵੀ ਤਰ੍ਹਾਂ ਦਾ, ਡੈਰੀ ਤੇ ਬ੍ਰੈਮਲੀ ਦੇ ਉੱਤੇ ਬੜੀ ਪ੍ਰਾਈਮ ਲੋਕੇਸ਼ਨ ਹੈ ਜੀ। ਤੁਸੀਂ ਕਾਲ ਕਰ ਸਕਦੇ ਹੋ 6479642929 ਤੇ 647-964-2929 ਤੇ ਕਾਲ ਕਰ ਸਕਦੇ ਹੋ। ਜਗ੍ਹਾ ਬਿਲਕੁਲ ਉਪਲਬਧ ਹੈ ਜੀ, ਬਹੁਤ ਹੀ ਵਧੀਆ ਆ। ਤੇ ਤੁਸੀਂ ਮੇਰੇ ਨਾਲ ਵੀ ਕੋਈ ਗੱਲਬਾਤ ਕਰਨੀ ਹੈ ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, 5149169593 514-916 9593 ਤੇ ਕਾਲ ਕਰ ਸਕਦੇ ਹੋ। ਤੁਸੀਂ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ, 514-566-0055 ਤੇ ਕਾਲ ਕੀਤੀ ਜਾ ਸਕਦੀ ਆ। ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ, ਐਲ ਸ਼ੇਪ, ਰਾਉਂਡ ਸ਼ੇਪ ਕੱਪੜੇ ਵਾਲਾ, ਲੈਦਰ ਵਾਲਾ, ਸ਼ਗਨਦੀਪ ਨੂੰ ਕਾਲ ਕਰ ਲਓ 905-799 8877। ਤੇ ਭੱਟੀ ਸਾਹਿਬ ਹੁਣੀ ਸਟੂਡੀਓ 'ਚ ਪਹੁੰਚ ਚੁੱਕੇ ਆ ਜੀ। ਪ੍ਰੋਗਰਾਮ ਹਲਚਲ ਲੈ ਕੇ ਮੈਨੂੰ ਇੱਥੇ ਦਿਓ ਇਜਾਜ਼ਤ। ਪ੍ਰਮਾਤਮਾ ਨੇ ਚਾਹਿਆ ਤਾਂ ਕੱਲ ਨੂੰ ਫਿਰ ਜੁੜਾਂਗੇ ਤੁਹਾਡੇ ਨਾਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ